शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:11 ਹੋਏ ਨੇ। 16 ਫਰਵਰੀ ਦਾ ਦਿਨ ਹੈ, ਵਰ੍ਹਾ 2021 ਦਾ ਮੰਗਲਵਾਰ ਹੈ। 5 ਫੱਗਣ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ ਜੀ। ਇਹ ਹਿੱਸੇ ਦੇ ਵਿੱਚ ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰਨਗੇ, ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸੈਗਮੈਂਟ, ਤੇ ਉਸ ਤੋਂ ਬਾਅਦ ਉਹਨਾਂ ਤੋਂ ਬਾਅਦ ਗੰਗਵੀਰ ਸਿੰਘ ਰਠੌਰ ਅੱਗੇ ਲੇਖਕ ਤੇ ਚਿੰਤਕ ਗੱਲਬਾਤ ਕਰਨਗੇ ਕਿ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਹੈ ਉਹ ਕਿੱਧਰ ਨੂੰ ਤੁਰ ਰਿਹਾ ਹੈ। ਉਦੋਂ ਬਾਅਦ ਅਗਲੇ ਹਿੱਸੇ 'ਚ ਅੱਜ ਵਿੱਤੀ ਮਸਲੇ ਹੁੰਦੇ ਨੇ। ਸਤਵੀਰ ਸਿੰਘ ਗਿੱਲ ਸੈਟ ਗਿੱਲ ਦੇ ਨਾਲ ਅੱਜ ਤੁਹਾਨੂੰ ਸਮਾਂ ਹੋਵੇਗਾ, ਤੁਸੀਂ ਸਵਾਲ ਪੁੱਛਣੇ 10:20 ਤੇ। ਸਿੱਧੇ ਸਵਾਲ ਸਤਵੀਰ ਸਿੰਘ ਗਿੱਲ ਉਹਨਾਂ ਤੋਂ। ਥੋੜ੍ਹਾ ਜਿਹਾ ਮੈਂ ਉਹਨਾਂ ਤੋਂ ਇਲੈਕਟ੍ਰੋਨਿਕ ਕਰੰਸੀ ਦੀ ਜਿਹੜੀ ਡਿਜੀਟਲ ਕਰੰਸੀ ਹੈ, ਜਿਹੜੀ ਬਿਟਕੋਇਨ ਅੱਜ $50,000 ਦਾ ਇੱਕ ਹੋ ਗਿਆ, ਉਹਦੇ ਬਾਰੇ ਇਨਕ੍ਰਿਪਟੋ ਜਿਹੜੀ ਇਹ ਕਰੰਸੀ ਹੈ ਇਹ ਕੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਤੁਹਾਡੇ ਬਾਰੇ ਜਾਣਕਾਰੀ ਦੇਵਾਂਗੇ ਅਤੇ ਫਿਰ ਤੁਸੀਂ ਸਵਾਲ ਪੁੱਛਣੇ। ਆਪਣੇ ਸਵਾਲ ਰੈਡੀ ਕਰਕੇ ਰੱਖਿਓ। ਬਹੁਤ ਮਾਹਰ ਨੇ ਸੈਟ ਗਿੱਲ ਹੋਣੀ, ਪੋਰਟਫੋਲੀਓ ਮੈਨੇਜਰ ਨੇ, ਅਤੇ ਤੁਸੀਂ ਅੱਜ ਸਮਾਂ ਤੁਹਾਨੂੰ ਹੋਏਗਾ, ਤੁਹਾਡੇ ਕਿਸੇ ਤਰੀਕੇ ਦੇ ਵੀ ਸਵਾਲ ਨੇ ਮੌਰਗੇਜ ਬਾਰੇ, ਇਨਵੈਸਟਮੈਂਟ ਬਾਰੇ, ਜਿਹੜੇ ਵੀ ਸਵਾਲ ਹੋਣਗੇ ਤੁਸੀਂ ਪੁੱਛ ਸਕਦੇ ਹੋ। ਨੰਬਰ ਰਹੇਗਾ 60420406042040 ਨਾਲ ਹੀ ਵਟਸਐਪ ਦਾ ਨੰਬਰ ਹੈ 7782220600 7782220600, ਜਿੱਥੇ ਤੁਸੀਂ ਵਟਸਐਪ 'ਤੇ ਸੁਨੇਹਾ ਭੇਜ ਸਕਦੇ ਹੋ। ਅਤੇ 600 AM ਸ਼ੇਰੇ ਪੰਜਾਬ ਰੇਡੀਓ ਜਿਹੜਾ ਫੇਸਬੁੱਕ ਦਾ ਪੇਜ ਹੈ, ਅਤੇ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਅਤੇ ਅਕਾਊਂਟ, ਅਤੇ 6047291224 6047291224 ਤੁਹਾਡੇ ਲਈ ਵਟਸਐਪ ਅਤੇ ਟੈਕਸਟ ਲਈ ਮੇਰਾ ਨੰਬਰ ਹੈ। ਸਫਲਤਾ ਵਾਸਤੇ ਕੁਝ ਹਸਰਤਾਂ ਨੂੰ ਮਾਰਨਾ ਪੈਣਾ, ਕਿਸੇ ਨੂੰ ਜਿੱਤਣੋਂ ਪਹਿਲਾਂ ਉਸੇ ਤੋਂ ਹਾਰਨਾ ਪੈਣਾ। ਸੰਭਾਲ ਨਾ ਜਦ ਹੋਈ ਕਿਸ਼ਤੀ, ਨਹੀਂ ਮਿਲਾ ਕੋਲੋਂ ਵੀ ਕਿਸੇ ਨੂੰ ਰੋੜਨਾ ਪੈਣਾ, ਕਿਸੇ ਨੂੰ ਤਾਰਨਾ ਪੈਣਾ। ਤੇਰੀ ਚਾਹਤ ਜਦੋਂ ਹਿਜਰਾਂ ਤੋਂ ਵਾਧੂ ਮੰਗ ਲਈ ਕੀਮਤ, ਪਤਾ ਕੀ ਉਦੋਂ ਸਾਨੂੰ ਰੂਪ ਕਿਹੜਾ ਧਾਰਨਾ ਪੈਣਾ। ਕਦੀ ਕਰਦਾ ਨਾ ਅੱਖਾਂ ਚਾਰ, ਜੇਕਰ ਇਹ ਪਤਾ ਹੁੰਦਾ ਤੇਰੀ ਬਿਜਲੀ ਭਰੀ ਨਜ਼ਰਾਂ ਨੂੰ ਹੀ ਬੰਗਾਰਨਾ ਪੈਣਾ ਹੈ। ਭਾਵੇਂ ਇਸ ਦੀ ਬੁਨਿਆਦ ਦਲਦਲ ਰੇਤ ਪਾਣੀ ਤੇ, ਮੈਂ ਲਾਸਾਂ ਦਾ ਹਰ ਹਾਲਤ ਦੇ ਵਿੱਚ ਉਸਾਰਨਾ ਪੈਣਾ। ਚੱਲ ਹੁਣ ਨਾ ਸਹੀ, ਕੱਲ੍ਹ ਨੂੰ ਤੇ ਕੰਮ ਹੋ ਕੇ ਰਹਿਣਾ ਹੈ। ਕਿਸੇ ਉੱਤੇ ਬਿਨਾਂ ਸੋਚੇ ਇਹ ਤਨ ਮਨ ਬਾਰਨਾ ਪੈਣਾ। ਇਹ ਤੇਰੀ ਯਾਦ ਦੇ ਰੋਸੇ ਵੀ ਬਾਲਾਂ ਵਾਂਗ ਲੱਗਦੇ ਨੇ, ਕਦੀ ਹਟਕਾਰਨਾ ਪੈਣਾ, ਕਦੀ ਪਚਕਾਰਨਾ ਪੈਣਾ। ਟਪਾਵਣ ਨੂੰ ਸੁਖਾਲੇ ਦਿਨ ਬੜਾ ਆਸਾਨ ਨੁਸਖਾ ਹੈ, ਜ਼ਰੂਰਤਮੰਦ ਖਾਤਰ ਮਤਲਬੀ ਹਟਕਾਰਨਾ ਪੈਣਾ ਹੈ। ਜਦੋਂ ਤੱਕ ਦੋਸਤਾਂ ਤੇ ਮੌਸਮਾਂ ਨੇ ਬਦਲਦੇ ਰਹਿਣਾ, ਤਦੋਂ ਤੀਕਰ ਵਜੂਦ ਅਸ਼ਰਫ ਤਪਾਣਾ ਠਾਰਨਾ ਪੈਣਾ। ਜਦੋਂ ਤੀਕਰ ਵਜੂਦ ਅਸ਼ਰਫ ਤਪਾਣਾ ਠਾਰਨਾ ਪੈਣਾ। ਅਸ਼ਰਫ ਗਿੱਲ ਲਹਿੰਦੇ ਪੰਜਾਬ ਤੋਂ ਲਿਖਦੇ ਨੇ। ਧੰਨਵਾਦ ਸਾਰਿਆਂ ਦਾ, ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਸੁਣ ਰਹੇ ਹੋ। ਸ਼ੇਰੇ ਪੰਜਾਬ radio.ca ਤੇ ਸਿੱਧਾ ਚੱਲ ਰਿਹਾ ਹੈ, ਅਤੇ ਫੇਸਬੁੱਕ 'ਤੇ ਵੀ ਤੁਸੀਂ ਇਸ ਨੂੰ ਲਾਈਵ ਵੇਖ ਸਕਦੇ ਹੋ। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਮੇਰੇ ਨਾਲ ਨੇ। ਨਵਕਿਰਨ ਸਿੰਘ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ ਧੰਨਵਾਦ ਜੀ, ਬਹੁਤ ਬਹੁਤ। ਅਤੇ ਸਭ ਤੋਂ ਪਹਿਲੀ ਖਬਰ ਜਿਹੜੀ ਦੁਨੀਆ ਦੀ ਖਬਰ ਬਣੀ ਹੋਈ ਹੈ, ਉਹਦੇ ਬਾਰੇ ਇਹ ਦੱਸਣਾ ਕਿ ਜਿਹੜੀ ਲੜਕੀ ਵਾਤਾਵਰਨ ਪ੍ਰੇਮੀ ਦਿਸ਼ਾ ਰਵੀ ਦੀ ਗ੍ਰਿਫਤਾਰੀ ਹੋਈ ਹੈ, ਉਹ ਕਿੱਥੋਂ ਹੋਈ ਹੈ, ਉਹਦਾ ਕਾਰਨ ਕੀ ਹੈ, ਅਤੇ ਇਹਦੇ ਬਾਰੇ ਗੱਲਬਾਤ ਕੀ ਚੱਲ ਰਹੀ ਹੈ ਦੇਸ਼ ਦੇ ਵਿੱਚ? ਜੀ ਗਿੱਲ ਸਾਹਿਬ, ਦੇਖੋ ਬਹੁਤ ਗੰਭੀਰ ਮਸਲਾ ਹੈ। ਸਭ ਤੋਂ ਵੱਧ ਦੁਨੀਆ 'ਚ ਅੱਜ ਚਰਚਾ ਦਾ ਵਿਸ਼ਾ ਆ ਦਿਸ਼ਾ ਰਵੀ ਦਾ ਮਸਲਾ ਬਣਿਆ ਹੋਇਆ। ਦਰਅਸਲ ਦਿਸ਼ਾ ਰਵੀ 22 ਸਾਲਾਂ ਦੀ ਇੱਕ ਕੁੜੀ ਹੈ, ਜਿਹੜੀ ਕਾਲਜ ਦੀ ਵਿਦਿਆਰਥਣ ਹੈ, ਪੜ੍ਹਦੀ ਹੈ, ਵਾਤਾਵਰਨ ਪ੍ਰੇਮੀ ਹੈ। ਪਿਛਲੇ ਸਮੇਂ ਜਦੋਂ ਕਲਾਈਮੇਟ ਚੇਂਜ ਦਾ ਮਸਲਾ ਭਾਰਤ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ, ਤਾਂ ਉਦੋਂ ਇਹ ਕੁੜੀ ਤੇ ਹੋਰ ਬਹੁਤ ਸਾਰੇ ਕਾਲਜ ਦੇ ਸਟੂਡੈਂਟ, ਇਹਨਾਂ ਨੇ ਇੱਕ ਗਰੁੱਪ ਬਣਾਇਆ ਸੀ, ਫਰਾਈਡੇ ਫਾਰ ਫਿਊਚਰ। ਗਿੱਲ ਸਾਹਿਬ, ਇਹ ਫਰਾਈਡੇ ਫਾਰ ਫਿਊਚਰ ਵਾਲੇ ਫਰਾਈਡੇ ਦਿਨ ਇਕੱਠੇ ਹੁੰਦੇ ਸੀ, ਮੀਟਿੰਗ ਕਰਦੇ ਸੀ, ਔਰ ਉਸ ਦਿਨ ਵਾਤਾਵਰਨ ਨੂੰ ਬਚਾਉਣ ਦੇ ਲਈ ਕੀ ਕਰ ਸਕਦੇ ਹਾਂ, ਕਾਗਜ਼ ਚੱਕ ਸਕਦੇ ਹਾਂ, ਜਾਂ ਵਾਤਾਵਰਨ ਬਚਾਉਣ ਦੇ ਲਈ ਕੋਈ ਮੁਹਿੰਮ ਚਲਾ ਸਕਦੇ ਹਾਂ, ਸਰਕਾਰ ਨੂੰ ਸਵਾਲ ਖੜੇ ਕਰ ਸਕਦੇ ਹਾਂ, ਇਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਸੀ।
ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਗਲੋਬਲ ਵਾਰਮਿੰਗ ਦਾ ਮਸਲਾ ਪੂਰੀ ਦੁਨੀਆ ਦਾ ਮਸਲਾ ਬਣਿਆ ਹੋਇਆ, ਤਾਂ ਗ੍ਰੇਟਾ ਥਨਬਰਗ ਵਰਗੀਆਂ ਕੁੜੀਆਂ ਇਹਨਾਂ ਦੀਆਂ ਮਾਡਲ ਬਣੀਆਂ ਔਰ ਮਾਰਗਦਰਸ਼ਨ ਕੀਤਾ ਗ੍ਰੇਟਾ ਵਰਗੀਆਂ ਕੁੜੀਆਂ ਨੇ। ਉਸ ਤੋਂ ਬਾਅਦ ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੱਚੇ ਨੇ ਜਿਹੜੇ ਉਹ ਜ਼ੂਮ ਮੀਟਿੰਗਾਂ ਦੇ ਜ਼ਰੀਏ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਲੱਗੇ। ਆਨਾ ਹੋਰ, ਬਹਾਨਾ ਹੋਰ ਤੇ ਨਿਸ਼ਾਨਾ ਹੋਰ। ਹੁਣ ਜਿਹੜਾ ਇਹ ਉੱਤਰਾਖੰਡ ਦੇ ਵਿੱਚ ਪਿਛਲੇ ਦਿਨਾਂ 'ਚ ਤਰਾਸਦੀ ਵਾਪਰੀ, ਜਿੱਥੇ ਚਿਪਕੋ ਅੰਦੋਲਨ ਚੱਲਿਆ ਸੀ, ਉੱਥੋਂ ਗੱਲ ਸ਼ੁਰੂ ਹੋਈ ਕਿ ਜਿਹੜਾ ਮਸਲਾ ਅਸਲ ਦੇ ਵਿੱਚ ਵਾਤਾਵਰਨ ਦਾ ਮਸਲਾ। ਸਾਡੀ ਸਰਕਾਰ 4-5 ਘਰਾਣਿਆਂ ਦੀ ਖਾਤਰ ਪੂਰੇ ਦੇਸ਼ ਦੇ ਲੋਕਾਂ ਨੂੰ ਸੰਤਾਪ ਦੇ ਵਿੱਚ ਪਾ ਰਹੀ ਆ, ਔਰ ਇਹਨਾਂ ਨੇ ਉਸ ਮਸਲੇ ਤੋਂ ਕਿ ਵਾਤਾਵਰਨ ਦਾ ਮਸਲਾ ਚਰਚਾ ਦਾ ਵਿਸ਼ਾ ਬਣਦਾ ਜਾਂਦਾ, ਦੁਨੀਆ ਭਰ 'ਚ ਬਣਦਾ ਜਾਂਦਾ। ਟਰੰਪ ਦੇ ਲਈ ਵੀ ਇੱਕ ਵੱਡਾ ਮਸਲਾ ਸੀ ਔਰ ਮੋਦੀ ਦੇ ਲਈ ਵੀ ਵੱਡਾ ਮਸਲਾ। ਉਹਦੇ ਤੋਂ ਇਹਨਾਂ ਨੇ ਫਿਰ ਗਿੱਲ ਸਾਹਿਬ ਜਿਹੜਾ 26 ਜਨਵਰੀ ਦਾ ਘਟਨਾਕ੍ਰਮ ਵਾਪਰਿਆ, ਇਤਫਾਕਨ ਗ੍ਰੇਟਾ ਥਨਬਰਗ ਨੇ ਜਿਹੜਾ ਉਹਦੇ ਤੇ ਟਵੀਟ ਕੀਤਾ, ਇਤਫਾਕਨ ਉਹ ਟਵੀਟ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣ ਗਿਆ। ਔਰ ਇਹਨਾਂ ਨੇ ਉਸ ਤੋਂ ਬਾਅਦ ਦਿਸ਼ਾ ਰਵੀ ਤੇ ਉਹਦੇ ਨਾਲ ਦੇ 2 ਜਣੇ, ਇੱਕ ਉਹਦੇ ਨਾਲ ਦੀ ਵਕੀਲ ਹੈ ਬੰਬੇ ਦੀ, ਬਹੁਤ ਫੇਮਸ ਕੁੜੀ ਆ ਉਹ ਵੀ, ਨਿਕਿਤਾ ਜੈਕਬ, ਤੇ ਇੱਕ ਇੰਜੀਨੀਅਰ ਆ ਸ਼ਾਂਤਨੂ, ਇਹ ਤਿੰਨਾਂ ਨੂੰ ਨਿਸ਼ਾਨਾ ਬਣਾਇਆ। ਉਸ ਤੋਂ ਬਾਅਦ ਇਹਨਾਂ ਨੇ ਦਿਸ਼ਾ ਰਵੀ ਨੂੰ ਬੰਗਲੌਰ ਤੋਂ ਜਿਹੜਾ ਗ੍ਰਿਫਤਾਰ ਕੀਤਾ। ਜਦੋਂ 21-22 ਸਾਲਾਂ ਦੀ ਇੱਕ ਕੁੜੀ ਨੂੰ ਪੁਲਿਸ ਗ੍ਰਿਫਤਾਰ ਕਰਕੇ ਲਿਆਉਂਦੀ ਆ, ਬੰਗਲੌਰ ਤੋਂ ਗ੍ਰਿਫਤਾਰ ਕਰਕੇ ਲਿਆਉਂਦੀ ਆ, ਕਿਸੇ ਨੂੰ ਨਹੀਂ ਦੱਸਦੀ ਵੀ ਦਿੱਲੀ ਲਿਆ ਰਹੇ ਆ। ਦਿੱਲੀ ਦੀ ਕਿਹੜੀ ਕੋਰਟ 'ਚ ਪੇਸ਼ ਕੀਤਾ ਜਾਣਾ ਕਿਸੇ ਨੂੰ ਨਹੀਂ ਪਤਾ, ਪਟਿਆਲਾ ਹਾਊਸ ਕੋਰਟ 'ਚ ਉਹਨੂੰ ਪੇਸ਼ ਕੀਤਾ ਜਾਂਦਾ, ਕੋਈ ਵਕੀਲ ਅਵੇਲੇਬਲ ਨਹੀਂ ਹੁੰਦਾ। ਔਰ ਉੱਥੇ ਉਹ ਕੁੜੀ ਨੂੰ ਕੋਰਟ ਦੇ ਵਿੱਚ ਜਦੋਂ ਪੇਸ਼ ਕਰਦੇ ਨੇ ਤਾਂ ਫਿਰ ਉੱਥੇ ਵੀ ਉਹ ਕੁੜੀ ਆਪਣੇ ਤੌਰ ਦੇ ਉੱਤੇ ਆਪ ਆਵਾਜ਼ ਆ ਜਿਹੜੀ ਉਹ ਉਠਾਉਂਦੀ ਆ। ਉਹ ਕਹਿੰਦੀ ਟੂਲ ਕਿਟ ਜਿਹੜਾ ਮੈਂ ਤਿਆਰ ਨਹੀਂ ਕੀਤਾ, ਮੈਂ ਐਡਿਟ ਕੀਤਾ, 2 ਸਤਰਾਂ ਉਹਦੇ 'ਚ ਲਿਖੀਆਂ ਨੇ, ਮੈਂ ਸੁਧਾਰ ਕੀਤਾ, ਇਸ ਤੋਂ ਵੱਧ ਕੁਛ ਨਹੀਂ ਹੈ। ਲੇਕਿਨ ਉਹ ਫਿਰ ਉਸ ਕੁੜੀ ਨੂੰ 5 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਜਾਂਦਾ ਹੈ। ਔਰ ਇਹਦਾ ਕੈਨੇਡਾ ਨਾਲ ਵੀ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਿਹਾ ਗਿੱਲ ਸਾਹਿਬ ਇਹ ਜਾਂਦਾ ਹੈ ਕਿ ਜ਼ੂਮ ਦੇ ਉੱਤੇ ਮੀਟਿੰਗ ਹੋਈ ਸੀ, 70 ਜਾਣੇ ਉਸ ਮੀਟਿੰਗ ਦੇ ਵਿੱਚ ਸੀ, ਔਰ ਤੁਹਾਡੇ ਕੈਨੇਡਾ ਦੀ ਇੱਕ ਸੰਸਥਾ ਹੈ ਪੋਇਟਿਕ ਜਸਟਿਸ ਫਾਊਂਡੇਸ਼ਨ PGF, ਔਰ ਇਹ ਜਿਹੜਾ PGF ਹੈ ਪੋਇਟਿਕ ਜਸਟਿਸ ਫਾਊਂਡੇਸ਼ਨ, ਉਹਦੇ ਵਿੱਚ ਇੱਕ ਵਿਅਕਤੀ MO ਧਾਲੀਵਾਲ ਨੂੰ ਜਿਹੜਾ ਇਹ ਨਾਮਜ਼ਦ ਕਰਦੇ ਨੇ ਕਿ ਉਹ ਵਿਅਕਤੀ ਆ ਮੋ ਧਾਲੀਵਾਲ, ਔਰ ਉਹ ਕਹਿੰਦੇ ਵੀ ਅਸਲ ਦੇ ਵਿੱਚ ਇਸ ਕੇਸ ਦੇ ਵਿੱਚ ਇਨਵੋਲਵ ਹੈ ਤੇ ਪੂਰੇ ਦਾ ਪੂਰਾ ਟੂਲ ਕਿੱਟ ਆ ਜਿਹੜਾ ਉਹ ਖਾਲਿਸਤਾਨ ਦੇ ਨਾਲ ਇਹ ਜੋੜਦੇ ਨੇ। ਔਰ ਇਸ ਸੰਬੰਧ ਦੇ ਵਿੱਚ ਜਿਹੜੀ ਵਾਤਾਵਰਨ ਕਾਰਕੁਨ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ, 2 ਹੋਰ ਸਮਾਜਿਕ ਕਾਰਕੁਨ ਵਕੀਲ ਨਿਕਿਤਾ ਜੈਕਬ ਤੇ ਇੰਜੀਨੀਅਰ ਸ਼ਾਂਤਨੂ, ਇਹਨਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਨੇ। ਔਰ ਇਸ ਤੋਂ ਬਾਅਦ ਇਹ ਮਸਲਾ ਗਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਔਰ ਇਸ ਵਿਸ਼ੇ ਦੇ ਉੱਤੇ ਤੁਸੀਂ ਇਹ ਦੇਖੋ ਗਿੱਲ ਸਾਹਿਬ, ਰੂਪੀ ਕੌਰ ਟਵੀਟ ਕਰਦੀ ਹੈ, ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਟਵੀਟ ਕਰਦੀ ਹੈ, ਪੀ ਚਿਦੰਬਰਮ ਬੋਲਦਾ, ਅਰਵਿੰਦ ਕੇਜਰੀਵਾਲ ਬੋਲਦਾ, ਪ੍ਰਿਯੰਕਾ ਗਾਂਧੀ ਬੋਲਦੀ ਆ, ਸਵਰਾ ਭਾਸਕਰ ਬੋਲਦੀ ਆ, ਕਵਿਤਾ ਕ੍ਰਿਸ਼ਨਨ, ਮਮਤਾ ਬੈਨਰਜੀ, ਮਨੋਜ ਝਾ, ਰਾਹੁਲ ਗਾਂਧੀ ਬੋਲਦੇ ਨੇ। ਈਵਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਦੀਪਕ ਗੁਪਤਾ, ਜਸਟਿਸ ਦੀਪਕ ਗੁਪਤਾ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰਹੇ ਨੇ, ਉਹ ਬੋਲੇ ਨੇ, ਉਹ ਕਹਿੰਦੇ ਬਹੁਤ ਗਲਤ ਹੋਇਆ ਜੋ ਹੋਇਆ, ਇਹ ਅਰੈਸਟ ਹੀ ਨਹੀਂ ਹੋਣੀ ਚਾਹੀਦੀ ਸੀ। ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ, ਉਹ ਕਹਿੰਦੇ ਅੰਗਰੇਜ਼ਾਂ ਸਮੇਂ ਕਾਨੂੰਨ ਹੁੰਦਾ ਸੀ ਦੇਸ਼ ਧਰੋਹ, ਜਿਹਨੂੰ ਰਾਜ ਧਰੋਹ, ਔਰ ਉਹ ਕਹਿੰਦੇ ਉਦੋਂ 1947 ਵੇਲੇ ਲੱਗਦਾ ਸੀ ਕਿ ਆਪਣਾ ਜਦੋਂ ਭਾਰਤ ਆਜ਼ਾਦ ਹੋ ਗਿਆ ਉਦੋਂ ਕਾਨੂੰਨ ਨਹੀਂ ਹੋਊ। ਕਹਿੰਦੇ ਕਾਨੂੰਨ ਨੂੰ ਇੰਦਰਾ ਗਾਂਧੀ ਨੇ ਵਰਤਿਆ ਐਮਰਜੈਂਸੀ ਦੇ ਵੇਲੇ, ਅੱਜ ਮੋਦੀ ਵਰਤ ਰਿਹਾ ਇਸ ਕਾਨੂੰਨ ਨੂੰ, ਔਰ ਆਪਣੇ ਹੀ ਦੇਸ਼ ਦੇ ਲੋਕਾਂ ਦੇ ਖਿਲਾਫ। ਉਹ ਕਹਿੰਦੇ ਲੋਕਤੰਤਰ ਦੇ ਵਿੱਚ ਦੇਸ਼ ਧਰੋਹ ਦਾ ਕਾਨੂੰਨ ਵਰਤਣ ਦਾ ਕੋਈ ਮਤਲਬ ਨਹੀਂ। ਹਰਿਆਣਾ ਦਾ ਗ੍ਰਹਿ ਮੰਤਰੀ ਅਨਿਲ ਵਿਜ ਹੈ, ਉਹ ਤਾਂ ਇੱਥੋਂ ਤੱਕ ਬੋਲਦਾ ਗਾ, और वो कहता देश विरोध का बीज जिसके भी दिमाग में हो उसका समूल नाश कर देना चाहिए, फिर चाहे वो दिशा रवि हो या कोई और गिल साहब समूल नाश का मतलब की है, अपने मतलब पंजाबी च आपां बी नाश कहने और ये जिहड़ा मतलब अनिल विज बोलिया एक 21-22 सालां दी कुड़ी दी खातर और उस कुड़ी दे खिलाफ जिस तरीके की बीजेपी मुहिम चला रही है, जिस तरीके दे नाल ये पूरा दा पूरा मामला असल दे विच ये चाहुंदे ने कि जिहड़े नौजवान मुंडे कुड़ियां बोल रहे ने उन्हां नूं बंद कीता जावे। दूसरा ये चाहुंदे ने कि वातावरण दा मसला जिहड़ा क्लाइमेट चेंज दा मसला उहनूं इत्थे ही बंद किया जाए। इन्हां ने दिल्ली च दरख्त वड्डे सी, उदों बहुत सारे लोग आ गए सी और लगातार लोग अंतरराष्ट्रीय पद्धर दे उत्ते आवाज़ उठा रहे ने। अगली गल यह कि चाहुंदे ने कि चाहे वह मीना हैरिस बोल रही है, चाहे वह रिहाना बोल रही है, चाहे वह ग्रेटा थनबर्ग बोल रही है, चाहे वह तनमनजीत सिंह ढेसी बोल रहा है, चाहे वह तुहाडे कैनेडा के लोग बोल रहे हैं, चाहे अमरीका तो आवाज़ उठ रही है कि यह सारा कुछ बंद होवे और इन्हां लोकां नूं असीं डरा दईए गिरफ्तारियां करके और इस तरीके दे नाल अंतरराष्ट्रीय पद्धर दे उत्ते मसला ले जाके, जबकि हकीकत यह हैगी कि ये सारे नौजवान ने जिहड़े वो बिल्कुल ही अपने
ਵਾਤਾਵਰਨ ਨੂੰ ਬਚਾਉਣ ਲਈ, ਆਪਣੇ ਦੇਸ਼ ਹਿੱਤਾਂ ਦੇ ਲਈ ਕੰਮ ਕਰ ਰਹੇ ਨੇ ਔਰ ਸਰਕਾਰ ਉਹਨਾਂ ਨੂੰ ਡਰਾ ਧਮਕਾ ਰਹੀ ਆ ਜੀ। ਬਿਲਕੁਲ ਜੀ, ਇੱਥੇ 26 ਜਨਵਰੀ ਨੂੰ ਇੱਕ ਜਿਹੜੀ ਇੰਡੀਅਨ ਕੌਂਸਲ ਜਨਰਲ ਦੇ ਬਾਹਰ ਰੈਲੀ ਹੋਈ ਜਿਸ 'ਚ ਮੋਹ ਧਾਲੀਵਾਲ ਨੇ ਸੰਬੋਧਨ ਕੀਤਾ, ਤੇ ਉਸ ਤੋਂ ਬਾਅਦ ਜੇ ਇਹ ਗੱਲ ਚੱਲ ਰਹੀ ਹੈ ਕਿ ਉਸ ਦੀ ਟੂਲ ਕਿਟ ਤੋਂ ਇਹ ਟੂਲ ਕਿਟ ਗ੍ਰੇਟਾ ਤੱਕ ਪਹੁੰਚਣੀ ਸੀ, ਉਹਨੇ ਇਸ ਨੂੰ ਪਾਉਣਾ ਸੀ ਸੋਸ਼ਲ ਮੀਡੀਆ 'ਤੇ, ਉਹਦੇ 'ਤੇ ਜਿਹੜਾ ਭਾਰਤ ਦੇ ਵਿੱਚ ਇਸ ਦਾ ਪ੍ਰਤੀ ਇਸ ਦੇ ਅਗੇਂਸਟ ਲੋਕ ਬੋਲ ਰਹੇ ਨੇ। ਕੱਲ੍ਹ ਮੈਂ ਪ੍ਰੋਗਰਾਮ 'ਤੇ ਨਵਾਂ ਜਵਾਨਾਂ ਵਾਲੇ ਆਨੰਦ ਉਹਨਾਂ ਦੇ ਬੇਟੇ ਨੂੰ ਸਕੀਰਤ ਨੂੰ ਸੁਣ ਰਿਹਾ ਸੀ ਕਿਤੇ, ਉਹ ਵੀ ਇਹ ਕਹਿ ਰਹੇ ਸੀ, ਕਹਿੰਦੇ ਇਹ ਤਾਂ ਮਤਲਬ ਜਮਾਂ ਹੀ ਲੋਕਤੰਤਰ ਦਾ ਨਾਸ ਹੋ ਗਿਆ। ਹੁਣ ਇਹਦੇ 'ਚ ਜੇ ਸਰਕਾਰ ਨੂੰ, ਭਾਰਤ ਦੀ ਸਰਕਾਰ ਨੂੰ ਦੇਸ਼ ਦੀ ਅਖੰਡਤਾ ਨੂੰ ਖਤਰਾ ਲੱਗਦਾ ਹੈ, ਉਹਨਾਂ ਦੇ ਕੋਲ ਹੱਕ ਹੈ ਕਿ ਉਹ ਇਸ 'ਤੇ ਗੱਲਬਾਤ ਕਰਨ। ਜੇ ਕੋਈ ਉਹਨਾਂ ਦੇ ਕੋਲ ਦੋਸ਼ ਸਿੱਧ ਹੁੰਦੇ ਨੇ ਤਾਂ ਉਹ ਇਸ 'ਤੇ ਗੱਲਬਾਤ ਕਰ ਸਕਦੇ ਨੇ, ਪਰ ਵਾਤਾਵਰਨ ਪ੍ਰੇਮੀ ਗ੍ਰੇਟਾ ਦੇ ਨਾਲ ਤੇ ਇਹ ਕੰਮ ਕਰਨ ਵਾਲੀਆਂ ਜਿਹੜੀਆਂ ਕੁੜੀਆਂ ਦਿਸ਼ਾ ਰਵੀ ਵਗੈਰਾ, ਤੇ ਉਹਨਾਂ ਦਾ ਕਨੈਕਸ਼ਨ ਦੂਸਰੇ ਪਾਸੇ ਕਿਸੇ ਜੋੜਨਾ, ਇਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਪਰ ਇੱਕ ਗੱਲ ਇਹਦੇ ਵਿੱਚ ਇਹ ਹੋ ਗਈ ਵੀ ਜੇ ਸਰਕਾਰ ਜਿਹਨੂੰ ਮਰਜ਼ੀ ਉਹ ਕੁਛ ਕਰ ਸਕਦੀ ਹੈ, ਜਿਹਨੂੰ ਮਰਜ਼ੀ ਫੜ ਸਕਦੀ ਹੈ, ਜਿਹਨੂੰ ਮਰਜ਼ੀ ਛੱਡ ਸਕਦੀ ਹੈ। ਇਹਦੇ 'ਚ ਇਹ ਵੀ ਮੈਨੂੰ ਪਤਾ ਲੱਗਿਆ ਕਿ ਨਿੱਜੀ ਤੌਰ 'ਤੇ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਬਹੁਤ ਨੇੜਿਓਂ ਲਿਆ ਕਿ ਉਸ ਨੂੰ ਲੱਗਿਆ ਕਿ ਉਸ ਦਾ ਜਿਹੜਾ ਉਸ ਦੀਆਂ ਗੱਲਾਂ ਕੀਤੀਆਂ ਹੋਈਆਂ ਉਹਦੇ ਅਗੇਂਸਟ ਇਹ ਵਰਤੀਆਂ ਜਾਣਿਆ ਸੀ, ਜਿਵੇਂ ਉਹ ਚਾਹ ਦੀ ਕੋਈ ਗੱਲ ਕਰਦੇ ਨੇ ਜ਼ਿੰਦਗੀ ਦੇ ਵਿੱਚ, ਜਾਂ ਉਹਨਾਂ ਨੂੰ ਇਹ ਲੱਗਿਆ ਕਿ ਮੇਰੇ 'ਤੇ ਨਿੱਜੀ ਖਤਰਾ। ਇਹ ਵੀ ਇੱਥੇ ਗੱਲ ਚੱਲ ਰਹੀ ਹੈ। ਐਨੀਵੇਜ਼, ਦੁਨੀਆ ਵੇਖਦੀ ਹੈ, ਦੇਸ਼ ਵੇਖਦਾ ਹੈ, ਦੇਸ਼ ਦੇ ਅਧਿਕਾਰ ਖੇਤਰਾਂ ਦੇ ਵਿੱਚ ਇਹ ਨਵਕਰਨ ਗੱਲਾਂ ਹੀ ਨੇ UN ਤੇ ਬਾਹਰੋਂ, ਤੇ ਦੇਸ਼ ਕਿਸੇ ਦੇ ਕੋਈ ਅਧਿਕਾਰ ਖੇਤਰ ਨੇ ਜਿਹੜੇ, ਜਾਂ ਦੇਸ਼ ਜਿਹੜਾ ਕੋਈ ਕਰਨਾ ਚਾਹੇ, ਇੰਟਰਨੈਸ਼ਨਲ ਮੀਡੀਆ ਜਾਂ ਇੰਟਰਨੈਸ਼ਨਲ ਕੋਈ ਗੱਲਬਾਤ ਨਹੀਂ ਹੁੰਦੀ, ਜਾਂ ਦੇਸ਼ ਆਪਣੀ ਗੱਲ 'ਤੇ ਆ ਜਾਂਦੇ ਨੇ, ਉਹ ਕਰ ਜਾਂਦੇ ਨੇ। ਅੱਛਾ, ਹੁਣ ਮੋਰਚੇ ਵਾਲੇ ਪਾਸੇ ਨੂੰ ਚੱਲੀਏ। ਹੁਣ ਮੋਰਚੇ ਦੇ ਬਾਰੇ ਇੱਥੇ ਗੱਲਾਂ ਇਹ ਚੱਲ ਰਹੀਆਂ ਨੇ ਕਿ ਲੱਗਦਾ ਹੈ ਕਿ ਜਿਹੜੇ ਮੋਰਚੇ 'ਤੇ ਬੈਠੇ ਲੀਡਰ ਨੇ ਉਹਨਾਂ ਦੀ ਅੰਦਰੋਂ ਗੱਲਬਾਤ ਹੋਈ ਹੈ, ਉਹਨਾਂ ਨੂੰ ਹਫ਼ਤੇ ਖੰਡ 'ਚ ਫੜ ਲੈਣਗੇ ਤੇ ਮੋਰਚਾ ਖਤਮ ਹੋ ਜਾਏਗਾ। ਇਹਦੇ 'ਤੇ ਮੀਟਿੰਗ ਵੀ ਚੱਲ ਰਹੀ ਹੈ BJP ਦੀ, ਨੱਡਾ ਦੀ ਪ੍ਰਧਾਨਗੀ 'ਚ। ਇਹ ਗੱਲ ਕੁਛ ਸਹੀ ਲੱਗਦੀ ਹੈ ਤੁਹਾਨੂੰ? ਜੀ ਗਿੱਲ ਸਾਹਿਬ, ਦੇਖੋ ਗੱਲ ਇਹ ਹੈਗੀ, ਪਾਸੇ JP ਨੱਡਾ ਦੀ ਪ੍ਰਧਾਨਗੀ ਦੇ ਵਿੱਚ ਹੁਣੇ ਕੁਝ ਸਮਾਂ ਪਹਿਲਾਂ ਮੀਟਿੰਗ ਹੋਈ ਹੈ, ਔਰ ਮੀਟਿੰਗ ਦੇ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਖਾਸ ਕਰਕੇ ਕਿਸਾਨੀ ਨਾਲ ਜੁੜੇ ਹੋਏ ਵਰਕਰ ਆਗੂ ਉਹ ਪਹੁੰਚੇ ਨੇ। ਉਹ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਔਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੀ ਹਾਜ਼ਰ, ਔਰ ਕਿਸਾਨ ਸੰਘਰਸ਼ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ। ਗਿੱਲ ਸਾਹਿਬ, ਅੱਜ ਕਿਸਾਨ ਆਗੂਆਂ ਨੇ ਵੀ ਕਿਹਾ ਵੀ ਜਿਹੜੀਆਂ ਮਹਾਂ ਪੰਚਾਇਤਾਂ ਜਾਂ ਮਹਾਂ ਰੈਲੀਆਂ ਪੰਜਾਬ ਦੇ ਵਿੱਚ ਉਹ ਅਸੀਂ ਨਹੀਂ ਕਰਾਂਗੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਹੋਣਗੀਆਂ, ਕਿਉਂਕਿ ਉਹ ਵੀ ਧਿਆਨ ਆ ਜਿਹੜਾ ਲੋਕਾਂ ਦਾ ਦਿੱਲੀ ਵਾਲੇ ਪਾਸੋਂ ਇਸ ਪਾਸੇ ਨੂੰ ਖਿੱਚ ਰਹੀਆਂ ਨੇ। ਦੂਜੇ ਪਾਸੇ ਵੀ ਚਰਚਾ ਚੱਲਦੀ ਸੀ ਕਿ ਇਹ ਜਿਹੜੀਆਂ ਰੈਲੀਆਂ ਨੇ ਉਹਨਾਂ ਸੂਬਿਆਂ 'ਚ ਤਾਂ ਹੋਣ, ਉਹਨਾਂ ਸੂਬਿਆਂ 'ਚ ਮਹਾਂ ਪੰਚਾਇਤਾਂ ਹੋਣ ਜਿੱਥੇ ਸੰਘਰਸ਼ ਨਹੀਂ ਗਿਆ, ਜਿੱਥੋਂ ਦਾ ਬੱਚਾ ਸੰਘਰਸ਼ ਝੋਕਿਆ ਹੋਇਆ ਉੱਥੇ ਮਹਾਂ ਪੰਚਾਇਤਾਂ ਦਾ ਕੀ ਮਤਲਬ। ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ, ਦੇਖੋ ਕਿਸਾਨ ਜਥੇਬੰਦੀਆਂ ਨੇ ਕੁਝ ਚੀਜ਼ਾਂ ਦੇ ਉੱਤੇ ਜਿਹੜਾ ਸਪਸ਼ਟੀਕਰਨ ਵੀ ਦਿੱਤੇ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰਾਂਗੇ। ਲੱਖਾ ਸਿਧਾਣਾ ਦੇ ਮਸਲੇ ਦੇ ਉੱਤੇ ਵੀ ਅੱਜ ਸਪਸ਼ਟੀਕਰਨ ਆਇਆ। ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਕਿਹਾ ਕਿ ਉਸ ਦਿਨ ਵਾਕਈ ਮੈਂ ਭੇਜਿਆ ਸੀਗਾ ਲੱਖੇ ਸਿਧਾਣੇ ਨੂੰ ਸਟੇਜ ਦੇ ਉੱਤੇ ਕੰਟਰੋਲ ਕਰਨ ਦੇ ਲਈ, ਜਿਹਦੇ 'ਚੋਂ ਇਹ ਲੱਗਦਾ ਗਾ ਕਿ ਲੱਖਾ ਸਿਧਾਣਾ ਦੇ ਮਸਲੇ ਦੇ ਵਿੱਚ ਵੀ ਲਚਕੀਲਾਪਣ ਜਥੇਬੰਦੀਆਂ ਨੇ ਅੱਜ ਦਿਖਾਇਆ ਗਾ, ਔਰ ਲੱਖਾ ਸਿਧਾਣਾ ਨੂੰ ਵੀ ਹਰ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਲੀਗਲ ਟੀਮਾਂ ਦੇ ਵੱਲੋਂ ਪ੍ਰੋਵਾਈਡ ਆ ਜਿਹੜੀ ਉਹ ਕਰਵਾਈ ਜਾਊਗੀ। ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਲ ਸਾਹਿਬ ਲੱਗਦਾ ਇਹ ਸੰਘਰਸ਼ ਹੈਗਾ ਜਿਹੜਾ ਉਹ ਹੋਰ ਵੱਧ ਜਾਨਹੂਲਮਾ ਬਣੂਗਾ, ਕਿਉਂਕਿ ਇੱਕ ਤਾਂ ਇਹ ਹੈਗਾ ਕਿ ਹਾੜੀ ਦਾ ਸੀਜ਼ਨ ਸ਼ੁਰੂ ਹੋਣਾ ਗਾ, ਉਸ ਪਾਸੇ ਨੂੰ ਵੀ ਲੋਕਾਂ ਨੇ ਪੈਣਾ। ਦੂਸਰਾ ਇਹ ਕਿ ਜਿੰਨਾ ਇਸ ਸੰਘਰਸ਼ ਦਾ ਦਾਇਰਾ ਵਿਸ਼ਾਲ ਹੋ ਰਿਹਾ, ਜਿੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਆ ਰਹੇ ਨੇ ਗਾਜ਼ੀਪੁਰ ਵਾਲੇ ਬਾਰਡਰ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ, ਟਿਕਰੀ ਉੱਤੇ, ਬਹਾਦਰਗੜ੍ਹ, ਘੱਟ ਤਾਂ ਘੱਟ ਹੀ ਨਹੀਂ ਰਿਹਾ ਕਿਤੇ, ਔਰ ਹਰ ਥਾਂ ਹੁਣ ਮਾਈਆਂ ਬੀਬੀਆਂ ਜਾ ਰਹੀਆਂ ਨੇ। ਸੋ ਉਹਦੇ 'ਚੋਂ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਅੱਜ ਇਹ ਵੀ ਪਤਾ ਲੱਗਿਆ ਗਾ, ਰਾਜੇਵਾਲ ਸਾਹਿਬ ਦਾ ਬਿਆਨ ਸੀਗਾ ਕਿ ਡੈਡਲੌਕ ਖਤਮ ਹੋ ਸਕਦਾ, ਗੱਲਬਾਤ ਸ਼ੁਰੂ ਹੋ ਸਕਦੀ ਆ। ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਆ ਜਿਹੜੀ ਉਹ ਸ਼ੁਰੂ ਹੋਵੇਗੀ, ਔਰ ਗ੍ਰਿਫਤਾਰੀਆਂ ਵਾਲੇ ਮਸਲੇ 'ਚੋਂ ਤਾਂ ਜਿੰਨੀ ਸਰਕਾਰ ਦੀ ਵਦਖੋਈ ਹੋ ਰਹੀ ਹੈ ਅੰਤਰਰਾਸ਼ਟਰੀ ਲੈਵਲ ਦੇ ਉੱਤੇ, ਲੱਗਦਾ ਸਰਕਾਰ ਨੂੰ ਪਾਸੇ ਹੋਣਾ ਪਵੇਗਾ ਜੀ। ਅੱਛਾ, ਇਹਦੇ 'ਚ ਇੱਕ ਹੋਰ ਦੱਸਿਓ, ਕੱਲ੍ਹ ਮੈਂ ਉਹ ਜਵਾਕਾਂ ਦੀ ਵੀਡੀਓ ਸੁਣ ਰਿਹਾ ਜਿਹੜੇ ਅੰਦਰੋਂ ਜੇਲ੍ਹ 'ਚੋਂ ਨਿਕਲੇ ਵੀ ਅਸੀਂ ਕਿਵੇਂ ਮੋਟਰਸਾਈਕਲਾਂ 'ਤੇ ਗਏ, ਪਹਿਲੀ ਵਾਰ ਦਿੱਲੀ ਗਏ, ਜਿੱਧਰ ਨੂੰ ਟਰੈਕਟਰ ਜਾਂਦੇ ਉੱਧਰ ਨੂੰ ਅਸੀਂ ਗਏ, ਖੋ ਗਏ, ਬਾਅਦ 'ਚ ਪੁਲਿਸ ਸਟੇਸ਼ਨ 'ਚ ਪਤਾ ਕਰਨਗੇ ਜੀ ਅਸੀਂ ਕਿੱਥੇ ਨੂੰ ਜਾਈਏ ਤੇ ਫੜ ਲਏ। ਉਹਨਾਂ ਦੇ ਬਾਰੇ, ਜਾਂ ਤਿਹਾੜ ਜੇਲ੍ਹ ਦੇ ਵਿੱਚੋਂ ਜਿਹੜੇ ਸਾਬਕਾ ਫੌਜੀ ਰਿਹਾ ਬਜ਼ੁਰਗ ਆਏ ਨੇ 80-80 ਵਰ੍ਹਿਆਂ ਦੇ, ਉਹਨਾਂ ਦੇ ਬਾਰੇ ਕੀ ਗੱਲ ਹੈ ਜੀ?
ਜੀ ਫਿਰੋਜ਼ ਸਾਹਿਬ, ਦੇਖੋ ਤਿਹਾੜ ਜੇਲ੍ਹ ਦੇ ਵਿੱਚੋਂ ਜਿਹੜੇ 80 ਸਾਲ ਦੇ ਸਾਬਕਾ ਫੌਜੀ ਨੇ ਜਿਹੜੇ, ਉਹਨਾਂ ਦੀ ਜ਼ਮਾਨਤ ਹੋਈ ਆ। ਤਿਹਾੜ ਜੇਲ੍ਹ ਦੇ ਵਿੱਚੋਂ ਲਗਾਤਾਰ ਜ਼ਮਾਨਤਾਂ ਨੇ ਜਿਹੜੀਆਂ ਉਹ ਹੋਣੀਆਂ ਸ਼ੁਰੂ ਹੋਈਆਂ ਨੇ, ਔਰ ਉਹਦੇ ਵਿੱਚ ਗੱਲ ਸਾਹਿਬ ਇਹ ਹੈਗਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਮਸਲਾ ਆ ਰਿਹਾ, ਕਿਉਂਕਿ ਕੁਛ ਅਜੇ ਤੱਕ ਵੀ ਜਿਹੜੇ ਵਿਅਕਤੀ ਨੇ ਉਹ ਟਰੇਸ ਨਹੀਂ ਹੋ ਪਾਏ ਕਿ ਕਿੱਥੇ ਨੇ। ਕੁਛ ਤਾਂ ਠੀਕ ਹੈਗਾ ਕਿ ਉਹ ਡਰ ਦੇ ਮਾਰੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਚਲੇ ਗਏ ਹੋਣਗੇ, ਕੁਛ ਦੇ ਬਾਰੇ ਇਹ ਵੀ ਪਤਾ ਲੱਗੇਗਾ ਕਿ ਉਹ ਡਰ ਦੇ ਮਾਰੇ ਜਿਹੜਾ ਕਿਸੇ ਪਾਸੇ ਹੋ ਗਏ, ਲੇਕਿਨ ਕੁਛ ਲੋਕ ਅਜੇ ਤੱਕ ਵੀ, ਉਹ ਇਕੱਲੇ ਪੰਜਾਬ ਦੇ ਨਹੀਂ, ਹਰਿਆਣਾ ਉੱਤਰ ਪ੍ਰਦੇਸ਼ ਦੇ ਵੀ ਨੇ, ਜਿਹੜੇ ਟਰੇਸ ਨਹੀਂ ਹੋਏ। ਔਰ ਜਿਹੜੇ ਵਿਅਕਤੀ ਜੇਲ੍ਹ ਦੇ ਵਿੱਚੋਂ ਬਾਹਰ ਵੀ ਆ ਰਹੇ ਨੇ, ਜਿਵੇਂ ਇੱਕ ਬਜ਼ੁਰਗ ਆਏ ਨੇ ਜੀਤ ਸਿੰਘ, ਉਹਨਾਂ ਨੇ ਦੱਸਿਆ 8x8 ਦਾ ਕਮਰਾ, ਉਹਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਤੁੰਨਿਆ ਜਾ ਰਿਹਾ, ਔਰ ਜਿਸ ਤਰੀਕੇ ਦੇ ਨਾਲ ਉਹ ਕਹਿੰਦਾ ਰੋਟੀ ਖਾਂਦਿਆਂ ਨੂੰ ਬਰਾੜੀ ਮੈਦਾਨ ਤੋਂ ਜਿਹੜਾ ਉਹ ਚੱਕ ਲਿਆ ਔਰ ਲਿਜਾ ਕੇ ਸਾਨੂੰ ਕੁੱਟਿਆ ਗਿਆ, ਤਸ਼ੱਦਦ ਕੀਤਾ ਗਿਆ। ਤੋ ਉਹ ਵਿਅਕਤੀਆਂ ਨੂੰ ਜੇਲ੍ਹ ਦੇ ਵਿੱਚ ਲੈ ਗਏ ਜਿਨ੍ਹਾਂ ਨੇ 20-25 ਸਾਲ ਫੌਜ ਚਲਾਏ ਨੇ, ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਜਿਹੜੇ ਨੇ ਰਾਖੀ ਕੀਤੀ ਹੈ। ਉਹਨਾਂ ਨੂੰ ਮਤਲਬ ਇਹ ਪੁੱਛ ਰਹੇ ਨੇ ਕਿ ਤੁਸੀਂ ਤਿਰੰਗੇ ਦਾ ਸਨਮਾਨ ਕਰਦੇ ਹੋ ਕਿ ਨਹੀਂ ਕਰਦੇ। ਔਰ ਉਹਨਾਂ ਜਿਹੜੇ ਬਜ਼ੁਰਗ ਨੇ, ਸੀਨੀਅਰ ਸਿਟੀਜ਼ਨ ਨੇ, ਜਿਸ ਤਰੀਕੇ ਦਾ ਦਿੱਲੀ ਪੁਲਿਸ ਨੇ ਬਿਹੇਵ ਕੀਤਾ, ਬਹੁਤ ਸਾਰੇ ਲੋਕ ਤਾਂ ਉਹ ਨੇ ਜਿਹੜੇ 26 ਜਨਵਰੀ ਨੂੰ ਉੱਥੇ ਹੈ ਹੀ ਨਹੀਂ ਸੀ ਔਰ 27-28 ਨੂੰ ਦਿੱਲੀ ਗਏ, ਉਹਨਾਂ ਨੂੰ ਉਦੋਂ ਬਾਅਦ ਅਰੈਸਟ ਕਰਕੇ 26 ਵਾਲੇ ਕੇਸਾਂ ਦੇ ਵਿੱਚ ਪਾਤਾ। ਇਹ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ। ਤੋ ਹਕੀਕਤ ਇਹ ਹੈਗੀ ਕਿ ਸਰਕਾਰ ਨੇ ਜੋ ਇਸ ਮਸਲੇ 'ਚ ਜਾਂਚ ਕਰਨੀ ਸੀ, ਜੋ ਪੁਲਿਸ ਜਾਂਚ ਹੋਣੀ ਸੀ, ਉਹ ਨਹੀਂ ਹੋਈ। ਔਰ ਜਿਹੜੇ ਲੋਕਾਂ ਨੇ ਨਵਰੀਤ ਸਿੰਘ ਦੇ ਕਤਲ ਦੇ ਲਈ ਜ਼ਿੰਮੇਵਾਰ ਨੇ, ਕਿਉਂਕਿ ਪੁਲਿਸ ਮੁਲਾਜ਼ਮਾਂ ਨੇ ਇੱਕ ਹੋਰ ਵੀ ਵਿਅਕਤੀ ਦੇ ਗੋਲੀ ਮਾਰੀ ਆ ਔਰ ਉਹ ਤਾਂ ਪੁਲਿਸ ਮੰਨ ਨਹੀਂ ਰਹੀ ਆ ਔਰ ਉਹਦਾ ਕੇਸ ਵੀ ਰਜਿਸਟਰ ਨਹੀਂ ਕੀਤਾ। ਤੋ ਇਹ ਪੂਰੇ ਦਾ ਪੂਰਾ ਮਸਲਾ ਇਹ ਹੈਗਾ ਕਿ ਅਸਲ ਦੇ ਵਿੱਚ ਲੋਕਾਂ ਨੂੰ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਔਰ ਲੋਕਾਂ ਦੇ ਉੱਤੇ ਵੱਧ ਤਸ਼ੱਦਦ ਆ ਜਿਹੜਾ ਉਹ ਢਾਹਿਆ ਜਾ ਰਿਹਾ ਹੈਗਾ ਜੀ। ਅੱਛਾ, ਇਹਦੇ ਨਾਲ ਇਹ ਦੱਸਿਓ ਵੀ ਨੌਦੀਪ ਕੌਰ ਦੀ ਕੀ ਗੱਲ ਆ? ਲੇਟੈਸਟ ਜਿਹੜੀਆਂ ਉਹਦੀਆਂ ਜ਼ਮਾਨਤਾਂ ਹੋ ਰਹੀਆਂ ਨੇ ਉਹ ਕਾਹਦੇ 'ਚ ਹੋ ਰਹੀਆਂ ਨੇ ਜੀ, ਤੇ ਕਿਹੜੇ ਕੇਸ ਹੋਰ ਰਹਿ ਗਏ? ਜੀ ਗੱਲ ਸਾਹਿਬ, ਨੌਦੀਪ ਕੌਰ ਦੇ ਉੱਤੇ ਕੁੱਲ 3 ਕੇਸ ਆ ਜਿਹੜੇ ਇਹਨਾਂ ਨੇ ਉਹ ਦਰਜ ਕੀਤੇ ਸੀਗੇ। ਨੌਦੀਪ ਕੌਰ ਨੂੰ 2 ਕੇਸਾਂ ਦੇ ਵਿੱਚ ਜ਼ਮਾਨਤ ਹੋ ਚੁੱਕੀ ਹੈ ਔਰ ਜਬਰੀ ਵਸੂਲੀ ਲਈ, ਕਹਿੰਦੇ ਵੀ ਇਹ ਜਬਰੀ ਵਸੂਲੀ ਕਰਦੀ ਸੀ, ਉਹ ਕੇਸ 'ਚ ਇਹਨੂੰ ਪਹਿਲਾਂ ਜ਼ਮਾਨਤ ਮਿਲ ਗਈ ਨੌਦੀਪ ਕੌਰ ਨੂੰ। ਔਰ ਹੁਣ ਜਿਹੜੀ ਨੌਦੀਪ ਕੌਰ ਨੂੰ ਜਿਸ ਕੇਸ 'ਚ ਜ਼ਮਾਨਤ ਮਿਲੀ 48-49-23-52 ਇਹ ਕੇਸ ਹੈਗਾ, ਜਿਹਦੇ ਦੇ ਵਿੱਚ ਐਡਵੋਕੇਟ ਜਤਿੰਦਰ ਕੁਮਾਰ ਨੇ ਜਿਹੜਾ ਦਲੀਲਾਂ ਦਿੱਤੀਆਂ ਨੇ ਔਰ ਉਹ ਕੇਸ ਦੇ ਵਿੱਚ ਵੀ ਜ਼ਮਾਨਤ ਜਿਹੜੀ ਹੋ ਗਈ। ਹੁਣ ਨੌਦੀਪ ਖਿਲਾਫ ਤੀਜਾ ਕੇਸ ਆਇਆ ਜਿਹੜਾ, ਉਹਦੀ ਸੁਣਵਾਈ ਹੈ ਜਿਹੜੀ ਉਹ ਕੱਲ੍ਹ ਜਾਂ ਪਰਸੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਊਗੀ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨੌਦੀਪ ਕੌਰ ਦੇ ਕੇਸ ਦੇ ਵਿੱਚ ਕਾਫੀ ਜਿਹੜਾ ਮਤਲਬ ਉਹ ਪਹਿਲ ਕਦਮੀ ਕਰ ਰਹੀ ਹੈ। ਸੋ ਇੱਕੇ ਦਿਨ 3 ਕੇਸ ਆ ਜਿਹੜੇ ਨੌਦੀਪ ਦੇ ਖਿਲਾਫ ਉਹ ਦਰਜ ਹੋਏ ਸੀਗੇ, 2 'ਚ ਜ਼ਮਾਨਤ ਹੋ ਗਈ, 1 ਕੇਸ ਆ ਜਿਹੜਾ ਰਹਿੰਦਾ ਗਾ। ਲੱਗਦਾ ਨੌਦੀਪ ਆ ਜਿਹੜੀ ਜਲਦ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਵੇਗੀ ਜੀ। ਮਾੜਾ ਜਿਹਾ ਹੋਲਡ ਕਰਿਓ, ਖਬਰਾਂ ਸੁਣਾ ਦਈਏ ਤੇ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਦੀ ਗੱਲ, ਰਾਜੇ ਵੜਿੰਗ ਉਹਨਾਂ ਦੀ ਗੱਲਬਾਤ ਹੋਏਗੀ। ਹੁਣੇ ਵਾਪਸ ਆਏ। Sherry Punjab News is brought to you by Mahindra Jewelers, jewelry that stays forever. ਸ਼ੇਰੇ ਪੰਜਾਬ AM 600 ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਕੁਝ ਖਾਸ ਖਬਰਾਂ। ਬੀਤੇ ਲੌਂਗ ਵੀਕਐਂਡ ਪੂਰੇ BC ਵਿੱਚ ਦਰਜਨਾਂ ਹੀ ਸਕੂਲਾਂ ਵਿੱਚ COVID-19 ਦੇ ਨਵੇਂ ਪੋਜ਼ਿਟਿਵ ਕੇਸਿਸ ਹੋਣ ਦੀ ਖਬਰ ਮਿਲੀ ਹੈ। ਸ਼ਨੀਚਰਵਾਰ ਤੋਂ ਹੁਣ ਤੱਕ 124 ਨਵੇਂ ਸਕੂਲ ਐਕਸਪੋਜ਼ਰਸ ਬਾਰੇ BC ਸਕੂਲ ਕੋਵਿਡ ਟਰੈਕਰ ਵੱਲੋਂ ਫੇਸਬੁੱਕ ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਰੀਬ 900 ਸਕੂਲਾਂ ਵਿੱਚ ਸਕੂਲ ਈਅਰ ਸ਼ੁਰੂ ਹੋਣ ਤੋਂ ਬਾਅਦ ਇਹ ਅੰਕੜਾ 3000 ਨੂੰ ਛੂ ਚੁੱਕਾ ਹੈ। ਬੀਤੇ ਵੀਕਐਂਡ ਇਹ ਐਕਸਪੋਜ਼ਰਸ ਬਰਨਬੀ, ਕੋਕਿਟਲਮ, ਲੈਂਗਲੀ ਅਤੇ ਸਰੀ ਸਕੂਲ ਡਿਸਟ੍ਰਿਕਟਸ ਵਿੱਚ ਹੋਏ ਹਨ। ਮਾਪਿਆਂ ਅਤੇ ਸਕੂਲ ਕਮਿਊਨਿਟੀ ਨੂੰ ਇਨ੍ਹਾਂ ਐਕਸਪੋਜ਼ਰਸ ਬਾਰੇ ਖਤਰਾ ਹੀ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਲੈਜਰ ਵੱਲੋਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਮੁਤਾਬਿਕ ਕੈਨੇਡੀਅਨਸ ਦੀ ਇੱਕ ਵੱਡੀ ਗਿਣਤੀ ਵੈਕਸੀਨੇਸ਼ਨ ਹਾਸਲ ਕਰਨ ਵਿੱਚ ਅਸਫਲਤਾ ਲਈ ਫੈਡਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਉਧਰ ਸਰਕਾਰ ਦਾ ਕਹਿਣਾ ਹੈ ਕਿ ਜਲਦ ਹੀ ਵੈਕਸੀਨ ਦੀ ਅਵੇਲੇਬਿਲਿਟੀ ਵਿੱਚ ਵਾਧਾ ਵੇਖਣ ਨੂੰ ਮਿਲੇਗਾ ਅਤੇ ਫਾਈਜ਼ਰ ਅਤੇ ਹੋਰ ਵੈਕਸੀਨ ਉਤਪਾਦਕ ਆਪਣੀਆਂ ਓਵਰਸੀਜ਼ ਫੈਕਟਰੀਜ਼ ਨੂੰ ਰੀਟੂਲ ਕਰਨ ਵਿੱਚ ਸਫਲ ਹੋਣਗੇ। ਕੈਨੇਡੀਅਨ ਰੀਅਲ ਏਸਟੇਟ ਐਸੋਸੀਏਸ਼ਨ ਅਨੁਸਾਰ ਜਨਵਰੀ ਮਹੀਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘਰਾਂ ਦੀ ਵਿਕਰੀ ਵਿੱਚ ਕਰੀਬ 35% ਦੀ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਦਸੰਬਰ ਮਹੀਨੇ ਦੇ ਮੁਕਾਬਲੇ ਇਹ ਵਾਧਾ ਕਰੀਬ 2% ਸੀ। ਵੈਨਕੂਵਰ ਦੇ ਵੈਸਟ ਐਂਡ ਵਿੱਚ ਬੀਤੇ ਸ਼ਨੀਚਰਵਾਰ ਇੱਕ ਔਰਤ ਉੱਪਰ ਹੋਏ ਜਿਨਸੀ ਹਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। 24 ਸਾਲਾ ਇਸ ਔਰਤ ਉੱਪਰ ਰਾਤ 9:30 ਵਜੇ ਦੇ ਕਰੀਬ ਉਸ ਵੇਲੇ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ ਜਦੋਂ ਉਹ ਮੈਕਸੀਨ ਲੇਨ ਤੇ ਆਪਣੇ ਘਰ ਵਾਪਸ ਜਾ ਰਹੀ ਸੀ। ਪੁਲਿਸ ਵੱਲੋਂ ਅਪੀਲ ਹੈ ਕਿ ਜੇ ਕੋਈ ਵੀ ਇਸ ਘਟਨਾ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੇ।
ਤੇ ਇਸ ਦੇ ਨਾਲ ਹੀ ਸ਼ੇਰੇ ਪੰਜਾਬ ਰੇਡੀਓ AM 600 ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਜੇ ਤੁਸੀਂ ਸਾਡੇ ਤੱਕ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਜਾਂ ਕੋਈ ਖਬਰ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ 6042040600 ਤੇ ਸੰਪਰਕ ਕਰ ਸਕਦੇ ਹੋ ਜਾਂ news@sherepunjabradio.ca ਤੇ ਈਮੇਲ ਵੀ ਭੇਜੀ ਜਾ ਸਕਦੀ ਹੈ। ਤੇ ਹੁਣ ਨਿਮੀ ਡੋਲਾ ਨੂੰ ਇਜਾਜ਼ਤ ਦਿਓ। ਧੰਨਵਾਦ। ਜਿੱਥੇ ਇਨਸਾਫ ਲਈ ਕਾਨੂੰਨੀ ਲੜਾਈ ਦਾ ਸਿਖਰ ਹੁੰਦਾ ਹੈ, ਉੱਥੇ ਹਮੇਸ਼ਾ ਹੀ ਵਕੀਲ ਬ੍ਰਿਜ ਮੋਹਨ ਨਾਂ ਦਾ ਜ਼ਿਕਰ ਹੁੰਦਾ ਹੈ। 604 598 0988। ਨਵਕਿਰਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਨੇ। ਦੇਸ਼ ਪੰਜਾਬ ਦੇ ਝਰੋਖੇ ਚੋਂ ਸੈਗਮੈਂਟ ਦੇ ਸਪਾਂਸਰ ਨੇ ਸਰਦਾਰ ਸਤਿੰਦਰਪਾਲ ਸਿੰਘ ਬਰਾੜ, ਇਨਵੈਸਟਾ ਪ੍ਰਾਈਮ ਰਿਐਲਟੀ। 604 906 74 13। ਤੁਹਾਡੀਆਂ ਰੀਅਲ ਅਸਟੇਟ ਦੀਆਂ ਸਾਰੀਆਂ ਜ਼ਰੂਰਤਾਂ ਇੱਕ ਜਗ੍ਹਾ ਤੇ ਪੂਰੀਆਂ ਹੁੰਦੀਆਂ। 50 ਦੇ ਕਰੀਬ ਰੀਅਲਟਰ ਨੇ, 2 ਦਫ਼ਤਰ ਨੇ ਸਰੀ ਤੇ ਐਬਸਫੋਰਡ 'ਚ। ਸਤਿੰਦਰਪਾਲ ਸਿੰਘ ਬਰਾੜ। ਅੱਛਾ ਨਵਕਿਰਨ, ਜਿਸ ਤਰ੍ਹਾਂ ਜ਼ਮਾਨਤਾਂ ਹੋ ਰਹੀਆਂ ਨੇ ਨੌਦੀਪ ਦੀਆਂ ਜਾਂ ਤਿਹਾੜ ਜੇਲ੍ਹ ਦੇ ਵਿੱਚੋਂ, ਇੱਕ ਬੰਨੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਅਦਾਲਤੀ ਸਿਸਟਮ ਹੈ ਉਹ ਵੀ ਸਰਕਾਰ ਦੇ ਨਾਲ ਹੀ ਹੈ ਤੇ ਅਦਾਲਤਾਂ ਦੇ ਵਿੱਚ ਕੁਝ ਨਹੀਂ ਹੁੰਦਾ, ਸਿਰਫ ਸਰਕਾਰ ਦੇ ਕਹੇ ਹੁੰਦਾ ਹੈ, ਪਰ ਨਾਲ ਹੀ ਇਹ ਜ਼ਮਾਨਤਾਂ ਹੋ ਰਹੀਆਂ ਨੇ। ਇਹਦਾ ਮਤਲਬ ਜੱਜ ਦਾ ਫਰਕ ਹੈ ਜਿਹੜਾ ਜਿਹਦੇ ਕੋਲ ਕੇਸ ਹੈ, ਜਾਂ ਫਿਰ ਛੋਟੇ-ਮੋਟੇ ਕੇਸਾਂ ਦੇ ਵਿੱਚ ਜ਼ਮਾਨਤਾਂ ਦੇ ਕੇ ਵੱਡਿਆਂ ਕੇਸਾਂ ਦੇ ਵਿੱਚ ਉਲਝਾਇਆ ਜਾ ਸਕਦਾ ਹੈ। ਇਹ ਇੱਕ ਸੁਨੇਹਾ ਸਰਕਾਰ ਦੇ ਰਹੀ ਹੈ। ਜੀ ਗਿੱਲ ਸਾਹਿਬ, ਦੇਖੋ ਦੋਨੇ ਚੀਜ਼ਾਂ ਹੀ ਨੇ। ਕੁਝ ਜਿਹੜੇ ਜੱਜ ਨੇ ਉਹ ਵੀ ਆਪਣੇ ਪੱਧਰ ਦੇ ਉੱਤੇ ਇਸ ਤਰੀਕੇ ਦੇ ਜਿਹੜੇ ਫੈਸਲੇ ਨੇ ਉਹ ਦੇ ਦਿੰਦੇ ਨੇ ਕਈ ਵਾਰ। ਔਰ ਇਹ ਜਿਹੜੀਆਂ ਜ਼ਮਾਨਤਾਂ ਹੋ ਰਹੀਆਂ ਨੇ ਜ਼ਿਆਦਾਤਰ ਮਾਮਲਿਆਂ ਦੇ ਵਿੱਚ, ਉਹ ਕੇਸ ਜਿਹੜੇ ਛੋਟੇ ਨੇ। ਕੁਝ ਕੇਸ ਜਿਹੜੇ ਇਹਨਾਂ ਨੇ UAPA ਤਹਿਤ ਦਰਜ ਕੀਤੇ ਸੀ, ਉਹਨਾਂ 'ਚ ਕਿਸੇ 'ਚ ਜ਼ਮਾਨਤ ਨਹੀਂ ਅਜੇ ਤੱਕ ਹੋਈ। ਕੁਝ ਕੇਸ ਨੇ ਜਿਹੜੇ ਇਹਨਾਂ ਨੇ ਦੇਸ਼ ਧਰੋਹ ਦੇ ਤਹਿਤ ਦਰਜ ਕੀਤੇ ਸੀ, ਉਹਨਾਂ 'ਚੋਂ ਕਿਸੇ ਵਿੱਚ ਜ਼ਮਾਨਤ ਨਹੀਂ ਹੋਈ। ਸੋ ਜਿਹੜੀਆਂ ਜ਼ਮਾਨਤਾਂ ਹੋ ਰਹੀਆਂ ਨੇ, ਕੁਝ ਮਤਲਬ ਸੀਨੀਅਰ ਸਿਟੀਜ਼ਨ ਨੇ, ਕੁਝ ਬਜ਼ੁਰਗ ਨੇ, ਕੁਝ ਇਸ ਰੂਪ ਦੇ ਵਿੱਚ ਹੋ ਰਹੀਆਂ ਕਿ ਉਹਨਾਂ ਦੇ ਉੱਤੇ ਧਾਰਾਵਾਂ ਘੱਟ ਲੱਗੀਆਂ ਸੀ। ਕੁਝ ਮਤਲਬ ਪੁਲਿਸ ਦੇ ਲਈ ਔਖਾ ਸੀਗਾ ਜਿਹੜਾ ਉਹ ਕੇਸ ਨੂੰ ਲਿਜਾ ਕੇ ਲੋਕਾਂ ਦੇ ਸਾਹਮਣੇ ਰੱਖਣਾ, ਕਿਉਂਕਿ ਉਹ ਗ੍ਰਿਫਤਾਰੀਆਂ ਹੀ ਕੋਈ ਕਿਤੋਂ ਹੋਈ ਆ, ਕੋਈ ਕਿਤੋਂ ਹੋਈ ਆ। ਸੋ ਇਸ ਕਰਕੇ ਜਿਹੜੀਆਂ ਜ਼ਮਾਨਤਾਂ ਉਹ ਹੋ ਰਹੀਆਂ ਨੇ। ਜਿਹੜਾ ਨੌਦੀਪ ਕੌਰ ਦਾ ਮਸਲਾ ਹੈ, ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉੱਠ ਖੜਿਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਰਕਾਰ ਘਿਰਦੀ ਦਿਖਾਈ ਦਿੰਦੀ ਹੈ। ਇੱਕ ਕੁੜੀ ਦਾ ਮਸਲਾ ਹੈ, ਔਰ ਇਸ ਕਰਕੇ ਵੀ ਉਹ ਕੇਸ ਆ ਜਿਹੜਾ ਲੋਕਾਂ ਦਾ ਜਿੰਨਾ ਪ੍ਰੈਸ਼ਰ ਬਣਿਆ, ਜਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੋਂ ਦਬਾਅ ਪਿਆ, ਉਹ ਵੀ ਇੱਕ ਕਾਰਨ ਜਿਹੜਾ ਨੌਦੀਪ ਵਾਲੇ ਮਸਲੇ ਦੇ ਵਿੱਚ ਨਜ਼ਰ ਆ ਰਿਹਾ ਜੀ। ਲੱਖੇ ਸਿਧਾਣੇ ਤੇ ਦੀਪ ਸਿੱਧੂ ਦੇ ਬਾਰੇ, ਲੱਖੇ ਸਿਧਾਣੇ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇ ਮਾਰ ਰਹੀ ਹੈ ਤੇ ਦੀਪ ਸਿੱਧੂ ਦੇ ਬਾਰੇ ਕੁਝ ਖਬਰ, ਦੋਨਾਂ ਦੇ ਬਾਰੇ। ਜੀ ਦੀਪ ਸਿੱਧੂ ਦਾ ਪੁਲਿਸ ਰਿਮਾਂਡ ਆ ਜਿਹੜਾ ਉਹ ਹੋਰ ਵਧਾ ਦਿੱਤਾ ਗਿਆ ਗਾ। ਉਹਨੂੰ ਪੇਸ਼ ਕੀਤਾ ਗਿਆ ਸੀ ਔਰ 7 ਦਿਨ ਦੇ ਲਈ ਪੁਲਿਸ ਰਿਮਾਂਡ ਆ ਜਿਹੜਾ ਉਹ ਹੋਰ ਵਧਾਇਆ ਗਿਆ ਗਾ। ਦੀ ਲੱਖੇ ਸਿਧਾਣੇ ਬਾਰੇ ਇਹੀ ਆ। ਲੱਖੇ ਸਿਧਾਣੇ ਦੇ ਕਈ ਥਾਵਾਂ ਦੇ ਉੱਤੇ ਪੁਲਿਸ ਨੇ ਜਿਹੜੀ ਛਾਪੇਮਾਰੀ ਆ ਉਹ ਕਰਨ ਦੀਆਂ ਖਬਰਾਂ ਕਨਸੂਹਾਂ ਨੇ ਜਿਹੜੀਆਂ ਉਹ ਆ ਰਹੀਆਂ ਨੇ, ਲੇਕਿਨ ਉਹ ਡਟਿਆ ਹੋਇਆ ਕਿਸਾਨ ਸੰਘਰਸ਼ ਦੇ ਵਿੱਚ। ਔਰ ਉੱਥੇ ਹੁਣ ਕਿਸਾਨ ਆਗੂਆਂ ਦੇ ਨਾਲ ਵੀ ਉਹਦੀ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ। ਔਰ ਇਹ ਵੀ ਪਤਾ ਲੱਗਿਆ ਹੈਗਾ ਕਿ ਕਿਸਾਨ ਆਗੂਆਂ ਨੇ ਵੀ, ਕਿਉਂਕਿ ਕਿਸਾਨ ਆਗੂਆਂ ਦੇ ਉੱਤੇ ਵੀ ਸੇਮ ਕੇਸ ਹੈ, ਉਹਨਾਂ ਨੂੰ ਵੀ ਕਿਸੇ ਸਮੇਂ ਪੁਲਿਸ ਅਰੈਸਟ ਕਰ ਸਕਦੀ ਆ। ਔਰ ਲੇਕਿਨ ਜਿਸ ਤਰੀਕੇ ਦਾ ਉੱਥੇ ਇਕੱਠ ਹੈ, ਜਿਸ ਤਰੀਕੇ ਦਾ ਜਾਹੋ ਜਲਾਵਾ, ਉਹਦੇ 'ਚੋਂ ਕਿਸੇ ਵੀ ਬੰਦੇ ਨੂੰ ਅਰੈਸਟ ਕਰਨਾ ਗਾ ਜਿਹੜਾ ਉਹ ਸੌਖਿਆਂ ਸੰਭਵ ਨਹੀਂ ਹੈ ਜੀ। ਅੱਛਾ, ਪੰਚਾਇਤੀ ਚੋਣਾਂ ਜਿਹੜੀਆਂ ਕਾਰਪੋਰੇਸ਼ਨਾਂ ਦੀਆਂ, ਕੌਂਸਲਾਂ ਦੀਆਂ ਚੋਣਾਂ, ਰਾਜੇ ਵੜਿੰਗ ਦੀ ਵੀ ਇੱਕ ਖਬਰ ਦਿਓ। ਕਿਸੇ ਦਰਜੀ ਨੂੰ ਗਾਲਾਂ ਕੱਢੀ ਜਾਂਦਾ ਕੁੜਤੇ ਪਜਾਮਾ ਸਿਉਣ ਦੇ, ਉਹਨੇ ਪੈਸੇ ਮੰਗ ਲਏ। ਜੀ ਗਿੱਲ ਸਾਹਿਬ, ਤੁਸੀਂ ਦੇਖੋ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਗਿੱਦੜਬਾਹੇ ਦਾ MLA ਆ, ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਹੈਗਾ, ਔਰ ਉਹ ਲਗਾਤਾਰ ਵਿਵਾਦਾਂ ਦੇ ਵਿੱਚ ਰਹਿੰਦਾ। ਉਹਦੇ ਕਿੰਨੇ ਵਿਵਾਦ ਪਿਛਲੇ ਸਮੇਂ ਦੇ ਵਿੱਚ ਚਰਚਾ 'ਚ ਆਏ। ਕੇਰਾਂ ਕਹਿੰਦਾ ਸ਼ਮਸ਼ਾਨ ਘਾਟ ਹੈ ਅਜਿਹਾ ਬਣਾ ਦਾਂਗੇ, ਮਰਨ ਨੂੰ ਜੀ ਕਰੂਗਾ। ਔਰ ਇੱਕ ਵਾਰ ਉਹ ਮਤਲਬ ਕਿਸੇ ਦੇ ਘਰੇ ਜਾ ਕੇ ਮਜ਼ਦੂਰ ਦੇ ਰੋਟੀ ਖਾਣ ਦਾ ਵੀ ਉਹਦਾ ਮਤਲਬ ਇੱਕ ਡਰਾਮਾ ਸਾਹਮਣੇ ਆਇਆ ਸੀ। ਔਰ ਉਸ ਤੋਂ ਬਾਅਦ ਇੱਕ ਵਿਅਕਤੀ ਦੇ ਉੱਤੇ ਕੇਸ ਦਰਜ ਕਰਾਉਣ ਦੀ ਉਹਦੀ ਆਡੀਓ ਜਿਹੜੀ ਉਹ ਵੀ ਵਾਇਰਲ ਹੋਈ ਸੀ। ਸੋ ਲਗਾਤਾਰ ਵਿਵਾਦਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਾ ਵੜਿੰਗ ਰਹਿੰਦਾ। ਹੁਣ ਜਿਹੜਾ ਮੌਜੂਦਾ ਮਾਮਲਾ ਹੈਗਾ, ਉਹ ਮਾਮਲਾ ਇੱਕ ਦਰਜੀ ਹੈ, ਦਰਜੀ ਪੈਸੇ ਮੰਗ ਰਿਹਾ ਹੈਗਾ। ਉਹਨੇ ਕੱਪੜੇ ਕੁੜਤਾ ਪਜਾਮਾ ਸਿਉਂਤਾ ਹੈਗਾ, 3 ਸਾਲ ਦੇ ਪੈਸੇ ਖੜੇ ਨੇ, 27,000 ਰੁਪਇਆ। ਔਰ ਜਦੋਂ ਦਰਜੀ ਨੇ ਮੰਗਿਆ, ਉਹ ਕਹਿੰਦਾ ਵੀ ਮੈਂ ਤਾਂ ਮਤਲਬ ਪਹਿਲਾਂ ਮੇਰੇ ਪੈਸੇ ਦੇ ਦਿਓ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਕੱਪੜੇ ਸਿਲਾਈ ਕਰੂੰਗਾ। ਤਾਂ ਉਸ ਤੋਂ ਬਾਅਦ ਇਹਨੇ ਫੋਨ ਲਾਇਆ ਉਸਨੂੰ, ਅਗਲੇ ਦੇ ਮਤਲਬ ਜਿਹੜਾ ਦਰਜੀ ਹੈ ਉਹਦੀ ਰਿਕਾਰਡਿੰਗ ਲੱਗੀ ਹੋਈ ਸੀ। ਫੋਨ ਲਾ ਕੇ ਮਤਲਬ ਉਹਨੂੰ ਗਾਲਾਂ ਕੱਢ ਰਿਹਾ, ਕਹਿੰਦਾ ਵੀ ਤੇਰਾ ਜੁੱਤੀਆਂ ਮਾਰ ਕੇ ਸਿਰਗੰਜਾ ਕਰ ਦੂੰਗਾ। ਰਾਜਾ ਵੜਿੰਗ ਉਹਨੂੰ ਗਾਲਾਂ ਕੱਢ ਰਿਹਾ, ਕਹਿੰਦਾ ਤੂੰ ਹੁੰਦਾ ਕੌਣ ਆ ਐ ਪੈਸੇ ਮੰਗਣ। ਉਹ ਕਹਿੰਦਾ ਵੀ ਮੈਂ ਗਲਤੀ ਕੀ, ਮੇਰਾ ਗੁਨਾਹ ਕੀ ਆ, ਮੈਨੂੰ ਇਹ ਦੱਸੋ ਵੜਿੰਗ ਜੀ। ਮੈਂ ਮਤਲਬ ਜੋ ਤੁਹਾਡਾ ਸਿਲਾਈ ਕੀਤੀ ਹੈ, ਮੇਰਾ ਮਿਹਨਤਾਂ ਨਾਲ ਪੈਸੇ ਮੰਗ ਲਏ, ਕਹਿੰਦਾ ਤੂੰ ਬੇਇੱਜ਼ਤੀ ਕਰਦਾ ਤੂੰ। ਮਤਲਬ ਉਹਨੂੰ ਕਾਫੀ ਜਿਹੜਾ ਜਲੀਲ ਇਹਨੇ ਉਹ ਕੀਤਾ ਦਰਜੀ ਨੂੰ।
ਹਾਲਾਂਕਿ ਇਹ 3 ਕੁ ਮਹੀਨੇ ਪੁਰਾਣੀ ਆਡੀਓ ਆ, ਅੱਜ ਵਾਇਰਲ ਹੋਈ ਹੈ ਗਿੱਲ ਸਾਹਿਬ। ਔਰ ਹੁਣ ਇਹ ਕਹਿੰਦਾ ਮੈਂ 1.5 ਮਹੀਨਾ ਪਹਿਲਾਂ ਆਪ ਹੀ ਰਾਜਾ ਵੜਿੰਗ ਸਪਸ਼ਟੀਕਰਨ ਵੀ ਦਿੱਤਾ ਕਿ ਮੈਂ 1.5 ਮਹੀਨਾ ਪਹਿਲਾਂ ਇਹਦੇ ਪੈਸੇ ਆ ਜਿਹੜੇ ਉਹ ਦੇ ਚੁੱਕਿਆਗਾ। ਤਾਂ ਅੱਜ 3 ਕੁ ਮਹੀਨੇ ਬਾਅਦ ਇਹ ਮਤਲਬ ਜਿਹੜੀ ਆਡੀਓ ਆ ਉਹ ਵਾਇਰਲ ਹੋਈ ਆ। ਭਾਵੇਂ ਵੀ ਮਸਲਾ 3 ਮਹੀਨੇ ਪੁਰਾਣਾ ਹੈ, ਲੇਕਿਨ ਅੱਜ ਜਦੋਂ ਆਡੀਓ ਵਾਇਰਲ ਹੋਈ, ਅੱਜ ਜਦੋਂ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆਗਾ, ਤਾਂ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ, ਇੱਕ ਜਿਹੇ MLA ਨੂੰ, ਔਰ ਉਹਦੇ ਤੇ ਸਵਾਲ ਇਹ ਉੱਠਣ ਵੀ ਭਾਈ ਉਹ ਜਿਹੜਾ ਉਹ 27,000 ਰੁਪਇਆ ਨਹੀਂ ਦਿੰਦਾ। ਤੋ ਇਹ ਆਪਣੇ ਆਪ 'ਚ ਬਹੁਤ ਸਾਰੇ ਸਵਾਲ ਨੇ ਜੀ। ਅਖੀਰ ਦੇ ਵਿੱਚ ਕੋਈ ਹੋਰ ਖਬਰ ਜਿਹਦਾ ਧਿਆਨ ਤੁਸੀਂ ਦਿਵਾਉਣਾ ਚਾਹੁੰਦੇ ਹੋ? ਜੀ ਗਿੱਲ ਸਾਹਿਬ, ਇੱਕ ਹੋਰ ਮੰਦਭਾਗੀ ਘਟਨਾ ਵਾਪਰੀ ਮੱਧ ਪ੍ਰਦੇਸ਼ ਦੇ ਵਿੱਚ। ਅੱਜ ਇੱਕ ਬੱਸ ਆ ਜਿਹੜੀ ਉਹ ਨਹਿਰ 'ਚ ਡਿੱਗ ਪਈ, 45 ਮੌਤਾਂ ਹੋ ਗਈਆਂ। ਅੱਜ ਇਹ ਬਹੁਤ ਮੰਦਭਾਗੀ ਘਟਨਾ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਦੇ ਰਾਮਪੁਰ ਨੈਕਨ ਦੇ ਨੇੜੇ ਜਿਹੜਾ ਇਹ ਘਟਨਾ ਵਾਪਰੀ ਹੈ। ਬੱਸ ਪੁਲ ਤੋਂ ਹੇਠਾਂ ਡਿੱਗ ਪਈ, 45 ਮੌਤਾਂ ਹੋਈਆਂ, 7 ਵਿਅਕਤੀ ਬਚੇ ਨੇ, ਉਹ ਤੈਰ ਕੇ ਬਾਹਰ ਆ ਗਏ। ਅਸਲ ਦੇ ਵਿੱਚ ਇਹ ਤੀਜੀ ਘਟਨਾ ਹੈ 3 ਦਿਨਾਂ ਦੇ ਵਿੱਚ ਗਿੱਲ ਸਾਹਿਬ, ਤੀਜੀ ਘਟਨਾ ਵੱਡੀ ਵਾਪਰੀ ਹੈ। ਇਸ ਤੋਂ 2 ਦਿਨ ਪਹਿਲਾਂ ਜਿਹੜੀ ਆਂਧਰਾ ਪ੍ਰਦੇਸ਼ ਦੇ ਕਰਨੂਲ ਜ਼ਿਲ੍ਹੇ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ, 8 ਬੱਚਿਆਂ ਸਮੇਤ 14 ਮੌਤਾਂ ਹੋਈਆਂ। ਇਹ ਮਿੰਨੀ ਬੱਸ ਰਾਹੀਂ ਅਜਮੇਰ ਦਰਗਾਹ ਜਿਹੜਾ ਮੱਥਾ ਟੇਕਣ ਜਾ ਰਹੇ ਸੀ, ਔਰ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੇ ਇਹ ਰਹਿਣ ਵਾਲੇ ਸੀਗੇ। ਔਰ ਦੂਜੀ ਘਟਨਾ ਜਿਹੜੀ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ 'ਚ ਇੱਕ ਟਰੱਕ ਪਲਟਿਆ, ਜਿਹਦੇ ਕਰਕੇ 16 ਮਜ਼ਦੂਰਾਂ ਦੀ ਮੌਤ ਹੋਈ। ਟਰੱਕ ਆ ਜਿਹੜਾ ਪਪੀਤੇ ਲੈ ਕੇ ਜਾ ਰਿਹਾ ਸੀ, ਕੱਲ੍ਹ ਦੀ ਖਬਰ ਹੈ, ਔਰ ਧੂਲੇ ਤੋਂ ਯਾਵਲ ਤਹਿਸੀਲ ਆ ਜਿਹੜਾ ਉਹ ਜਾ ਰਿਹਾ ਸੀ। ਔਰ ਤੀਜੀ ਜਿਹੜੀ ਅੱਜ ਘਟਨਾ ਵਾਪਰੀ ਆ ਮੱਧ ਪ੍ਰਦੇਸ਼ ਦੇ ਵਿੱਚ, ਇਹ ਤਿੰਨੇ ਘਟਨਾਵਾਂ ਲਗਭਗ ਇੱਕੋ ਜਿਹੀਆਂ ਨੇ, ਔਰ ਇਹ ਘਟਨਾਵਾਂ ਦੱਸਦੀਆਂ ਨੇ ਕਿ ਕਿਸ ਤਰੀਕੇ ਦੀ ਲਾਪਰਵਾਹੀ ਹੈ ਜਿਹੜੀ ਉਹ ਵਰਤੀ ਜਾ ਰਹੀ ਹੈ, ਕਿਸ ਤਰੀਕੇ ਦੇ ਰੂਲਸ ਐਂਡ ਰੈਗੂਲੇਸ਼ਨ 'ਚ ਹੈ ਨਹੀਂਗੇ, ਔਰ ਕਿਵੇਂ ਜਿਹੜੇ ਮਤਲਬ ਆਮ ਲੋਕਾਂ ਦੀ ਜ਼ਿੰਦਗੀ ਹੈ ਉਹਨੂੰ ਖਤਰੇ ਦੇ ਵਿੱਚ ਪਾਇਆ ਜਾ ਰਿਹਾ। ਔਰ ਤੀਜੀ ਘਟਨਾ ਅੱਜ ਵਾਪਰੀ ਹੈ ਜਿਹਦੇ 'ਚ 45 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਸ ਤੋਂ ਇਲਾਵਾ ਗਿੱਲ ਸਾਹਿਬ, ਸ਼ਹਿਰੀ ਚੋਣਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਕੌਂਸਲ ਚੋਣਾਂ ਹੋਈਆਂ ਨੇ, ਚੋਣਾਂ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਨਜ਼ਰ ਆਈ ਹੈ, ਬੂਥ ਕੈਪਚਰਿੰਗ ਤੱਕ ਦੀ ਗੱਲਾਂ ਸਾਹਮਣੇ ਆਈਆਂ ਨੇ। ਅੱਜ ਪਟਿਆਲੇ ਦੇ ਸਮਾਣਾ ਤੇ ਪਾਤੜਾਂ ਦੇ ਵਿੱਚ ਜਿਹੜਾ ਉਹ ਪੋਲਿੰਗ ਹੋਈ ਆ 3 ਬੂਥਾਂ ਦੇ ਉੱਤੇ ਦੁਬਾਰੇ। ਕੱਲ੍ਹ ਨੂੰ ਮੋਹਾਲੀ ਦੇ ਵਿੱਚ ਜਿਹੜੀ ਆ ਉਹ ਕੁਛ ਬੂਥਾਂ ਦੇ ਉੱਤੇ ਦੁਬਾਰੇ ਪੋਲਿੰਗ ਹੋਣੀ ਹੈ। ਕੱਲ੍ਹ ਨੂੰ ਨਤੀਜੇ ਆਉਣੇ ਨੇ, ਔਰ ਨਤੀਜਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਤ ਆ ਜਿਹੜੀ ਉਹ ਸਾਹਮਣੇ ਆਉਂਦੀ ਆ, ਉਹ ਲਗਭਗ ਪਤਾ ਹੀ ਹੈਗਾ ਕਿ ਜਿਸ ਦੀ ਲਾਠੀ ਉਸਕੀ ਭੈਂਸ, ਔਰ ਜਿਨ੍ਹਾਂ ਦੀ ਸਰਕਾਰ ਆ ਪੰਜਾਬ ਦੇ ਵਿੱਚ, ਲੱਗਦਾ ਹੀ ਹੈਗਾ ਕਿ ਉਹ ਜ਼ਿਆਦਾਤਰ ਸੀਟਾਂ ਦੇ ਉੱਤੇ ਕਾਬਜ਼ ਹੋ ਜਾਣਗੇ। ਲੇਕਿਨ ਮੋਹਾਲੀ ਦੇ ਵਿੱਚ ਕੱਲ੍ਹ ਨੂੰ ਵੋਟਾਂ ਪੈਣੀਆਂ, ਇਸ ਕਰਕੇ ਉੱਥੇ ਦੇ ਨਤੀਜੇ ਨੇ ਜਿਹੜੇ ਸ਼ਾਇਦ ਇੱਕ ਦਿਨ ਜਿਹੜੇ ਉਹ ਲੇਟ ਆਉਣ। ਸੋ ਇਹ ਜੋ ਚੋਣਾਂ ਦੇ ਵਿੱਚ ਹੋਇਆ, ਇੱਕ ਲੋਕਤੰਤਰਿਕ ਕਹੇ ਜਾਂਦੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦੀ ਹਿੰਸਾ, ਇਹ ਸਭ ਤੋਂ ਛੋਟੀ ਪੌੜੀ ਹੈ ਲੋਕਤੰਤਰ ਦੀ, ਜਿਹਨੂੰ ਕਿਹਾ ਜਾਂਦਾ ਹੈਗਾ ਮਿਊਨਿਸਪਲ ਚੋਣਾਂ ਜਾਂ ਪੰਚਾਇਤੀ ਚੋਣਾਂ ਪਿੰਡਾਂ ਵਾਲੀਆਂ। ਇਹ ਸ਼ਹਿਰਾਂ ਦੇ ਵਿੱਚ ਜੋ ਹੋਇਆ, ਖਾਸ ਕਰਕੇ ਇਹਨਾਂ ਦਿਨਾਂ 'ਚ ਜਦੋਂ ਕਿਸਾਨ ਸੰਘਰਸ਼ ਚੱਲ ਰਿਹਾ ਹੈਗਾ, ਤਾਂ ਇਹ ਬਹੁਤ ਮੰਦਭਾਗਾ ਜਿਹੜਾ ਉਹ ਵਰਤਾਰਾ ਵਾਪਰਿਆ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਬਹੁਤ। ਤੇ ਕੱਲ ਨੂੰ ਫੇਰ 9:15 ਤੇ ਤੁਹਾਡੇ ਨਾਲ ਸਾਂਝ ਪਏਗੀ। ਆਪਣਾ ਖਿਆਲ ਰੱਖਣਾ, ਚੜ੍ਹਦੀ ਕਲਾ, ਸ਼ੁਭ ਸ਼ਾਮਾਂ। ਸ਼ੁਕਰੀਆ ਜੀ। ਸਰ ਨਮਕਿਨ ਸਿੰਘ ਪੱਤੀ ਪੰਜਾਬ ਤੋਂ ਗੱਲਬਾਤ ਕਰ ਰਹੇ ਸੀ, ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਛੋਟਾ ਜਿਹਾ ਵਪਾਰਕ ਵਕਫਾ, ਉਸ ਤੋਂ ਬਾਅਦ ਗੰਗਵੀਰ ਰਠੌਰ ਗੱਲਬਾਤ ਕਰਨਗੇ ਰਾਹੋਂ ਤੋਂ। ਗੰਗਵੀਰ ਰਠੌਰ ਹੋਣੀ ਮੇਰੇ ਨਾਲ ਨੇ ਪੰਜਾਬ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਸੰਘਰਸ਼ ਦੇ ਬਾਰੇ ਕੀ ਸੋਚਦੇ ਨੇ। ਰਠੌਰ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਰਠੌਰ ਸਾਹਿਬ, ਇਹ ਦੱਸੋ ਕਿ ਪਿਛਲੇ 2 ਮਹੀਨਿਆਂ ਕੀ ਰਾਦਰ 4 ਮਹੀਨਿਆਂ ਤੋਂ ਤੁਸੀਂ ਸਦਾ ਫੇਸਬੁੱਕ ਤੇ ਲਿਖਦੇ ਆਏ ਕਿਸਾਨ ਮੋਰਚੇ ਦੇ ਬਾਰੇ। ਕਿਸਾਨ ਮੋਰਚੇ ਦੇ 26 ਜਨਵਰੀ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਈਆਂ, ਇੱਕ ਮੁੰਡੇ ਦੀ ਡੇਵਡਵਾ ਸਾਹਿਬ ਦੇ ਪੋਤਰੇ ਦੀ ਗੋਲੀ ਲੱਗ ਕੇ ਸ਼ਹੀਦੀ ਹੋਈ, ਦੀਪ ਸਿੱਧੂ ਫੜਿਆ ਗਿਆ, ਲੱਖੇ ਦੇ ਲਈ ਜਿਹੜੇ ਨੇ ਛਾਪੇ ਵੱਜ ਰਹੇ ਨੇ, ਨੌਜਵਾਨ ਤਬਕਾ ਜਿਹੜਾ ਹੈ ਉਹਦਾ ਦਿਲ ਟੁੱਟਿਆ ਹੋਇਆ ਤੇ ਲੀਡਰਸ਼ਿਪ ਨੂੰ ਉਹ ਉਂਗਲਾਂ ਕਰ ਰਹੇ ਨੇ ਕਿ ਲੀਡਰਸ਼ਿਪ ਲੱਖੇ ਨੂੰ ਵੀ ਪ੍ਰੋਟੈਕਟ ਨਹੀਂ ਕਰ ਰਹੀ, ਕਹਿ ਨਹੀਂ ਰਹੀ ਕਿ ਆਹ ਬੈਠਾ ਸਾਡੇ ਕੋਲ ਲੱਖਾ ਫੜ ਲਓ ਜਿਹਨੇ ਫੜਨਾ। ਕਿੱਧਰ ਨੂੰ ਜਾ ਰਿਹਾ ਮਹਾਨ ਜੀ, ਕੀ ਹੋਏਗਾ? ਦੇਖੋ ਜੀ, ਇਸ ਪੂਰੇ ਕਿਸਾਨ ਅੰਦੋਲਨ ਨੂੰ ਆਪਾਂ 2-3 ਪੱਖਾਂ ਤੋਂ ਦੇਖਾਂਗੇ। ਜੋ ਮੈਨੂੰ ਮਹਿਸੂਸ ਹੋਇਆ ਕਿ ਇੱਕ ਚੰਗਾ ਐਕਸਪੀਰੀਅੰਸ ਤੇ ਇੱਕ ਮਾੜਾ ਐਕਸਪੀਰੀਅੰਸ ਜੀ। ਤੇ ਆਪਾਂ ਜੇ ਥੋੜਾ ਜਿਹਾ ਦੇਖ ਲਈਏ ਚੰਗੇ ਐਕਸਪੀਰੀਅੰਸ ਜੋ ਦੇਖ ਲਈਏ, ਤੇ ਇੱਕ ਲਾਮਬੰਦੀ ਹੋਈ ਸੀ ਪੰਜਾਬ 'ਚ ਕਿਸਾਨਾਂ ਦੀ ਆਪਣੇ ਹੱਕਾਂ ਲਈ। ਕਿ ਉਦੋਂ ਲੱਗ ਰਿਹਾ ਸੀਗਾ ਵੀ ਪੰਜਾਬ 'ਚ ਇੱਕ ਦੌਰ 'ਚ ਸਾਨੂੰ ਲੱਗਦਾ ਸੀਗਾ ਕਿ ਕੋਈ ਪੰਜਾਬ 'ਚ ਮੂਵਮੈਂਟ ਲਈ ਕੋਈ ਥਾਂ ਨਹੀਂ ਹੈ ਕਿਸੇ ਤਰ੍ਹਾਂ ਦੀ, ਐਜੀਟੇਸ਼ਨਾਂ ਲਈ ਜਿਹੜਾ ਸਮਾਂ ਉਹ ਖਤਮ ਹੋ ਗਿਆ।
ਤੇ ਇਸ ਕਿਸਾਨ ਅੰਦੋਲਨ ਨੇ ਇੱਕ ਬੰਦੇ ਨੂੰ ਆਸ ਦਿੱਤੀ ਸੀ ਵੀ ਕੱਲ ਨੂੰ ਜੇ ਪੰਜਾਬ ਨਾਲ ਕਿਸੇ ਵੀ ਤਰ੍ਹਾਂ ਦਾ ਰਾਜਸੀ ਜਾਂ ਇਸ ਦੇ ਵਸੀਲਿਆਂ ਬਾਰੇ ਧੱਕਾ ਹੁੰਦਾ ਹੈ ਤਾਂ ਇੱਕ ਆਸ ਜਾਗੀ ਸੀ ਕਿ ਕੱਲ ਨੂੰ ਲੋਕ ਇੱਥੇ ਤੇ ਲਾਮਬੰਦ ਹੋ ਜਾਣਗੇ, ਖਾਸ ਕਰ ਜਦੋਂ ਪੰਜਾਬ ਦੇ ਕਿਸਾਨ ਜਿਸ ਤਰ੍ਹਾਂ ਇਹਨਾਂ ਨੇ ਨਾਕੇ ਤੋੜ ਕੇ ਦਿੱਲੀ ਪਹੁੰਚ ਗਏ ਸੀ ਤੇ ਨੌਜਵਾਨੀ ਦਾ ਜਿਹੜਾ ਜੋਸ਼ ਸੀ ਉਸਨੇ ਤਾਂ ਮਤਲਬ ਇੱਕ ਪੋਜ਼ਿਟਿਵ ਆਸ ਦਿੱਤੀ ਸੀ ਕਿ ਇਹ ਚੀਜ਼ ਹੋ ਜੂਗੀ। ਪਰ ਆਪਾਂ ਉਸ ਤੋਂ ਬਾਅਦ ਦੇਖਦੇ ਹਾਂ ਵੀ ਜਦੋਂ ਮਤਲਬ ਭਾਰਤੀ ਹਕੂਮਤ ਦੇ ਟੂਲ ਜਿਹੜੇ ਆ ਇਹ ਭਾਵੇਂ ਕਿਸੇ ਵੀ ਪਾਸੇ ਤੋਂ ਸਰਗਰਮ ਹੋਏ ਹੈ ਵਿਦਿਨ ਕਿਸਾਨ ਯੂਨੀਅਨਾਂ ਦੇ ਵਿੱਚੋਂ ਵੀ ਐਕਟਿਵ ਹੋ ਗਏ, ਮੈਂ ਟਾਰਗੇਟ ਹੀ ਉਸ ਮੂਲ ਸਪਿਰਿਟ ਨੂੰ ਕਰਨਾ ਸ਼ੁਰੂ ਕਰਤਾ ਵੀ ਜਿਸ ਸਪਿਰਿਟ ਤੋਂ ਜਿਹੜਾ ਕਿਸਾਨ ਅੰਦੋਲਨ ਸੀਗਾ ਦਿੱਲੀ ਦੇ ਬਾਰਡਰਾਂ ਤੱਕ ਜਾ ਕੇ ਬੈਠ ਗਿਆ, ਕਹਿ ਲਈਏ ਕਿ ਸਿੱਖੀ ਸਪਿਰਿਟ ਸੀਗਾ, ਉਹਨੂੰ ਹੀ ਉਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ। ਤੇ ਇਹ ਬਹੁਤ ਮਤਲਬ ਹਾਸੋਹੀਣੀ ਪੋਜੀਸ਼ਨ ਹੋ ਗਈ ਵੀ ਇੱਕ ਬੰਦਾ ਵੀ ਮਤਲਬ ਕੋਈ ਵੀ ਕਿਸਾਨ ਆਗੂ ਹੈ ਜਿਹੜਾ ਕਹਾਂਦਾ ਉਹ ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਆਪਦੇ ਧਾਰਮਿਕ ਉਹ ਪਾਸੇ ਰੱਖੋ, ਆਪਦੀਆਂ ਪਛਾਣਾਂ ਪਾਸੇ ਰੱਖੋ, ਆਪਦਾ ਸਪਿਰਿਟ ਪਾਸੇ ਰੱਖੋ, ਵੀ ਜਿਸ ਸਪਿਰਿਟ ਨਾਲ ਉੱਥੇ ਪੁੱਜੇ ਤੇ ਉਸ ਚੀਜ਼ ਨੂੰ ਉਹ ਖਾਰਜ ਕਰਨ ਤੇ ਆ ਗਏ। ਇਹ ਬਿਲਕੁਲ ਹੀ ਮਤਲਬ ਇੱਕ ਢਾਹ ਲਾਉਣ ਵਾਲੀ ਇਹ ਸ਼ੁਰੂਆਤ ਸੀਗੀ ਇਹ। ਤੇ ਸਾਡੇ ਲੋਕ ਵੀ ਇੰਨੇ ਭੋਲੇ ਸਨ ਕਿ ਉਹ ਕਹੀ ਜਾਂਦੇ ਸੀ ਵੀ ਜੇ ਕੋਈ ਕਿਸਾਨ ਯੂਨੀਅਨਾਂ ਦੇ ਇਹੋ ਜਿਹੀ ਗੱਲਾਂ ਤੇ ਸਵਾਲ ਚੱਕਦਾ ਸੀ ਕਿ ਯਾਰ ਇਹ ਗੱਲਾਂ ਬਾਅਦ ਚੋਂ ਕਰ ਲੈਣਾ, ਵੀ ਆਪਣਾ ਏਕਾ ਰੱਖੋ, ਵੀ ਹਾਂ ਹੁਣ ਆਪਾਂ ਲੀਡਰਾਂ ਨੂੰ ਕੁਛ ਨਹੀਂ ਕਹਿਣਾ, ਉਹਨਾਂ ਦੇ ਕੋਈ ਸਵਾਲ ਨਹੀਂ ਚੱਕਣਾ। ਇਸ ਚੀਜ਼ ਨੇ ਉਹਨਾਂ ਨੂੰ ਜਿੰਨੇ ਕੁ ਬੈਠੇ ਸੀਗੇ ਸਟੇਜ ਤੇ ਜਿਹੜਾ ਜੀ ਬੈਠਾ ਹੈ ਇਸ ਟਾਈਮ ਗਰੁੱਪ ਬੈਠੇ ਹੈ, ਉਹਨਾਂ ਨੂੰ ਹੰਕਾਰ ਜ਼ਿਆਦਾ ਪਾਤਾ ਹੈ ਤੇ ਉਹ ਸਟੇਜ ਤੋਂ ਇੱਕ ਉਹ ਰਿਲੀਜ਼ ਕਰਨ ਲੱਗੇ ਵੀ ਆ ਫਲਾਣਾ ਬੰਦਾ ਗੱਦਾਰ ਹੈ, ਫਲਾਣਾ ਮਤਲਬ ਦੇਸ਼ ਭਗਤੀ ਦੇ ਸਰਟੀਫਿਕੇਟ ਇਸ਼ੂ ਕਰਨ ਲੱਗੇ। ਇਹ ਸਭ ਤੋਂ ਮਾੜੀ ਹੋ ਸੀ। ਤੇ ਮੈਂ ਇਸ ਚੀਜ਼ ਨੂੰ ਮਤਲਬ ਜਦੋਂ ਕਿਸਾਨ ਰੈਲੀ ਦੀ ਗੱਲ ਆ ਗਈ ਸੀ ਵੀ ਟਰੱਕ ਮਾਰਚ ਕਰਕੇ, ਮੈਂ ਉਸੇ ਦਿਨ ਤੋਂ ਇਸ ਚੀਜ਼ ਨੂੰ ਗਲਤ ਬੋਲਿਆ ਸੀਗਾ ਵੀ ਇਹ ਚੀਜ਼ ਗਲਤ ਹੋਊਗੀ ਵੀ ਜੇ ਆਪਾਂ 26 ਤਰੀਕ ਨੂੰ ਜਾਵਾਂਗੇ ਤੇ ਵੱਡਾ ਇਕੱਠ ਕਰਾਂਗੇ ਤੇ ਇੱਕ ਤਾਂ ਮਤਲਬ ਕੋਵਿਡ ਦਾ ਨਾਮ ਲੈ ਕੇ ਗੌਰਮੈਂਟ ਨਾਲ ਟਕਰਾਅ ਹੋ ਸਕਦਾ ਹੈ ਜਦੋਂ ਬੈਰੀਅਰ ਟੁੱਟਣਗੇ ਜੀ। ਦੂਸਰਾ ਇਹ ਹੁੰਦਾ ਵੀ 26 ਤਰੀਕ ਨੂੰ ਸੈਂਸਿਟਿਵ ਉਹ ਹੁੰਦਾ ਤੇ ਸਾਰਾ ਰੈੱਡ ਅਲਰਟ ਏਜੰਸੀਆਂ ਨੇ ਵੀ ਕੀਤਾ ਹੁੰਦਾ ਹੈ ਤੇ ਉਹ ਮਤਲਬ ਉਸ ਤਰ੍ਹਾਂ ਦੀ ਵੀ ਜੇ ਕੋਈ ਬੰਦੇ ਨੂੰ ਗਲਤ ਬੰਦਾ ਵੀ ਇੱਕ ਆਨਸਰ ਵੀ ਗਲਤ ਹੋ ਜਾਂਦਾ ਕਿਸੇ ਜਗ੍ਹਾ ਜਾ ਕੇ ਤਾਂ ਪੂਰਾ ਜ਼ਿੰਮੇਵਾਰ ਉਹਨਾਂ ਲੋਕਾਂ ਤੇ ਆ ਜੂਗੀ ਜਿਹੜਾ ਆਪਾਂ ਵੱਡਾ ਇਕੱਠ ਕਰਦੇ ਹਾਂ ਤੇ ਉਹ ਨੁਕਸਾਨ ਕਰਨ ਵਾਲਾ ਸੀਗਾ। ਤੇ ਉਹੀ ਚੀਜ਼ ਨੇ ਅੱਗੇ ਜਾ ਕੇ ਨੁਕਸਾਨ ਵੀ ਕੀਤਾ, ਪਰ ਇਹਦੇ ਨੁਕਸਾਨ ਲੋਕਾਂ ਦੇ ਇਕੱਠ ਕਰਕੇ ਨਹੀਂ ਹੋਇਆ, ਲੋਕਾਂ ਦੇ ਲਾਲ ਕਿਲੇ ਜਾਣ ਕਰਕੇ ਨਹੀਂ ਹੋਇਆ। ਤੇ ਜਿੰਨਾ ਕੁਛ ਨੈਗੇਟਿਵ ਜੋ ਚੀਜ਼ ਉਭਾਰੀ ਹੈ ਉਹ ਬਿਲਕੁਲ 26 ਤਰੀਕ ਨੂੰ ਭਾਰਤੀ ਮੀਡੀਆ ਜਿਹੜੀ ਹੈ, ਹਿੰਦੀ ਮੀਡੀਆ ਜਿਹੜੀ ਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਹਾਂ, ਤੇ ਦੂਸਰਾ ਕਿਸਾਨ ਯੂਨੀਅਨਾਂ ਦੇ ਜਿਹੜੇ ਗੈਰ ਜ਼ਿੰਮੇਵਾਰਾਨਾ ਜਿਹੜੇ ਸੀਗੇ ਨਾ ਜ਼ਿੰਮੇਦਾਰਾਨਾ ਇਹਨਾਂ ਦੇ ਬਿਆਨ, ਉਸ ਚੀਜ਼ ਨੇ ਮੁੰਡਿਆਂ ਦਾ ਜਿਹੜਾ ਇੱਕ ਚੜ੍ਹਦੀ ਕਲਾ ਵਾਲਾ ਕਨਸੈਪਟ ਸੀਗਾ, ਇੱਕ ਸਪਿਰਿਟ ਸੀਗਾ, ਉਹਨੂੰ ਸੱਟ ਮਾਰੀ ਹੈ। ਹੁਣ ਇਹ ਦੇਖ ਲਓ ਵੀ ਲੋਕ ਕਹਿੰਦੇ ਆ ਕਿ ਰਾਜੇਵਾਲ ਸਾਹਿਬ ਬਹੁਤ ਸਿਆਣੇ ਲੀਡਰ ਨੇ, ਪੜ੍ਹੇ ਲਿਖੇ ਲੀਡਰ ਨੇ, ਮੈਂ ਮੰਨਦਾ ਕਿ ਠੀਕ ਹੈ ਉਹ ਪਿਛਲੇ 40 ਸਾਲ ਤੋਂ ਸਰਗਰਮ ਵੀ ਨੇ, ਪਰ ਜਿਹੜਾ ਉਹਨਾਂ ਦਾ ਤੁਸੀਂ 26 ਤਰੀਕ ਸ਼ਾਮ ਦਾ ਬਿਆਨ ਦੇਖੋ, ਰਾਜੇਵਾਲ ਸਾਹਿਬ ਕਿਸੇ ਨਿਊਜ਼ ਚੈਨਲ ਤੇ ਦੇਖ ਕੇ ਕਹਿੰਦੇ ਨੇ ਕਿ ਜਿਹੜੇ ਲੋਕ ਗਏ ਲਾਲ ਕਿਲੇ ਗਏ ਉਹਨਾਂ ਨੇ ਉੱਥੇ ਕੌਮੀ ਝੰਡਾ ਲਾ ਦਿੱਤਾ, ਉਹਦਾ ਅਪਮਾਨ ਕੀਤਾ ਤੇ ਉਹ ਦੰਗਾਈ ਬਣ ਗਏ, ਹੋਰ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹ ਅੰਦੋਲਨਕਾਰੀ ਨਹੀਂ ਹੈ, ਦੰਗਾਈ ਹੈ, ਜੇ ਖਾਲਿਸਤਾਨੀ ਹੈ ਜਾਂ ਕੁਛ ਹੈ। ਇਸ ਤਰ੍ਹਾਂ ਦਾ ਜਿਹੜਾ ਨੈਰੇਟਿਵ ਸੀਗਾ ਉਹ ਬਿਨਾਂ ਪਰਖੇ ਮੈਂ ਕਹਿੰਦਾ ਵੀ ਇੱਕ ਸੀਨੀਅਰ ਬੰਦਾ, ਇੱਕ ਸੀਨੀਅਰ ਲੀਡਰ ਹੈ ਪੂਰੇ ਮੋਰਚੇ ਦਾ, ਉਹ ਜਰਨੈਲ ਉਹ ਨੈਰੇਟਿਵ ਸਿਰ ਚ ਰਿਹਾ ਜਿਹੜਾ ਇੱਕ ਗੋਦੀ ਮੀਡੀਆ ਕਹਿ ਰਿਹਾ। ਫਿਰ ਉਹ ਰਾਜੇਵਾਲ ਸਾਹਿਬ ਦੀ ਉਹਨਾਂ ਨੇ ਚੱਕ ਕੇ ਜਿਹੜੀ ਇਸ ਬਿਆਨ ਨੂੰ ਚੱਕ ਕੇ ਚੈਨਲਾਂ ਨੇ ਚਲਾਤਾ, ਦੇਖੋ ਜੀ ਇਹ ਵੀ ਕਹਿ ਰਹੇ ਵੀ ਉਹ ਬੰਦੇ ਗਲਤ ਸੀਗੇ, ਤਿਰੰਗੇ ਦੀ ਬੇਇੱਜ਼ਤੀ ਹੋਈ। ਤਾਂ ਰਾਜੇਵਾਲ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਸੀ ਵੀ ਭਾਈ ਪਹਿਲਾਂ ਤਾਂ ਤੱਥਾਂ ਨੂੰ ਪੜਤਾਲ ਕਰ ਲੈਂਦੇ, ਬਿਆਨ ਨਾ ਦਿੰਦੇ,
ਜਾਂ ਫਿਰ ਜੇ ਉਹਨਾਂ ਨੇ ਬਿਆਨ ਗਲਤ ਦੇ ਵੀ ਬੈਠੇ ਆ, ਹਰੇਕ ਬੰਦੇ ਕੋਲ ਕਿਤੇ ਨਾ ਕਿਤੇ ਗਲਤੀ ਵੀ ਹੋ ਜਾਂਦੀ ਹੈ, ਉਹਨਾਂ ਨੇ ਉਸ ਬਿਆਨ ਨੂੰ ਵਾਪਸ ਲੈਂਦੇ ਤੇ ਮਾਫੀ ਮੰਗਦੇ ਵੀ ਭਾਈ ਗਲਤ ਉਹ ਹੋ ਗਿਆ, ਮੈਨੂੰ ਭੁਲੇਖੇ 'ਚ ਕੁਝ ਕਿਹਾ ਗਿਆ। ਪਰ ਉਹ ਤਾਂ ਮਤਲਬ ਸ਼ਾਇਦ ਉਹਨਾਂ ਦੇ ਲਫ਼ਜ਼ ਇਸ ਤਰ੍ਹਾਂ ਦੇ ਹੋ ਗਏ ਆ ਵੀ ਜੋ ਕਿਸਾਨ ਮੋਰਚੇ ਦੀ ਸਟੇਜ ਤੇ ਲੋਕ ਬੈਠੇ ਆ, ਇਹਨਾਂ ਦੇ ਲਫ਼ਜ਼ੀ ਰੱਬੀ ਸ਼ਬਦ ਹੋ ਗਿਆ ਵੀ ਇਹਨਾਂ ਨੂੰ ਤੁਸੀਂ ਉਹੀ ਨਹੀਂ ਕਰ ਸਕਦੇ ਜਿਹੜੀ ਗੱਲ ਇੱਕ ਵਾਰੀ ਕਹਿ ਦਿੱਤੀ। ਫਿਰ ਉਸ ਤੋਂ ਬਾਅਦ ਦੇਖ ਲਓ ਤੁਸੀਂ ਉਹਨਾਂ ਦਾ ਇੱਕ ਕਿਰਤੀ ਕਿਸਾਨ ਯੂਨੀਅਨ ਵਾਲਾ ਜਿਹੜਾ ਇਹਨਾਂ ਦਾ ਲੀਡਰ ਹੈ, ਤੇ ਉਹ ਬੋਲਦਾ ਵੀ ਜਿਹੜਾ ਲਾਲ ਕਿਲੇ ਗਿਆ ਉਹ ਸਰਦਾਰ ਨਹੀਂ ਗੱਦਾਰ ਹੈ। ਸਰਟੀਫਿਕੇਟ ਵੰਡਣਾ ਸ਼ੁਰੂ ਕਰਤਾ ਵੀ ਤੇਰੇ ਕੋਲ ਕੀ ਅਥਾਰਟੀ ਹੈ ਵੀ ਤੂੰ ਇਹੋ ਜਿਹੇ ਸਰਟੀਫਿਕੇਟ ਵੰਡਦਾ ਪਿਆ ਵਾ, ਸਰਦਾਰ ਨਹੀਂ ਗੱਦਾਰ ਹੈ। ਕਿਸ ਗੱਲੋਂ ਗੱਦਾਰ ਹੈ ਉਹ? ਕੋਈ ਇਹੋ ਜਿਹਾ ਐਕਟ ਦੱਸੋ ਵੀ ਜਿਹੜਾ ਲਾਲ ਕਿਲੇ 'ਚ ਜਾ ਕੇ ਭਾਈ ਵੀ ਕੌਮੀ ਝੰਡੇ ਦਾ ਕੁਛ ਅਪਮਾਨ ਹੋਇਆ ਜਾਂ ਕੁਛ ਹੋਇਆ, ਕੁਛ ਇਹੋ ਜਿਹਾ ਹੋਇਆ। ਫਿਰ ਉਹ ਬੰਦੇ ਨੂੰ ਜਿੰਨੇ ਇਹਨਾਂ ਬੰਦਿਆਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਬਾਹਰੋਂ ਕੋਈ ਸਰਗਰਮ ਲੋਕ ਹੈ ਉਹਨਾਂ ਨਾਲ ਜੋੜਤਾ। ਹੁਣ ਮੈਂ ਇੱਕ ਤੁਹਾਡੇ ਇੱਥੇ ਦੇ ਕੁਛ ਇੱਕ ਬੰਦਿਆਂ ਬਾਰੇ ਵੀ ਕਹਿਣਾ ਚਾਹਾਂਗਾ, ਮੈਂ ਨਾਮ ਨਹੀਂ ਲਵਾਂਗਾ, ਕਿ ਉਹ ਵੀ ਸਾਡੇ ਬੱਚਿਆਂ ਦਾ ਨੁਕਸਾਨ ਕਰਵਾਉਂਦੇ ਨੇ। ਜਿਵੇਂ ਕਿਸੇ ਨੇ ਬਿਆਨ ਦਿੱਤਾ ਸੀ ਜੀ ਕੋਈ ਦਿੱਲੀ ਤੇ ਝੰਡਾ ਲਹਿਰਾਊਗਾ ਤੇ ਆਹ ਪੈਸੇ ਦੇਵਾਂਗੇ, ਉਹੋ ਜਿਹੇ ਬੰਦੇ ਨੇ ਪਹਿਲਾਂ ਵੀ ਇੱਕ ਇਹੋ ਜਿਹੀ ਜਬਲੀ ਹੈ, ਇੱਕ ਇਹੋ ਜਿਹੀ ਜਬਲੀ ਉਹ 6 ਜੂਨ ਦੇ ਪ੍ਰੋਗਰਾਮ ਤੇ ਮਾਰੀ ਸੀ ਜੀ, ਉੱਥੇ ਅਰਦਾਸ ਕਰੂਗਾ, ਨਾਅਰਾ ਲਾਊਗਾ ਤੇ ਉਹ ਹੈ। ਇਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸੁਭਾਵਿਕਤਾ ਤੋਂ ਨਿਕਲੀਆਂ, ਪਰ ਇਸ ਚੀਜ਼ ਨੇ ਬਹਾਨਾ ਦੇ ਦਿੱਤਾ। ਕਿਸਾਨ ਯੂਨੀਅਨ ਵਾਲੇ ਲੋਕਾਂ ਨੇ ਵੀ ਉਹਨਾਂ ਲੋਕਾਂ ਨੂੰ ਉਸ ਬੰਦੇ ਨਾਲ ਜੋੜਤਾ ਸੁੱਖਾ ਹੀ ਬਿਨਾਂ ਕਿਸੇ ਪ੍ਰੂਫ ਤੋਂ। ਜਿਹੜਾ ਬੰਦਾ ਗਿਆ ਜੀ ਉਹਨਾਂ ਕੋਲੋਂ ਫਿਰ ਉਹਨਾਂ ਦੇ ਵਿਚਾਰੇ ਜਿਹੜੇ ਬੰਦੇ ਇਹਨਾਂ ਤੇ ਸਵਾਲ ਚੱਕਦੇ ਸੀਗੇ, ਫਿਰ ਉਹਨਾਂ ਦਾ ਨਾਮ ਲੈ ਕੇ ਇਹਨਾਂ ਦਾ ਇੱਕ ਕਿਸਾਨ ਯੂਨੀਅਨਾਂ ਦਾ ਵੀ IT ਸੈੱਲ ਸਰਗਰਮ ਹੈ, ਉਹ ਮੇਰੇ ਵਰਗਿਆਂ ਦੇ ਨਾਮ ਚੱਕ ਕੇ ਪਾ ਦਿੰਦਾ ਫੇਸਬੁੱਕ ਤੇ WhatsApp ਤੇ। ਮੇਰੇ ਕੋਲ 2-4 ਲਿਸਟਾਂ ਆਈਆਂ ਇਹੋ ਜਿਹੀਆਂ। ਮੈਨੂੰ ਮੇਰੇ ਰਿਸ਼ਤੇਦਾਰ ਫੋਨ ਕਰਨ ਵੀ ਆ ਕੀ ਤੇਰਾ ਨਾਮ ਆ ਰਿਹਾ ਜੀ, ਤੂੰ ਦਿੱਲੀ ਦਾ ਅੰਦੋਲਨ ਖਰਾਬ ਕਰਾਇਆ। ਮੈਂ ਕਿਹਾ ਚਲੋ ਹੋਊਗੇ, ਭੌਂਕਦੇ ਆ ਇਹੋ ਜਿਹੇ ਬੰਦੇ, ਮੈਂ ਕਿਹਾ ਕਹਿ ਸਕਦਾ ਉਹਨਾਂ ਦਾ। ਤੇ ਉਹਨਾਂ ਨੇ ਉਹ ਉੱਥੋਂ ਕਹਿ ਦਿੰਦੇ ਆ। ਈਵਨ ਦੇਖ ਲਓ ਵੀ 6 ਜੂਨ ਦਾ ਪ੍ਰੋਗਰਾਮ ਮੈਨੂੰ ਲੱਗਦਾ ਮੈਂ 2005-6 ਤੋਂ ਜਾ ਰਿਹਾ ਤੇ ਮੇਰਾ ਉੱਥੇ ਕੋਈ ਇਹ ਨਹੀਂ ਸੀਗਾ ਵੀ ਮਤਲਬ 6 ਤੋਂ ਮੈਂ ਜਾ ਰਿਹਾ। ਉਦੋਂ ਕੋਈ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਤੇ ਫੋਨ ਵੀ ਟਾਵੇਂ ਟਿੱਕੇ ਹੁੰਦੇ ਸੀ। ਅਸੀਂ 6 ਜੂਨ ਨੂੰ ਜਾ ਕੇ ਮੱਥਾ ਟੇਕ ਕੇ ਆਈਦਾ ਹੁੰਦਾ ਸੀ। ਸਾਨੂੰ ਲੱਗਦਾ ਸੀਗਾ ਕਿ ਇਹ ਚੀਜ਼ ਮਾੜੀ ਹੋਈ ਹੈ। ਹੁਣ ਉੱਥੇ ਨਾਅਰੇ ਵੀ ਲੱਗਦੇ ਹੁੰਦੇ ਸੀ ਪੁਰਾਣੇ, ਪਹਿਲੀ ਵਾਰ ਤਾਂ ਹੋਇਆ ਨਹੀਂ, ਪਰ ਉਸ ਚੀਜ਼ ਨੂੰ ਕੀ ਕਰਤਾ ਵੀ ਆ ਸਟੇਟ ਦੇ ਦਬਾਅ 'ਚ ਜਾਂ ਜ਼ੁਲਮ ਦੇ ਹੇਠ ਲਿਆਉਣ ਦਾ ਵੀ ਇਹੋ ਜਿਹੇ ਬਿਆਨ ਦੇ ਕੇ ਤਾਂ ਉਹਨਾਂ ਬੰਦਿਆਂ ਨੂੰ ਵੀ ਹਾਲਾਂਕਿ ਰੋਕਣ ਦੀ ਲੋੜ ਹੈ। ਤੁਸੀਂ ਇੱਥੋਂ ਜਿਹੜੇ ਅਖੀਰ 'ਚ ਰਾਠੌਰ ਸਾਹਿਬ ਮੇਰੇ ਕੋਲ 2 ਮਿੰਟ ਨੇ, ਦੱਸਿਓ ਬਈ ਤੁਹਾਡੀ ਅੱਖ ਕੀ ਕਹਿੰਦੀ ਆ ਵੀ ਮੋਰਚਾ ਕਿੱਧਰ ਨੂੰ ਜਾਏਗਾ ਆਉਣ ਵਾਲੇ ਦਿਨਾਂ 'ਚ? ਦੇਖੋ ਇਹ ਮੈਂ ਤੁਹਾਨੂੰ ਇਹ ਵੀ ਕਹਿ ਰਿਹਾ ਵੀ ਜਿਹੜਾ ਮੋਰਚਾ ਵਾ ਹੁਣ ਇੱਕ ਢਾਹ ਜਿਹੜੀ ਹੁਣ ਲਾਈ ਹੈ ਵੀ ਆ ਇਸ ਚੀਜ਼ ਨੂੰ ਸੈਕੂਲਰਿਜ਼ਮ ਵੱਲ ਨੂੰ ਜੋੜਤਾ ਜੀ। ਉਹਦੇ ਨਾਂ ਤੇ ਇਹਨਾਂ ਨੇ ਪਿੱਟਦਾ ਵੀ ਤੁਸੀਂ ਆਪਣੀ ਪਛਾਣ ਨਹੀਂ ਉਹ ਕਰਨੀ ਜਾਂ ਧਾਰਮਿਕ ਉਹਨਾਂ ਨੂੰ, ਤਾਂ ਉਹ ਢਾਹ ਲਾਉਣ ਵਾਲਾ ਕੰਮ ਹੈ। ਤੇ ਮੋਰਚਾ ਤਾਂ ਐਂਡ 'ਚ ਨੈਗੋਸ਼ੀਏਸ਼ਨ ਵਾਲੀ ਹੀ ਆ ਰਿਹਾ ਹੈ। ਮੈਨੂੰ ਲੱਗਦਾ ਵੀ ਇਹਨਾਂ ਦਾ ਕੁਛ ਬਣ ਤਾਂ ਰਿਹਾ ਨਹੀਂ, ਨਾ ਤਾਂ ਗੌਰਮੈਂਟ ਵੱਲੋਂ ਕੋਈ ਹੁੰਗਾਰਾ ਮਿਲਿਆ ਤੇ ਨਾ ਹੀ ਹੁਣ ਲੋਕਾਂ 'ਚ ਇੰਨਾ ਉਤਸ਼ਾਹ ਹੈ। ਅਸਲ 'ਚ ਤਾਂ ਗੱਲ ਇਹਨਾਂ ਨੇ ਇੱਕ ਬੰਦੇ ਦੀ ਆਲੋਚਨਾ ਦੇ ਨਾਂ ਤੇ ਸਾਰੇ ਮੋਰਚੇ ਨੂੰ ਢਾਹ ਲਾਉਣ ਦੀ ਕਰਤੀ ਵੀ ਜਿਹੜਾ ਸਭ ਕੁਝ ਵਿਲਨ ਬਣਿਆ ਉਹ ਦੀਪ ਸਿੱਧੂ ਬਣ ਗਿਆ ਜਾਂ ਲੱਖਾ ਸਿਧਾਣਾ ਬਣ ਗਿਆ। ਹਾਲਾਂਕਿ ਉਹਨਾਂ ਦਾ ਤੁਸੀਂ ਦੇਖ ਵੀ ਲਓ ਵੀ ਪਹਿਲੇ ਦਿਨ ਤੋਂ ਲੈ ਕੇ ਹੱਲੇ ਤੱਕ ਕੋਈ ਇਹੋ ਜਿਹਾ ਬਿਆਨ ਨਹੀਂ ਹੈ ਜਿਹੜਾ ਕੋਈ ਸੈਪਰੇਟਿਜ਼ਮ ਦੀ ਗੱਲ ਕਰਦਾ। ਉਹ ਗੱਲ ਕਰ ਰਿਹਾ ਸੀਗਾ ਵੀ ਸਾਰਾ ਫੈਡਰਲਿਜ਼ਮ ਤੇ, ਕਿਉਂਕਿ ਖੇਤੀ ਕਾਨੂੰਨਾਂ ਦੇ ਆੜ ਦੇ ਵਿੱਚ ਜਿਹੜਾ ਸਟੇਟ ਤੇ ਸੂਬਿਆਂ ਦਾ ਰਿਲੇਸ਼ਨ ਆ ਉੱਤੇ ਵੀ ਸੱਟ ਹੈ। ਜਦ ਤੱਕ ਉਸ ਤੇ ਦਖਲਅੰਦਾਜ਼ੀ ਨਹੀਂ ਹੋਊਗੀ ਤਾਂ ਕਾਨੂੰਨਾਂ ਦਾ ਕੱਖ ਨਹੀਂ ਬਣਨਾ। ਜਦ ਤੱਕ ਇਹ ਮਸਲਾ ਨਹੀਂ ਖੜਾ ਹੁੰਦਾ ਵੀ ਭਾਈ ਆ ਸੂਬਿਆਂ ਦੇ ਹੱਕ ਕਮਜ਼ੋਰ ਕੀਤੇ ਜਾ ਰਹੇ ਆ। ਇਹਨਾਂ ਨੇ ਉਸ ਚੀਜ਼ ਨੂੰ ਵੀ ਸੈਪਰੇਟਿਜ਼ਮ ਨਾਲ ਜੋੜਤਾ ਤੇ ਗਲਤ ਪਾਸੇ ਲੈਤਾ ਤੇ ਗਲਤ ਵਿਆਖਿਆ 'ਚ ਪੈ ਗਏ ਹੈ। ਸੋ ਇਹ ਤਾਂ ਹੋ ਸਕਦਾ ਵੀ ਸਾਰੇ ਜਦ ਤੱਕ ਪੋਲੀਟੀਕਲ ਲਾਮਬੰਦੀ ਨਹੀਂ ਹੋ ਰਹੀ, ਜਿੱਥੇ ਸੈਂਟਰ ਸਰਕਾਰ ਦਾ ਦਬਾਅ ਆ ਰਿਹਾ ਸੂਬਿਆਂ ਦੇ ਹੱਕਾਂ ਤੇ, ਉਹਦੇ ਲਈ ਰਾਜਨੀਤਿਕ ਧਿਰਾਂ ਨੂੰ ਵੀ ਨਾਲ ਲਾਮਬੰਦ ਨਹੀਂ ਕਰਦੇ, ਤਦ ਤੱਕ ਮੈਨੂੰ ਨਹੀਂ ਲੱਗਦਾ ਵੀ ਕੋਈ ਇੱਕ ਪੱਖੀ ਕੋਈ ਅਖੀਰਲਾ ਕੋਈ ਕਨਕਲੂਜਨ ਨਿਕਲੇ ਜਾਂ ਕੋਈ ਰਿਜ਼ਲਟ ਨਿਕਲੇ। ਜੇ ਬੈਠੇ ਆ ਜੀ ਰਾਜਨੀਤਿਕ ਧਿਰਾਂ ਨੂੰ ਛੂਤ ਕਰਕੇ ਬਸ ਬੈਠੇ ਰਹਿਣਾ ਤੇ ਮੈਨੂੰ ਲੱਗਦਾ ਵੀ ਉਸ ਪੱਖੋਂ ਕਮਜ਼ੋਰ ਹੋ ਚੁੱਕਾ। ਅੱਛਾ ਰਾਠੌਰ ਸਾਹਿਬ, ਅਖੀਰ 'ਚ 1 ਮਿੰਟ,
ਚਲੋ ਦੀਪ ਨੇ ਤਾਂ ਝੰਡਾ ਚਲਾਤਾ ਹੈ, ਗਲਤ ਹੋ ਗਿਆ, ਠੀਕ ਹੋ ਗਿਆ, ਅਲੱਗ-ਅਲੱਗ ਧਿਰਾਂ ਨੇ, ਪਰ ਲੱਖੇ ਦੇ ਲਈ, ਲੱਖੇ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਤੁਰੀ ਫਿਰਦੀ ਹੈ, ਉਹਦੇ ਲਈ ਕੁਝ ਕਹਿ ਰਹੇ ਨੇ ਆਗੂ? ਨਹੀਂ ਜੀ ਨਹੀਂ, ਮੈਂ ਉਹੀ ਗੱਲ ਕਰ ਰਿਹਾ ਵੀ ਦੇਖੋ ਇਹ ਇੱਥੇ ਇੱਕ ਹੋਰ ਤਰ੍ਹਾਂ ਦੀ ਇੱਕ ਕਹਾਣੀ ਅੱਖ ਹੋ ਗਈ ਨਾ ਵੀ ਹੁਣ ਬਰਬਰਾ ਰਾਓ ਉਹਨਾਂ ਦੇ ਰਿਹਾਈ ਲਈ ਉਹ ਹੋ ਜਾਂਦਾ, ਮਾਰਚ ਰੱਖ ਲੈਂਦੇ ਆ ਜਾਂ ਉੱਥੋਂ ਇੱਕ ਪੂਰਾ ਪ੍ਰੋਗਰਾਮ ਰੱਖ ਲੈਂਦੇ ਉਗਰਾਹਾਂ ਸਾਹਿਬ, ਠੀਕ ਹੈ ਵੀ ਉਹ ਜਿਹੜੇ 9 ਹੋਰ ਵੀ ਬੰਦੀ ਸੀਗੇ, ਉਹਨਾਂ ਦਾ ਮਸਲਾ ਕੀ ਚੱਲ ਰਿਹਾ ਇੰਡੀਅਨ ਸਟੇਟ ਨਾਲ ਸਿੱਧਾ ਇੱਕ ਜਿਸ ਵਿਚਾਰਧਾਰਾ ਨਾਲ ਹੈ ਉਹਨਾਂ ਦਾ ਛੱਤੀਸਗੜ੍ਹ 'ਚ ਮੁਕਾਬਲਾ ਚੱਲ ਰਿਹਾ। ਸ਼ਰੇਆਮ ਹਥਿਆਰਬੰਦ ਸੰਘਰਸ਼ ਆ, ਉਹਨਾਂ ਨੂੰ ਰਿਹਾ ਕਰਾਉਣ ਦੀ ਗੱਲ ਚੱਲ ਰਹੀ ਹੈ। ਹਾਂ, ਪਰ ਜੇ ਇਹੋ ਜਿਹੀ ਕੋਈ ਬੰਦਾ ਜਾਂ ਦੀਪ ਸਿੱਧੂ ਹੈ ਜਾਂ ਲੱਖਾ ਸਿਧਾਣਾ ਲੱਖਾ ਸਿਧਾਣਾ ਹੀ ਆ, ਉਹਨੇ ਕੋਈ ਇਹੋ ਜਿਹੀ ਗੱਲ ਤਾਂ ਕੀਤੀ ਨਹੀਂ, ਉਹ ਬੰਦਾ ਅਛੂਤ ਹੋ ਜਾਂਦਾ, ਉਹਦੇ ਮਨੁੱਖੀ ਹੱਕ ਨਹੀਂ ਰਹਿੰਦੇ, ਉਹਦੇ ਉਸ ਬਾਰੇ ਗੱਲ ਹੀ ਨਹੀਂ ਹੋ ਪਾ ਰਹੀ, ਤਾਂ ਇਹ ਮਾੜੀ ਗੱਲ ਹੈ। ਤੇ ਇਹ ਸਿਰਫ ਇਹ ਕਹਿ ਦੇਣਾ ਵੀ ਹੈ ਨਾ ਇਹਨਾਂ ਨੂੰ ਸਟੇਟ ਆਪ ਹੀ ਨਜਿੱਠੇ ਤਾਂ ਇੱਕ ਬੇਈਮਾਨੀ ਹੈ, ਸਿਧਾਂਤਿਕ ਤੌਰ ਤੇ ਬੇਈਮਾਨੀ ਹੈ। ਇਸ ਸੰਘਰਸ਼ ਦੇ ਵਿੱਚ ਜਿਹੜਾ ਇੱਕ ਕਿਸਾਨੀ ਦੇ ਹੱਕ 'ਚ ਬਿੱਲਾਂ ਦੇ ਵਿਰੋਧ 'ਚ ਖੜਾ ਹੋਇਆ ਹਰੇਕ ਬੰਦਾ, ਚਾਹੇ ਆਪਾਂ ਲੱਖੇ ਨਾਲ ਜਾਂ ਦੀਪ ਸਿੱਧੂ ਨਾਲ ਸਹਿਮਤ ਹਾਂ ਜਾਂ ਨਹੀਂ ਹਾਂ, ਕੀ ਚਾਹੁੰਦਾ ਕੀ ਨਹੀਂ, ਪਰ ਜਿੱਥੇ ਤੱਕ ਉਹਦੀ ਅਪਰੋਚ ਕਿਸਾਨ ਬਿੱਲ ਰੱਦ ਕਰਾਉਣ ਤੱਕ ਦੀ ਹੈ, ਉੱਥੇ ਤੱਕ ਤਾਂ ਆਪਾਂ ਨੂੰ ਇਹ ਮੰਨਣਾ ਚਾਹੀਦਾ ਵੀ ਉਹ ਕਿਸਾਨੀ ਸੰਘਰਸ਼ ਦਾ ਇੱਕ ਪੀੜਤ ਹੈ, ਵੀ ਉਸ ਸੰਘਰਸ਼ ਦੇ ਦੌਰਾਨ ਹੀ ਉਹਨੂੰ ਚੱਕਿਆ ਗਿਆ ਤੇ ਉਹਦੀ ਰਿਹਾਈ ਦੀ ਵੀ ਗੱਲ ਹੋਣੀ ਚਾਹੀਦੀ ਹੈ। ਬਿਲਕੁਲ ਜੀ ਰਾਉਤ ਸਾਹਿਬ, ਧੰਨਵਾਦ ਬਹੁਤ ਬਹੁਤ। ਮੇਰੇ ਕੋਲ ਸਮਾਂ ਇੰਨਾ ਹੀ ਹੈ ਤੇ ਫਿਰ ਕਿਸੇ ਦਿਨ ਗੱਲਬਾਤ ਹੋਏਗੀ। ਸ਼ੁਭ ਸ਼ਾਮ ਜੀ। ਠੀਕ ਹੈ, ਧੰਨਵਾਦ। ਧੰਨਵਾਦ ਜੀ। ਗੰਗਵੀਰ ਰਾਠੌਰ ਗੱਲਬਾਤ ਕਰ ਰਹੇ ਸਨ। ਇੱਥੇ ਇੱਕ ਅੱਜ ਸਾਡੇ ਸਟੂਡੀਓ ਦੇ ਵਿੱਚ ਬੜੀ ਖੁਸ਼ੀ ਹੈ, ਆਪਣੀ ਸਾਡੀ ਪ੍ਰੋਡਿਊਸਰ ਰੋਮਨ ਨੇ ਮਸਟਿੰਗ ਲੈ ਲਈ, ਪਹਿਲੀ ਗੱਡੀ, ਤੇ ਜਵਾਖੜੀ ਖੁਸ਼ ਇੰਨੀ ਹੈ ਤੇ ਕਹਿੰਦੀ ਬਹਿ ਜਾ ਹੋ ਗਈ ਮਿਸਟਰ ਗਿੱਲ, ਜੰਗਲੀ ਘੋੜਾ ਲਿਆਂਦਾ ਵੀ ਮਸਟਿੰਗ ਹੀ ਹੈ, V8 5 ਲੀਟਰ। ਅੱਜ ਸਾਰੇ ਝੂਟੀਆਂ ਲੈ ਰਹੇ ਨੇ, ਗੇੜਾ ਦੇ ਕੇ ਫਿਰ ਮੇਰੀ ਵਾਰੀ 11 ਵਜੇ ਤੋਂ ਬਾਅਦ ਆਉਣੀ ਆ। ਹੁਣ ਸਾਡੀ ਨਿਊਜ਼ ਟੀਮ ਦੇ ਅਹਿਮ ਮੈਂਬਰ ਸਟਾਰ ਸਰਬਮੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਮੁੰਡੇ ਦਾ ਮੇਰੇ ਨਾਲ ਕੁਝ ਗੱਲਬਾਤ ਕਰਨ ਲਈ ਸ਼ਾਮਲ ਹੋ ਰਹੇ ਨੇ। ਸਰਬਮੀਤ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਅੱਛਾ ਜੀ, ਦੱਸਿਓ ਕਿ ਟਰੂਡੋ ਉਹਨਾਂ ਨੇ ਬਾਗੋ ਬਾਗ ਕਰਤਾ, 27-28 ਹਜ਼ਾਰ ਬੰਦਾ ਪੱਕਾ ਕਰਤਾ, ਕੌਣ ਪੱਕੇ ਕਰ ਦਿੱਤੇ? ਜੀ ਬਿਲਕੁਲ ਗਿੱਲ ਸਾਹਿਬ, ਇੱਕ ਬੜੀ ਚਰਚਾ ਹੈਗੀ ਆ ਬੀਤੇ ਦਿਨੀ, ਜਿਹੜੀ ਟਰੂਡੋ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈਗਾ। 27,332 ਜਿਹੜੇ ਕੈਂਡੀਡੇਟਸ ਹੈਗੇ, ਜਿਹੜੇ ਪੂਲ ਦੇ ਵਿੱਚ ਹੈਗੇ, ਉਹਨਾਂ ਨੂੰ ਇਨਵੀਟੇਸ਼ਨ ਜਾ ਚੁੱਕਿਆ ਔਰ ਹੁਣ 60 ਦਿਨਾਂ ਦੇ ਅੰਦਰ ਅੰਦਰ ਜਿਹੜੇ 27,332 ਬੰਦੇ ਇਹਨਾਂ ਨੇ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਲੈ ਲੈਣੀ ਹੈਗੀ। ਔਰ ਇਹਦਾ ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਹੈਗੀ ਤਾਂ CRS ਜਿਹੜਾ ਕੰਪਰੀਹੈਂਸਿਵ ਰੈਂਕਿੰਗ ਜਿਹੜਾ ਇੱਕ ਆਉਂਦਾ ਸਿਸਟਮ ਹੁੰਦਾ, ਉਹਦੇ ਤਹਿਤ ਇੱਕ ਸਕੋਰ ਆਉਂਦਾ ਹੈਗਾ ਔਰ ਇਹ ਸਿਰਫ 75 ਹੈਗਾ, ਯਾਨੀ ਕਿ ਜਿਹਦੇ 75 ਪੁਆਇੰਟ ਬਣਦੇ ਹੈਗੇ ਆ ਉਹਨਾਂ ਨੂੰ ਵੀ PR ਹੁਣ ਮਿਲ ਜਾਣੀ ਹੈਗੀ। ਔਰ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਅੱਗੇ ਪਹਿਲਾਂ ਜਿਹੜੇ 2,000 ਜਾਂ 3,000 ਜਾਂ 3,500 ਬੰਦਿਆਂ ਨੂੰ ਜਿਹੜਾ ਇਨਵੀਟੇਸ਼ਨ ਜਾਂਦਾ ਸੀ, ਪਰ ਇਸ ਵਾਰ ਜਿਹੜਾ ਇਕੱਠਾ ਹੀ 27,332 ਬੰਦਿਆਂ ਨੂੰ ਜਿਹੜਾ ITA ਇਸ਼ੂ ਕਰ ਦਿੱਤਾ, ਜਿਹਦੇ ਕਰਕੇ ਜਿਹੜਾ ਸਟੂਡੈਂਟਸ ਦੇ ਵਿੱਚ ਜਿਹੜੇ ਇੱਥੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਵਿੱਚ ਬੇਹੱਦ ਇੱਕ ਰਾਹਤ ਵਾਲੀ ਖਬਰ, ਉਹਨਾਂ ਨੂੰ ਬੇਹੱਦ ਖੁਸ਼ੀ ਹੈਗੀ ਹੈ ਕਿ ਸਰਕਾਰ ਨੇ ਇੰਨੇ ਵੱਡਾ ਜਿਹੜਾ ਇਨੀਸ਼ੀਏਟਿਵ ਲਿਆ ਹੈਗਾ, ਇੰਨੇ ਬੰਦਿਆਂ ਨੂੰ ਪੱਕਾ ਕੀਤਾ ਹੈਗਾ। ਔਰ ਇਹਦੇ 1-2 ਕਾਰਨ ਮੰਨੇ ਜਾ ਰਹੇ ਹੈਗੇ ਆ ਗਿੱਲ ਸਾਹਿਬ। ਪਹਿਲਾ ਕਾਰਨ ਇਹਦਾ ਮੰਨਿਆ ਜਾ ਰਿਹਾ ਕਿ ਪਿਛਲੇ ਸਾਲ ਜਿਹੜਾ ਕੋਵਿਡ ਕਰਕੇ ਸਰਕਾਰ ਦਾ ਜਿਹੜਾ ਟਾਰਗੇਟ ਹੈਗਾ ਬਾਹਰਲੇ ਮੁਲਕਾਂ ਤੋਂ ਜਿਹੜੇ ਇਮੀਗ੍ਰੈਂਟਸ ਬੁਲਾਉਣ ਦਾ, ਉਹ ਪੂਰਾ ਨਹੀਂ ਹੋ ਸਕਿਆ। ਬਹੁਤ ਘੱਟ ਲੋਕ ਆਏ, 4 ਲੱਖ ਦਾ ਕਰੀਬ ਟਾਰਗੇਟ ਜਿਹੜਾ ਮੰਨਿਆ ਜਾਂਦਾ ਹੈਗਾ ਸਰਕਾਰ ਦਾ 2020 ਦਾ, ਔਰ ਉਹ ਪੂਰਾ ਨਹੀਂ ਹੋ ਪਾਇਆ, ਜਿਹਦੇ ਉਸ ਬੈਕਲੌਗ ਨੂੰ ਪੂਰਾ ਕਰਨ ਦੇ ਲਈ ਜਿਹੜਾ ਇਹ ਇਸ ਵਾਰ ਇਨਵੀਟੇਸ਼ਨ ਦਿੱਤਾ ਗਿਆ। ਔਰ ਉਮੀਦ ਜਤਾਈ ਜਾ ਰਹੀ ਹੈ ਕਿ ਅੱਗੇ ਵੀ ਜਿਹੜਾ ਇੱਦਾਂ ਹੀ ਬਲਕ ਦੇ ਵਿੱਚ ਲੋਕਾਂ ਦੀ ਲਾਟਰੀ ਲੱਗ ਜਾਣੀ ਹੈ ਔਰ ਇਹਦੇ ਨਾਲ ਜਿਹੜਾ ਸਕੋਰ ਹੋਰ ਡਾਊਨ ਆ ਜਾਣਾ ਹੈਗਾ। ਸੋ ਇਹ ਬਹੁਤ ਵੱਡੀ ਜਿਹੜੀ ਰਾਹਤ ਭਰੀ ਖਬਰ ਸਟੂਡੈਂਟਸ ਲਈ, ਜਿਹੜੇ ਇੱਥੇ ਪੜ੍ਹ ਰਹੇ ਹੈਗੇ, ਇੱਥੋਂ ਦਾ ਜਿਹਨਾਂ ਕੋਲ ਐਕਸਪੀਰੀਅੰਸ ਹੈਗਾ, ਉਹਨਾਂ ਲਈ ਕਹੀ ਜਾ ਸਕਦੀ ਹੈ। ਜੀ ਗਿੱਲ ਸਾਹਿਬ। ਅੱਛਾ, ਇੱਕ ਹੋਰ ਦੱਸਿਓ, ਇਹ ਜਿਹੜੀ ਐਕਸਪ੍ਰੈਸ ਐਂਟਰੀ ਆ, ਤੁਸੀਂ ਵੀ ਪੁਆਇੰਟ ਸਿਸਟਮ ਤੇ ਆਏ ਹੋ, ਉਹਦਾ ਤੇ ਇਹਦਾ ਕੀ ਫਰਕ ਹੈ ਜੀ? ਜਿਹੜਾ ਇਹ ਵਾਲਾ ਡਰਾ ਗਿੱਲ ਸਾਹਿਬ ਇਹ ਹੈਗਾ, ਇਹ ਸਿਰਫ ਕੈਨੇਡੀਅਨ ਐਕਸਪੀਰੀਅੰਸ ਕਲਾਸ ਲਈ ਹੈਗਾ। ਜਿਹੜੇ ਬਾਕੀ ਐਕਸਪ੍ਰੈਸ ਐਂਟਰੀ ਉਹਦੇ ਵਿੱਚ 3 ਤਰ੍ਹਾਂ ਦੇ ਬੰਦੇ ਆ ਸਕਦੇ ਹੈਗੇ, ਫੈਡਰਲ ਸਕਿਲਡ ਵਰਕਰਸ ਵੀ ਆ ਸਕਦੇ ਜਿਨ੍ਹਾਂ ਕੋਲ ਬਾਹਰਲੇ ਮੁਲਕਾਂ ਦਾ ਐਕਸਪੀਰੀਅੰਸ ਹੈਗਾ। ਪਰ ਜਿਹੜਾ ਇਹ ਵਾਲਾ ਡਰਾ ਆਇਆ ਹੈਗਾ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਹੈਗਾ, ਯਾਨੀ ਕਿ ਜਿਨ੍ਹਾਂ ਬੰਦਿਆਂ ਕੋਲੇ ਕੈਨੇਡਾ ਦੇ ਵਿੱਚ ਐਕਸਪੀਰੀਅੰਸ ਹੈਗਾ, ਉਹ 9 ਕੈਟਾਗਰੀ ਹੈਗੀ, O ਦੇ ਵਿੱਚ ਹੋਵੇ, A ਦੇ ਵਿੱਚ ਹੋਵੇ ਜਾਂ B ਦੇ ਵਿੱਚ ਉਹਨਾਂ ਕੋਲੇ ਐਕਸਪੀਰੀਅੰਸ ਹੋਵੇ, ਉਹਨਾਂ ਲਈ ਇਹ ਹੈਗਾ। ਉਹਨਾਂ ਦੇ ਵਿੱਚੋਂ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਕੈਨੇਡਾ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲੇ ਹੋਣਾ ਚਾਹੀਦਾ, ਉਹ ਬੰਦੇ ਇਸ ਡਰਾ ਦੇ ਵਿੱਚ ਆਏ। ਉਹ ਐਕਸਪੀਰੀਅੰਸ ਮੈਂ ਥੋੜ੍ਹਾ ਐਕਸਪਲੇਨ ਕਰ ਦਾਂਗਾ ਸਭ ਕਿ ਕਿੱਦਾਂ ਹੋਣਾ ਚਾਹੀਦਾ। ਤੁਹਾਡੇ ਕੋਲੇ ਪਿਛਲੇ 3 ਸਾਲਾਂ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੋਵੇ। ਜੇ ਤੁਸੀਂ ਫੁੱਲ ਟਾਈਮ ਜੌਬ ਕਰ ਰਹੇ ਹੋ, ਤੁਸੀਂ 30 ਘੰਟੇ ਕੰਮ ਕੀਤਾ ਹੋਵੇ, ਮੋਸਟਲੀ ਵੈਸੇ ਲੋਕ 40 ਘੰਟੇ ਕੰਮ ਕਰਦੇ, ਪਰ 30 ਘੰਟੇ ਮੋਰ ਦੈਨ ਸਫੀਸ਼ੀਐਂਟ ਹੈ ਇਹਦੇ ਲਈ। 30 ਘੰਟੇ ਹੀ ਕਾਊਂਟ ਹੋਣੇ। ਜੇ ਤੁਸੀਂ 40 ਘੰਟੇ ਵੀ ਕਰਦੇ ਹੋ ਤਾਂ ਵੀ 30 ਘੰਟੇ ਹੀ ਕਾਊਂਟ ਹੋਣੇ। ਤੁਸੀਂ ਸਾਲ ਦੇ ਵਿੱਚ
1560 ਘੰਟੇ ਪੂਰੇ ਕਰਨੇ ਹੈਗੇ ਪਿਛਲੇ 3 ਸਾਲਾਂ ਦੇ ਵਿੱਚ। 1560 ਘੰਟੇ ਤੁਸੀਂ ਇੱਕ ਜੌਬ ਤੋਂ ਕੀਤਾ ਹੋਵੇ, ਜੇ ਫੁੱਲ ਟਾਈਮ ਕਰ ਰਹੇ ਹੋ, ਜੇ ਤੁਸੀਂ ਪਾਰਟ ਟਾਈਮ ਕਰ ਰਹੇ ਹੋ, ਤੁਸੀਂ 2 ਸਾਲਾਂ ਦੇ ਵਿੱਚ ਜਿਹੜਾ 1560 ਘੰਟੇ ਪੂਰੇ ਕਰ ਸਕਦੇ। ਜੇ ਤੁਸੀਂ ਇੱਕ ਤੋਂ ਜਗ੍ਹਾ 2 ਪਾਰਟ ਟਾਈਮ ਜਾਂ 3 ਪਾਰਟ ਟਾਈਮ ਜੌਬਸ ਕਰਦੇ ਹੋ ਤਾਂ ਵੀ ਤੁਸੀਂ ਉਹਨਾਂ ਨੂੰ ਕੰਬਾਈਨ ਕਰਕੇ ਆਪਦੇ 1560 ਘੰਟੇ ਜਿਹੜੇ ਪੂਰੇ ਕਰ ਸਕਦੇ ਹੈਗੇ। ਉਹ 1560 ਘੰਟੇ ਪੂਰੇ ਕਰਨੇ ਆ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚੋਂ ਕਿਸੇ ਇੱਕ ਸਾਲ ਦੇ ਵਿੱਚ, ਔਰ ਤੁਸੀਂ O ਲੈਵਲ ਜਾਂ A ਲੈਵਲ ਜਾਂ B 9 ਕੈਟਾਗਰੀਜ਼ ਹੈਗੀਆਂ ਉਹਦੇ ਵਿੱਚ ਕੰਮ ਕੀਤਾ ਹੋਣਾ ਚਾਹੀਦਾ। ਔਰ ਇਹਦੀ ਇੱਕ ਦੂਸਰੀ ਜਿਹੜੀ ਸ਼ਰਤ ਹੈਗੀ ਹੈ ਗਿੱਲ ਸਾਹਿਬ, ਉਹ ਹੈਗੀ ਆਇਲਸ ਸਕੋਰ ਦੀ। ਜੇ ਤੁਸੀਂ OA ਦੇ ਵਿੱਚ ਅਪਲਾਈ ਕਰਨਾ ਤਾਂ ਤੁਸੀਂ ਜਿਹੜਾ ਤੁਹਾਡੇ ਕੋਲ CLB ਲੈਵਲ 7 ਹੋਣਾ ਚਾਹੀਦਾ। ਔਰ ਜੇ ਤੁਸੀਂ B ਲੈਵਲ ਜੌਬਸ ਦੇ ਲਈ ਅਪਲਾਈ ਕਰਨਾ, B 9 ਕੈਟਾਗਰੀ ਦੇ ਵਿੱਚ ਤੁਸੀਂ ਅਪਲਾਈ ਕੀਤਾ ਤਾਂ ਤੁਸੀਂ ਜਿਹੜਾ CLB ਤੁਹਾਡਾ ਉਹ ਸਿਰਫ 5 ਹੋਣਾ ਚਾਹੀਦਾ। ਮੈਂ ਸਮਝਾ ਦਿਆਂ ਕਿ CLB 7 ਦਾ ਕੀ ਮਤਲਬ ਹੈਗਾ ਜੀ। ਜੇ ਤੁਸੀਂ ਆਇਲਸ ਕੀਤਾ ਤਾਂ ਤੁਸੀਂ ਜਿਹੜਾ CLB 7 ਦਾ ਮਤਲਬ ਹੈਗਾ ਤੁਹਾਡੇ 6 ਬੈਂਡ ਹੋਣੇ ਚਾਹੀਦੇ ਆ। ਲਿਸਨਿੰਗ ਦੇ ਵਿੱਚੋਂ, ਰਾਈਟਿੰਗ ਦੇ ਵਿੱਚੋਂ, ਰੀਡਿੰਗ ਦੇ ਵਿੱਚੋਂ ਤੇ ਸਪੀਕਿੰਗ ਦੇ ਵਿੱਚੋਂ ਤੁਹਾਡੇ ਸਿਰਫ 6 ਬੈਂਡ ਹੋਣ। ਜੇ ਤੁਸੀਂ CLB 5 ਆਪਾਂ ਕਹਿੰਦੇ ਹਾਂ ਜੀ ਕਿ ਲਿਸਨਿੰਗ, ਸਪੀਕਿੰਗ, ਰਾਈਟਿੰਗ ਦੇ ਵਿੱਚ ਤੁਹਾਡੇ 5 ਬੈਂਡ ਹੋਣ ਤੇ ਰੀਡਿੰਗ ਦੇ ਵਿੱਚੋਂ ਸਿਰਫ ਤੁਹਾਡੇ 4 ਬੈਂਡ ਹੋਣ। ਔਰ ਕੁਝ ਸਟੂਡੈਂਟ ਜਿਹੜੇ ਹੈਗੇ ਉਹ ਆਇਲਸ ਜਿਹੜਾ ਸੈਲ ਪੇਪਰ ਨੂੰ ਪ੍ਰੈਫਰ ਕਰਦੇ ਹੋ, ਵੀ ਇੱਕ ਹੋਰ ਪੇਪਰ ਹੈਗਾ ਜਿਹੜਾ ਲੈਂਗੁਏਜ ਦਾ ਮਾਪਦੰਡ ਤੈਅ ਕਰਦਾ। ਉਹਦੇ ਵਿੱਚ ਜੇ ਤੁਸੀਂ CLB 7 ਹੈ ਤੁਹਾਡੇ 7 ਬੈਂਡ ਹੋਣ ਹਰੇਕ ਦੇ ਵਿੱਚੋਂ, ਜੇ CLB 5 ਹੈ ਤਾਂ 5 ਬੈਂਡ ਹੋਣ। ਜੇ ਤੁਸੀਂ ਇਹ ਕੰਡੀਸ਼ਨਾਂ ਪੂਰੀਆਂ ਕਰਦੇ ਹੈਗੇ ਹੋ, ਤੁਹਾਡੇ CLB 7 ਹੈਗੇ ਜਾਂ CLB 5 ਹੈਗੇ, ਤੁਸੀਂ OA ਤੇ B ਕੈਟਾਗਰੀ ਦੇ ਵਿੱਚ ਤੁਸੀਂ ਕੰਮ ਕੀਤਾ ਹੈਗਾ ਪਿਛਲੇ 3 ਸਾਲਾਂ ਦੇ ਵਿੱਚ 1 ਸਾਲ, ਜਾਂ ਤੁਸੀਂ ਫੁੱਲ ਟਾਈਮ ਜਾਂ ਪਾਰਟ ਟਾਈਮ 1560 ਘੰਟੇ ਤੁਹਾਡੇ ਕੋਲ ਪਿਛਲੇ 3 ਸਾਲਾਂ ਦੇ ਵਿੱਚ ਹੈਗੇ। ਇੱਕ ਤੋਂ ਜ਼ਿਆਦਾ ਨੌਕਰੀ ਤੋਂ ਵੀ ਹੈਗੇ ਆ, ਭਾਵੇਂ ਇੱਕ ਤੋਂ ਹੈ ਜਾਂ ਇੱਕ ਤੋਂ ਜ਼ਿਆਦਾ ਤੋਂ ਹੈਗੇ ਆ, ਤੇ 3 ਸਾਲਾਂ 'ਚ, ਪਿਛਲੇ 3 ਸਾਲਾਂ 'ਚ ਸਿਰਫ 1 ਸਾਲ ਦਾ ਐਕਸਪੀਰੀਅੰਸ ਹੈ ਤੁਹਾਡੇ ਕੋਲ ਜੀ। ਅੱਛਾ, ਹੁਣ ਇਹਦੇ ਵਿੱਚੋਂ ਜਿਹੜੇ ਰਹਿ ਗਏ ਜੀ ਉਹਨਾਂ ਨੇ ਦੁਖੀ ਹੋਣਾ ਵੀ ਸਾਡਾ ਕੀ ਕਸੂਰ ਹੈ। ਕੁਛ ਇਹਦਾ ਮਤਲਬ ਇਹ ਵੀ ਲੱਗ ਰਿਹਾ ਹੈ ਕਿ ਸਰਕਾਰ ਰਾਜਨੀਤੀ ਵੀ ਹੈ ਜਿਹੜੀ ਅੱਜ PR ਹੋਣਾ, ਉਹਨੇ ਸਿਟੀਜ਼ਨ ਹੋਣਾ, ਉਹ ਵੋਟਾਂ ਪਾਉਣਗੇ। ਚਲੋ ਵੋਟਾਂ ਕਿਸੇ ਨੂੰ ਵੀ ਪਾਉਣਗੇ, ਇਹ ਤਾਂ ਹੈ ਨਹੀਂ ਕਿਹਨੂੰ ਪਾਉਣੀਆਂ, ਪਰ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਨੌਜਵਾਨ ਤਬਕਾ ਪੱਕਾ ਹੋ ਰਿਹਾ। ਸਾਨੂੰ ਇਸ ਦੇਸ਼ 'ਚ ਲੋੜ ਹੈ। ਕੱਲ੍ਹ ਨੂੰ ਜਦ ਅਸੀਂ ਰਿਟਾਇਰ ਹੋਣਾ, ਸਾਡੇ ਭੱਤੇ ਤੁਸੀਂ ਦੇਣੇ ਨੇ, ਸੋ ਜਿਵੇਂ ਅਸੀਂ ਪਹਿਲਾਂ ਦਿੱਤੇ ਨੇ। ਮੈਂ ਇਸ ਗੱਲ ਤੋਂ ਮੇਰੀ ਬਹੁਤ ਖੁਸ਼ੀ ਆ। ਹੁਣ ਤੁਸੀਂ ਬਹੁਤ ਨੇੜਿਓਂ ਵੇਖਦੇ ਹੋ, ਜਰਨਲਿਜ਼ਮ ਪੜ੍ਹ ਕੇ ਆਏ ਹੋ, ਮੈਨੂੰ ਬੜਾ ਮਾਣ ਹੈ। ਸਾਡੇ ਬਹੁਤ ਤੁਸੀਂ ਅਗਾਂਹ ਵਧੂ ਵਿਚਾਰਾਂ ਦੇ ਨੌਜਵਾਨ ਹੋ। ਇਹ ਲੱਗਦਾ ਵੀ ਕੰਟੀਨਿਊਟੀ ਹੋਏਗੀ? ਹਾਂਜੀ ਜੀ ਗਿੱਲ ਸਾਹਿਬ, ਬਿਲਕੁਲ। ਇਹ ਸਰਕਾਰ ਵਾਰ-ਵਾਰ ਇਹ ਜਿਹੜਾ ਇੰਡੀਕੇਸ਼ਨ ਦੇ ਰਹੀ ਹੈਗੀ ਕਿ ਇਹਦੀ ਕੰਟੀਨਿਊਟੀ ਬਣੀ ਰਹੇਗੀ, ਕਿਉਂਕਿ ਜਿਹੜਾ ਟਾਰਗੇਟ ਹੈ ਉਹ ਗਿੱਲ ਸਾਹਿਬ ਪੂਰਾ ਨਹੀਂ ਹੋ ਸਕਿਆ। ਔਰ ਕਿਤੇ ਨਾ ਕਿਤੇ ਇੱਕ ਮੰਗ ਉੱਠ ਰਹੀ ਸੀਗੀ ਕਿ ਜਦੋਂ ਤੁਸੀਂ ਬਾਹਰੋਂ ਬੰਦੇ ਬੁਲਾਏ ਨਹੀਂ ਜਾ ਰਹੇ ਹੈਗੇ ਤਾਂ ਜਿਹੜਾ ਤੁਸੀਂ ਆਪਣਾ ਕੋਟਾ ਪੂਰਾ ਕਰਨਾ ਇੱਥੋਂ ਪੂਰਾ ਕਰੋ, ਕਿਉਂਕਿ ਜਿਹੜੇ ਸਟੂਡੈਂਟ ਹੈਗੇ ਆ ਉਹ ਹਰ ਤਰ੍ਹਾਂ ਦੀ ਨੌਕਰੀਆਂ ਦੇ ਵਿੱਚ ਇਨਵੋਲਵ ਹੈਗੇ ਆ। ਉਹਨਾਂ ਨੇ COVID-19 ਦੇ ਵਿੱਚ ਕੰਮ ਵੀ ਕੀਤਾ ਹੈਗਾ। ਸੋ ਮੰਗ ਉੱਠ ਰਹੀ ਸੀ ਕਿਉਂ ਨਾ ਜਿਹੜਾ ਤੁਸੀਂ ਚੈਰਿਟੀ ਬਿਗਿਨਸ ਐਟ ਹੋਮ ਪਹਿਲਾਂ ਇਹਨਾਂ ਬੰਦਿਆਂ ਨੂੰ ਪੱਕਾ ਕਰ ਦਿਓ, ਇਹਦੀ ਬਜਾਏ ਕਿ ਤੁਸੀਂ ਬਾਹਰਲੇ ਬੰਦਿਆਂ ਨੂੰ ਬੁਲਾ ਕੇ ਉੱਥੋਂ ਪੱਕਾ ਕਰੋ। ਸੋ ਵਾਰ-ਵਾਰ ਇੰਡੀਕੇਸ਼ਨ ਹੈਗੀ ਹੈ ਸਰਕਾਰ ਵੱਲੋਂ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਟੂਡੈਂਟ ਨੂੰ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜ਼ਰੀਏ। ਔਰ ਇੱਕ ਟ੍ਰੈਂਡ ਬਣ ਗਿਆ ਸੀਗਾ ਬੀਤੇ ਦਿਨੀ ਗਿੱਲ ਸਾਹਿਬ ਕਿ ਤੁਸੀਂ ਇੱਥੇ ਪੁਆਇੰਟ ਨਹੀਂ ਪੂਰੇ ਹੋ ਰਹੇ ਹੈਗੇ ਤਾਂ ਤੁਸੀਂ ਕੁਝ ਜਿਹੜੇ ਸਟੂਡੈਂਟ ਹੈਗੇ ਉਹ ਮੈਨੀਟੋਬਾ ਦੇ ਵਿੱਚ ਵਿਨੀਪੈਗ ਜਾਂ ਨੋਵਾ ਸਕੋਸ਼ੀਆ ਜਾਂ ਪ੍ਰਿੰਸ ਐਡਵਰਡ ਆਈਲੈਂਡ ਜਾਂਦੇ ਆ, ਔਰ ਜਾਂ ਫਿਰ ਬਹੁਤ ਮਹਿੰਗੇ ਭਾਅ ਦੇ ਉੱਤੇ ਉਹ ਸੌਦੇ ਕਰਦੇ ਹੈਗੇ ਤਾਂ ਕਿ ਉਹ ਆਪਣੀ PR ਹੋ ਸਕਣ। ਉਹ ਸਾਰੇ ਕਾਸੇ ਤੋਂ ਹੁਣ ਇੱਕ ਨਿਜਾਤ ਸਟੂਡੈਂਟਸ ਨੂੰ ਮਿਲਦੀ ਨਜ਼ਰ ਆ ਰਹੀ ਹੈਗੀ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਲੱਗ ਰਿਹਾ ਹੈਗਾ, ਕਿਉਂਕਿ 27,000 ਪਹਿਲਾ ਡਰਾ ਹੈਗਾ ਗਿੱਲ ਸਾਹਿਬ, ਅਦਰਵਾਈਜ਼ 3,000 ਜਾਂ 3,500 3,800 ਇੰਨੇ ਬੰਦੇ ਬੁਲਾਏ ਜਾਂਦੇ ਆ। 27,332 ਬੰਦਿਆਂ ਦਾ ਬੈਕਲੌਗ ਇੱਕੋ ਦਮ ਕਲੀਅਰ ਕਰਤਾ, ਇੱਕ ਝਟਕੇ ਦੇ ਵਿੱਚ 27,000 ਬੰਦਿਆਂ ਨੂੰ PR ਦੇ ਦਿੱਤੀ ਹੈ। ਤਾਂ ਹੁਣ ਬਹੁਤ ਸਾਰਾ ਬੈਕਲੌਗ ਕਲੀਅਰ ਹੋ ਗਿਆ। ਮੈਰਿਟ ਡਾਊਨ ਰਹਿਣ ਦੇ ਪੂਰੇ ਚਾਂਸਸ ਹੈਗੇ ਆ। ਔਰ ਜਿਹੜੇ ਵੀ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਹੋ ਜ਼ਰੂਰ ਵੈਬਸਾਈਟ 'ਤੇ ਜਾਣ, ਆਪਣੀ ਐਲੀਜੀਬਿਲਿਟੀ ਚੈੱਕ ਕਰਨ ਔਰ ਜਲਦੀ ਤੋਂ ਜਲਦੀ ਅਪਲਾਈ ਕਰਨ, ਕਿਉਂਕਿ ਸਿਰਫ ਉਸੇ ਬੰਦੇ ਨੂੰ ਇਨਵੀਟੇਸ਼ਨ ਹੋਣਾ ਜਿਹੜਾ ਪੂਲ ਦੇ ਵਿੱਚ ਹੈ। ਜੇ ਤੁਸੀਂ ਭਾਵੇਂ 500 ਪੁਆਇੰਟ ਬਣਾਈ ਬੈਠੇ ਹੋ, ਤੁਸੀਂ ਪੂਲ ਦੇ ਵਿੱਚ ਨਹੀਂ ਹੈਗੇ, ਤੁਹਾਨੂੰ ਇਨਵੀਟੇਸ਼ਨ ਨਹੀਂ ਆਉਣਾ। ਔਰ 75 ਵਾਲੇ ਨੂੰ ਇਨਵੀਟੇਸ਼ਨ ਆ ਗਿਆ। ਜੀ ਵਿਦਿਆਰਥੀਆਂ ਤੋਂ ਬਿਨਾਂ ਕੋਈ ਸਿੱਧਾ ਵਰਕ ਪਰਮਿਟ ਤੇ ਆਇਆ ਉਹ ਵੀ ਜੀ ਬਿਲਕੁਲ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਮਤਲਬ ਹੈ ਤੁਹਾਡੇ ਕੋਲੇ 3 ਸਾਲਾਂ ਦੇ ਵਿੱਚੋਂ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਇਹਦੇ 'ਚ ਐਜੂਕੇਸ਼ਨ ਦਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ। ਜੇ ਕੋਈ ਬੰਦਾ ਵਰਕ ਪਰਮਿਟ ਤੇ ਆਇਆ ਹੈਗਾ, ਪਿਛਲੇ 3 ਸਾਲਾਂ ਦੇ ਵਿੱਚੋਂ 1 ਸਾਲ ਉਹਨੇ ਕੰਮ ਕੀਤਾ ਹੈਗਾ OA ਤੇ B ਦੇ ਵਿੱਚ, ਉਹਦੇ ਕੋਲੇ CLB 7 ਜਾਂ CLB 5 ਹੈਗੀ ਆ, ਉਹ ਬੰਦਾ ਵੀ ਅਪਲਾਈ ਕਰ ਸਕਦਾ। ਜ਼ਰੂਰੀ ਨਹੀਂ ਕਿ ਸਿਰਫ ਸਟੂਡੈਂਟਸ ਲਈ ਹੈਗਾ, ਬਟ ਕਿਉਂਕਿ ਮੋਸਟਲੀ ਸਟੂਡੈਂਟਸ ਇਹਦੇ ਬਾਅਦ ਜਾ ਕੇ ਵਰਕ ਪਰਮਿਟ ਲੈਂਦੇ ਹੈਗੇ, ਉਹਨਾਂ ਲਈ ਮੰਨਿਆ ਜਾਂਦਾ ਕਿ ਉਹਨਾਂ ਲਈ ਹੈਗਾ। ਪਰ ਇਹ ਜਿਹੜਾ ਵਰਕ ਪਰਮਿਟ ਤੇ ਜੇ ਕੋਈ ਬੰਦਾ ਸਿੱਧਾ ਆਇਆ ਹੈਗਾ ਉਹ ਵੀ ਇਹਦੇ ਵਿੱਚ ਅਪਲਾਈ ਕਰ ਸਕਦਾ। ਜੀ ਗਿੱਲ ਸਾਹਿਬ। ਅੱਛਾ, ਪ੍ਰਕਿਰਿਆ ਜਦ ਹੁਣ ਇਹਨਾਂ ਨੂੰ ਫਾਈਨਲ ਹੋ ਗਿਆ PR, ਇਹ ਕਦ ਤੋਂ ਹੋਣਗੇ? ਜੀ ਗਿੱਲ ਸਾਹਿਬ, ਇਹ ਕੱਲ੍ਹ ਜਿਹੜਾ ਹੁਣ ਇਹਨਾਂ ਨੂੰ ਇਨਵੀਟੇਸ਼ਨ ਆ ਚੁੱਕਿਆ ਜੀ, ਔਰ 60 ਦਿਨਾਂ ਦੇ ਵਿੱਚ ਇਹ ਆਪਣੇ ਸਾਰੇ ਡਾਕੂਮੈਂਟਸ ਲਗਾ ਸਕਦੇ ਹੈਗੇ ਆ। ਆਪਣੇ ਜੋ ਇਹਨਾਂ ਨੇ ਜੌਬ ਕੀਤੀ ਹੈਗਾ ਉਹਦੇ ਡਾਕੂਮੈਂਟਸ, ਪੇ ਸਟਬਸ ਜਾਂ ਹੋਰ ਜਿਹੜੇ ਆਪਦੇ ਇੰਪਲੋਇਰ ਤੋਂ ਜਿਹੜਾ ਲੈਟਰ ਲੈਣਾ ਉਹ ਲਗਾ ਕੇ ਦੇ ਸਕਦੇ, ਮੈਡੀਕਲ ਵਗੈਰਾ ਆਪਦਾ ਦੇ ਸਕਦੇ ਹੈਗੇ। ਔਰ ਉਸ ਤੋਂ ਬਾਅਦ 3 ਜਾਂ 4 ਮਹੀਨਿਆਂ ਦੇ ਵਿੱਚ ਗਿੱਲ ਸਾਹਿਬ ਇਹਨਾਂ ਬੰਦਿਆਂ ਨੇ PR ਹੋ ਜਾਣਾ ਹੈਗਾ। ਸਰਮੀਤ, ਪਹਿਲਾਂ ਸਕੋਰ ਕੀ ਹੁੰਦਾ? 75 ਤੋਂ ਪਹਿਲਾਂ ਜ਼ਿਆਦਾ ਵੀ ਸੀ? ਜੀ ਬਹੁਤ
ਬਾਅਦ ਗਿੱਲ ਸਾਹਿਬ 450 452 ਜਿਹੜਾ ਇਹ ਡਰਾ ਰਹਿੰਦਾ ਸੀ ਮੋਸਟਲੀ। ਔਰ ਪਹਿਲਾਂ ਜਿਹੜਾ ਡਰਾ ਸੀਗਾ ਗਿੱਲ ਸਾਹਿਬ ਉਹ ਇਕੱਠਾ ਨਿਕਲਦਾ ਸੀਗਾ, ਐਕਸਪ੍ਰੈਸ ਐਂਟਰੀ ਦਾ ਡਰਾ ਨਿਕਲਦਾ ਸੀ, ਜੋ ਬਾਹਰਲੇ ਇੰਟਰਨੈਸ਼ਨਲ ਬੰਦਿਆਂ ਦਾ ਜਿਹੜਾ ਉਹਨਾਂ ਦਾ ਵਰਕ ਐਕਸਪੀਰੀਅੰਸ ਸੀਗਾ, ਉੱਥੇ ਉਹਨਾਂ ਦਾ ਸਟੱਡੀ ਦਾ ਐਕਸਪੀਰੀਅੰਸ ਸੀਗਾ, ਉਹ ਜ਼ਿਆਦਾ ਹੁੰਦਾ ਸੀਗਾ, ਜਿਹਦੇ ਕਰਕੇ ਇਹ ਡਰਾ 480 482 478 ਉੱਥੇ ਵੀ ਰਹਿੰਦਾ ਸੀਗਾ। ਔਰ ਪਿਛਲੇ ਜਦੋਂ ਕੋਵਿਡ ਇਹ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾ ਪਿੱਛੇ ਜਦੋਂ ਕੋਵਿਡ ਕਰਕੇ ਬੰਦੇ ਨਹੀਂ ਆ ਸਕੇ ਤਾਂ ਇਹਨਾਂ ਨੇ ਸੋਚਿਆ ਕਿ ਚਲੋ ਜਿਹੜੇ ਇੱਥੇ ਹੈਗੇ ਇਹਨਾਂ ਨੂੰ ਇਸ ਪੂਲ ਦੇ ਵਿੱਚ ਲਿਆ ਜਾਵੇ, ਉਹਦੇ ਕਰਕੇ ਇਹ 432 425 ਤੇ ਵੀ ਆਇਆ। ਪਰ ਇਹ ਦਿਸ ਇਜ਼ ਹਿਸਟਰੀ 'ਚ ਪਹਿਲੀ ਵਾਰੀ ਹੋ ਰਿਹਾ ਕਿ ਇੰਨਾ ਘੱਟ ਜਿਹੜਾ CRS ਤੇ 75 ਤੇ ਜਿਹੜਾ ਇਨਵੀਟੇਸ਼ਨ ਬਹੁਤ ਸਾਰੇ ਸਟੂਡੈਂਟ ਨੂੰ ਆ ਗਿਆ। ਇਹਦਾ ਰੀਜ਼ਨ ਇੱਕ ਇਹੀ ਹੈ ਕਿ ਜ਼ਿਆਦਾ ਬਲਕ ਦੇ ਵਿੱਚ ਇਨਵੀਟੇਸ਼ਨ ਗਏ ਤਾਂ ਕਰਕੇ ਜਿਹੜੀ ਮੈਰਿਟ ਹੈ ਉਹ ਡਾਊਨ ਆਈ। ਜੀ ਗੱਲ ਸਾਹਿਬ। ਦੂਸਰਾ ਸਦਾ ਹੀ ਆਪਣੇ ਇਸ ਮੰਚ ਦੇ ਵਿੱਚੋਂ ਸ਼ੇਰੇ ਪੰਜਾਬ ਜਦ ਦਾ ਸ਼ੁਰੂ ਹੋਇਆ ਭਾਈਚਾਰੇ ਦੇ ਲਈ ਠਿੱਕ ਡਾਹ ਕੇ ਅਸੀਂ ਕੰਮ ਕੀਤਾ। ਪਿਛਲੇ ਦਿਨੀ ਸਾਡੇ ਜਿਹੜਾ ਅਸਲ ਗੱਲ ਚੱਲੀ ਸੀ ਐਕਸੀਡੈਂਟ ਹੋਣ ਤੇ, ਤੁਸੀਂ ਉਸ ਖਬਰ ਨੂੰ ਲੈ ਕੇ ਆਏ, ਆਪਾਂ ਗੱਲ ਕੀਤੀ। ਉਸ ਤੋਂ ਬਾਅਦ ਵਾਸ਼ਰੂਮ ਦੀ ਤੇ ਫੈਸਿਲਿਟੀ ਦੀ ਈ-ਲੌਗ ਲੱਗਣੀਆਂ, ਟਰੱਕ ਖੜਨਗੇ ਕਿੱਥੇ, ਉਹਨਾਂ ਦੀ ਸਹੂਲਤਾਂ ਬਾਰਡਰ ਟੱਪਦੇ ਸਾਰੇ ਜ਼ਿਆਦਾ ਲਬਾਟਾ ਚਲੇ ਜਾਂਦਾ, ਹੀਟਡ ਪੂਰੇ ਵਾਸ਼ਰੂਮ, ਕਲੀਨ ਵਾਸ਼ਰੂਮ ਜਿਹੜੇ ਨੇ ਹਾਈਵੇ ਦੇ ਨਾਲ ਨੇ ਤੇ ਜਾਂ ਐਡਮਿੰਟਨ ਨੂੰ ਜਾਂਦੇ ਆ। ਇੱਕ ਸਾਡਾ ਆਪਣੇ ਮੁੰਡਿਆਂ ਨੇ ਇਕੱਠ ਕੀਤਾ ਉਸ ਦਿਨ, ਅਜੇ ਤੂਰ ਉਹਨਾਂ ਨੇ ਆ ਕੇ ਗੱਲ ਕੀਤੀ। ਧੰਨਵਾਦ, ਤੁਸੀਂ ਛੁੱਟੀ ਦੇ ਵਿੱਚ ਵੀ ਉਹਨਾਂ ਨੂੰ ਕਵਰ ਕਰਨ ਗਏ ਆਪਣੇ ਬੇਅਰ ਕ੍ਰੀਕ ਦੇ ਵਿੱਚ। ਉਸ ਰੈਲੀ ਦੇ ਬਾਰੇ ਦੱਸੋ ਜੀ। ਗਿੱਲ ਸਾਹਿਬ, ਉਹ ਸ਼ੇਰੇ ਪੰਜਾਬ ਵੱਲੋਂ ਸਦਾ ਹੀ ਜਿਹੜਾ ਟਰੱਕਰਸ ਦੇ ਇਸ਼ੂ ਤੇ ਹੋਰ ਇਸ਼ੂਜ਼ ਚੱਕੇ ਜਾਂਦੇ ਹੈਗੇ, ਔਰ ਆਪਾਂ ਜਦੋਂ ਪਿੱਛੇ ਜੇ ਇਹ ਕੁੱਕਾਹਲਾ ਹਾਈਵੇ ਦਾ ਇਸ਼ੂ ਚੱਕਿਆ ਸੀਗਾ, ਔਰ ਤੁਸੀਂ ਇਹ ਇਸ਼ੂ ਵੀ ਚੱਕਿਆ ਸੀਗਾ ਕਿ ਜਿਹੜੇ ਵਾਸ਼ਰੂਮਸ ਵਗੈਰਾ ਦੇ ਹਾਲਾਤ ਹੈਗੇ ਉਹ ਬੜੀ ਰੱਦੀ ਹਾਲਾਤ ਹੈਗੇ ਆ। ਔਰ ਗਿੱਲ ਸਾਹਿਬ, ਜਦੋਂ ਮੈਂ ਦੇਖਦਾ ਹੈਗਾ ਕਿ ਜਿਹੜਾ COVID-19 ਜਦੋਂ ਸਾਰੇ ਬੰਦੇ ਘਰੇ ਬਹਿ ਗਏ ਸੀਗੇ ਤਾਂ ਇੱਕ ਟਰੱਕਰ ਹੀ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ। ਜਦੋਂ ਸਾਰੇ ਘਰੇ ਬਹਿ ਗਏ ਸੀ ਤਾਂ ਇੱਕ ਟਰੱਕਰ ਸੀ ਜਦੋਂ ਤੁਹਾਡੇ ਗਰੋਸਰੀਜ਼ ਨੂੰ, ਹੋਰ ਸਾਰੇ ਸਾਡੇ ਸਮਾਨ ਨੂੰ ਅਮਰੀਕਾ ਤੋਂ, ਕੈਨੇਡਾ, ਹੋਰ ਮੁਲਕਾਂ ਤੋਂ ਲੈ ਕੇ ਆ ਰਹੇ ਸੀਗੇ। ਪਰ ਜਦੋਂ ਮੈਂ ਦੇਖਦਾ ਹੈਗਾ ਗਿੱਲ ਸਾਹਿਬ ਕਿ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਹੈਗੇ, ਉਹਨਾਂ ਦੀ ਕੋਈ ਸੇਫਟੀ ਦਾ ਕੋਈ ਪ੍ਰਬੰਧ ਨਹੀਂ ਹੈਗਾ, ਔਰ ਸਰਕਾਰ ਉਹਨਾਂ ਦੀ ਵਾਰ-ਵਾਰ ਗੱਲ ਸੁਣ ਨਹੀਂ ਰਹੀ ਹੈਗੀ। ਆਪਾਂ ਪਿਛਲੇ ਹਫ਼ਤੇ ਇਸ 'ਤੇ ਇੱਕ ਤੁਸੀਂ ਪ੍ਰੋਗਰਾਮ ਵੀ ਕੀਤਾ ਸੀਗਾ, ਔਰ ਉਸ ਤੋਂ ਬਾਅਦ ਦੇ ਵਿੱਚ ਅੱਜ ਐਤਵਾਰ ਨੂੰ ਉਹਨਾਂ ਨੇ ਜਿਹੜੀ ਰੈਲੀ ਕੀਤੀ ਹੈਗੀ ਹੈ ਬੇਅਰ ਕ੍ਰੀਕ ਪਾਰਕ ਦੇ ਵਿੱਚ, ਉੱਥੋਂ ਉਹਨਾਂ ਨੇ ਮੰਗ ਚੱਕੀ ਹੈਗੀ ਹੈ। ਬਹੁਤ ਸਾਰੇ ਜਿਹੜੇ ਟਰੱਕਰਸ ਹੈਗੇ ਉਹ ਇਸ ਐਲੇ ਦੇ ਵਿੱਚ ਇਕੱਠੇ ਹੋਏ ਸੀਗੇ, ਔਰ ਕੁਲਵਿੰਦਰ ਗਿੱਲ ਹੋਰਾਂ ਨੇ, ਅਜੇ ਤੂਰ ਹੋਰਾਂ ਨੇ ਔਰ ਗਗਨ ਸਿੰਘ ਹੋਰਾਂ ਨੇ ਇਹ ਹਮਲਾ ਜਿਹੜਾ ਮਾਰਿਆ ਹੈਗਾ, ਉੱਥੇ ਉਹਨਾਂ ਨੇ ਆਵਾਜ਼ ਚੱਕੀ। ਉਹਨਾਂ ਦੀ ਮੰਗ ਹੈ ਕਿ ਕੋਕਾਹਲਾ ਜਿਹੜਾ ਹਾਈਵੇ ਹੈਗਾ ਉਹਦੀ ਸਫਾਈ ਕੀਤੀ ਜਾਵੇ, ਸਨੋ ਦੀ ਉਹ ਤੋਂ ਸਫਾਈ ਕੀਤੀ ਜਾਵੇ। ਔਰ ਉਹਨਾਂ ਨੇ ਕੁਝ ਪੋਸਟਰਸ ਵੀ ਛਪਵਾਏ ਹੈਗੇ ਆ, ਜਿਹੜੇ ਪੋਸਟਰਸ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਟਰੱਕਾਂ ਦੇ ਅੱਗੇ ਲਗਾਓ ਤਾਂ ਕਿ ਸਰਕਾਰ ਤੱਕ ਮੰਗ ਪਹੁੰਚੇ। ਔਰ ਸਰਕਾਰ ਨੂੰ ਈਮੇਲਾਂ ਭੇਜਣ ਦੀ ਵੀ ਉੱਥੇ ਗੱਲ ਚੱਲੀ ਹੈਗੀ ਕਿ ਸਰਕਾਰ ਦਾ ਜਿਹੜਾ ਕੁੰਡਾ ਖੜਕਾਇਆ ਜਾਵੇ, ਈਮੇਲਾਂ ਲਗਾਤਾਰ ਜਿਹੜਾ ਟਰਾਂਸਪੋਰਟ ਮਿਨਿਸਟਰ ਨੂੰ ਪਾਈਆਂ ਜਾਣ ਤਾਂ ਜੋ ਸਰਕਾਰ ਉਹਨਾਂ ਦੀ ਗੱਲ ਸੁਣ ਸਕੇ। ਪਰ ਹੈਰਾਨੀ ਦੀ ਗੱਲ ਹੈਗੀ ਗਿੱਲ ਸਾਹਿਬ ਕਿ ਸਰਕਾਰ ਦੇ ਜਿਹੜੀ ਕੰਨ ਦੇ ਕੋਈ ਜੂੰ ਨਹੀਂ ਸਰਕ ਰਹੀ ਹੈਗੀ। ਇੰਨੇ ਮਾੜੇ ਹਾਲਾਤਾਂ ਦੇ ਵਿੱਚ ਟਰੱਕਰ ਜਿਹੜੇ ਰਹਿ ਰਹੇ ਹੈਗੇ, ਔਰ ਕਾਫੀ ਸਾਰੇ ਜਿਹੜੇ ਐਕਸੀਡੈਂਟਸ ਵੀ ਕੋਕਾਹਲਾ ਹਾਈਵੇ ਤੇ ਆਪਾਂ ਸੁਣਦੇ ਹੈਗੇ ਆ ਕਿ ਹੋ ਰਹੇ ਹੈਗੇ। ਔਰ ਉਮੀਦ ਅਸੀਂ ਕਰਦੇ ਹੈਗੇ ਕਿ ਸਰਕਾਰ ਉਹਨਾਂ ਦੀ ਜਿਹੜੀ ਗੱਲ ਤੇ ਜ਼ਰੂਰ ਧਿਆਨ ਦੇਊਗੀ। ਔਰ ਮੈਂ ਇੱਕ ਜ਼ਿਕਰ ਕਰਦਿਆਂ ਗਿੱਲ ਸਾਹਿਬ ਕਿ ਉੱਥੇ ਜਿਹੜਾ ਸ਼ੇਰੇ ਪੰਜਾਬ ਦਾ ਵੀ ਜ਼ਿਕਰ ਹੋਇਆ ਸਟੇਜ ਦੇ ਉੱਤੇ ਕਿ ਸ਼ੇਰੇ ਪੰਜਾਬ ਨੇ ਲਗਾਤਾਰ ਜਿਹੜਾ ਟਰੱਕਰਸ ਦੇ ਇਸ਼ੂ ਨੂੰ ਰੇਜ਼ ਕੀਤਾ ਹੈਗਾ, ਤੁਹਾਡਾ ਜ਼ਿਕਰ ਹੋਇਆ ਜੀ ਉੱਥੇ, ਔਰ ਉਹਨਾਂ ਨੇ ਸਪੈਸ਼ਲੀ ਧੰਨਵਾਦ ਵੀ ਕੀਤਾ ਹੈਗਾ ਕਿ ਸ਼ੇਰੇ ਪੰਜਾਬ ਜਿਹੜਾ ਉਹਨਾਂ ਦੀ ਆਵਾਜ਼ ਬਣਦਾ। ਜੀ ਗਿੱਲ ਸਾਹਿਬ, ਧੰਨਵਾਦ ਬਹੁਤ ਸਾਰੀ ਟੀਮ ਦਾ, ਜਿਹੜਾ ਰਲ ਕੇ ਇੱਕ ਬਹੁਤ ਵਧੀਆ ਤਰੀਕੇ ਨਾਲ ਭਾਈਚਾਰੇ ਦੇ ਸਾਰੇ ਕੰਮਾਂ 'ਚ ਅਸੀਂ ਹਿੱਕ ਡਾਹ ਕੇ ਕੰਮ ਕਰਦੇ ਹਾਂ। ਗੁਰੂ ਪਾਤਸ਼ਾਹ ਕਿਰਪਾ ਰੱਖਣ, ਅਸੀਂ ਸੱਚ ਦਾ ਪੱਲਾ ਫੜ ਕੇ ਅਗਾਂਹ ਵੱਧਦੇ ਜਾਈਏ। ਸ਼ੁਭ ਸ਼ਾਮਾਂ, ਧੰਨਵਾਦ ਬਹੁਤ ਜੀ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਥੈਂਕ ਯੂ। ਸਰ ਸਰਮੀਤ ਸਿੰਘ ਗੱਲਬਾਤ ਕਰ ਰਹੇ ਸਨ, ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਐਕਸਪ੍ਰੈਸ ਐਂਟਰੀ ਦੇ ਵਿੱਚ 75 ਦਾ ਸਕੋਰ, 75 ਸਕੋਰ ਕੁਛ ਨਹੀਂ, ਇੱਕ 9 ਹੀ ਕੀਤਾ ਉਹਨਾਂ ਨੇ, 450 ਤੋਂ 75, 27,500 ਵਰਕ ਪਰਮਿਟ ਵਾਲੇ PR ਹੋ ਰਹੇ ਨੇ। ਇਸ ਗੱਲ ਦਾ ਬਹੁਤ ਵਧੀਆ ਲੱਗਿਆ, ਚੰਗਾ ਲੱਗਿਆ ਬਹੁਤ, ਤੇ ਇਸੇ ਲਈ ਟਰੂਡੋ ਸਰਕਾਰ ਨੂੰ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਦੇ ਲਈ ਇਹ ਬਚਾ ਲਏ 30 35 35 40 ਹਜ਼ਾਰ ਡਾਲਰਾਂ ਦੇ ਵਿੱਚ ਕਰਜ਼ਈ ਹੋਣ ਤੋਂ। ਤੇ ਹੁਣੇ ਹੀ ਵਪਾਰਕ ਸੰਦੇਸ਼ਾਂ ਤੋਂ ਬਾਅਦ ਸਤਵੀਰ ਗਿੱਲ, ਸੈਟ ਗਿੱਲ ਆਉਣਗੇ ਤੇ ਤੁਸੀਂ ਆਪਣੇ ਵਿੱਤੀ ਮਾਮਲਿਆਂ ਦੇ ਬਾਰੇ, ਵਿੱਤੀ ਉਲਝਣਾਂ ਦੇ ਬਾਰੇ ਕੋਈ ਸਵਾਲ ਉਹਨਾਂ ਨੂੰ ਪੁੱਛਣਾ ਚਾਹੋ, ਲਾਈਨਾਂ ਖੋਲਾਂਗੇ 604 204 0600। ਸਾਰਿਆਂ ਦਾ ਧੰਨਵਾਦ ਜੀ ਇੱਕ ਵਾਰ। ਸਤਵੀਰ ਸਿੰਘ ਗਿੱਲ, ਸੈਟ ਗਿੱਲ ਗੱਲਬਾਤ ਕਰਨਗੇ, ਜਿਹੜੇ ਉੱਘੇ ਆਰਥਿਕ ਮਾਹਰ ਨੇ, ਪੋਰਟਫੋਲੀਓ ਮੈਨੇਜਰ ਨੇ ਤੇ ਪੜ੍ਹਾਈ ਕੀਤੀ ਹੈ, ਕਮਿਊਨਿਟੀ ਐਕਟਿਵਿਸਟ ਨੇ, ਕਮਿਊਨਿਟੀ ਸਰਵ ਕਰਦੇ ਨੇ। ਤੇ ਤੁਹਾਡੇ ਸਵਾਲ ਅੱਜ ਆਪਾਂ ਲਵਾਂਗੇ। ਤੇ ਪ੍ਰੋਗਰਾਮ ਦੇ ਸਪਾਂਸਰ ਹਨ ਮਕੱਲਮ ਪੀਜ਼ਾ, ਐਬਸਫੋਰਡ 'ਚ 604 746 3636 ਨੰਬਰ ਹੈ। 2 ਪੀਜ਼ੇ ਤੁਸੀਂ ਉਹਨਾਂ ਤੋਂ ਆਰਡਰ ਕਰ ਸਕਦੇ ਹੋ $16 ਦੇ ਵਿੱਚ, ਤੇ $30 ਦਾ ਜੇ ਉਹਨਾਂ ਤੋਂ ਆਰਡਰ ਕਰੋਗੇ ਤਾਂ ਘਰੇ ਫ੍ਰੀ ਡਿਲੀਵਰੀ ਕਰਦੇ ਆ। ਮਕੱਲਮ ਪੀਜ਼ਾ 2388 ਮਕੱਲਮ ਰੋਡ, ਐਬਸਫੋਰਡ, mccullumPizza.ca ਤੇ ਜਾਂ ਸਕਿਪ ਦਾ ਡਿਸ਼ਜ਼ ਰਾਹੀਂ ਵੀ ਆਰਡਰ ਕਰ ਸਕਦੇ ਹੋ ਮਕੱਲਮ ਪੀਜ਼ਾ। ਐਬਸਫੋਰਡ ਮੈਕਸਿਮਮ ਕਾਰ ਸਟਾਰ 604 859 9223 ਨੰਬਰ ਹੈ।
2778 ਐਮਰਸਨ ਸਟਰੀਟ ਬਿਟਵੀਨ ਸੁਪਰ ਸਟੋਰ ਤੇ ਵੈਸਟੋਕ ਮਾਲ ਐਬਸਪੋਰਟ 'ਚ। ਤੇ ਤੁਸੀਂ ਇਹਨਾਂ ਤੋਂ ਬੋਡੀ ਵਰਕ ਪੇਂਟ ਦੀ ਜੌਬ, ਕੋਈ ਗੱਡੀ ਦਾ ਐਕਸੀਡੈਂਟ ਹੋ ਗਿਆ, ਉਹ ਇਹਨਾਂ ਤੋਂ ਰਿਪੇਅਰ ਕਰਾ ਸਕਦੇ ਹੋ। ਬਹੁਤ ਪ੍ਰੋਫੈਸ਼ਨਲ ਇਹਨਾਂ ਦੇ ਕੋਲ ਵਰਕਰ ਨੇ ਜਿਹੜੇ ਕੰਮ ਕਰਦੇ ਨੇ, ਬੋਡੀਮੈਨ ਤੇ ਪੇਂਟਰ। ਮੈਕਸ ਜਿਹੜਾ ਮੋਬਾਈਲ ਐਕਸੀਡੈਂਟ ਐਕਸਪ੍ਰੈਸ ਆ, ਫੋਨ ਦੇ ਨਾਲ ਹੀ ਤੁਸੀਂ ਖਿੱਚ ਕੇ ਫੋਟੋ ਭੇਜ ਦੇਣੀ ਹੈ ਤੇ ਉਸ ਤੋਂ ਬਾਅਦ ਉਹ ਕਲੇਮ ਤੁਹਾਡਾ ਜਿਹੜਾ ਹੈ ਉਹ ਥਰੂ ਕਰ ਦੇਣਗੇ, ਕਰਟਸੀ ਕਾਰ ਦੇਣਗੇ। 7 ਦਿਨ ਖੁੱਲ੍ਹਦੇ ਆ ਤੇ ਲਾਈਫ ਟਾਈਮ ਵਾਰੰਟੀ ਦਿੰਦੇ ਆ ਤੁਹਾਡੇ ਲਈ। ਕਮਿਊਨਿਟੀ ਓਰੀਐਂਟਡ, ਕਮਿਊਨਿਟੀ ਓਨਡ ਐਬਸਫੋਰਡ ਮੈਕਸਿਮਮ ਕਾਰ ਸਟਾਰ। ਜੈ ਖੰਗੂੜਾ ਆਪਣਾ ਮੁੰਡਾ ਉੱਥੇ ਕੰਮ ਕਰਦਾ ਹੈ ਤੇ ਤੁਸੀਂ ਉਹਨੂੰ ਵੀ ਮਿਲ ਸਕਦੇ ਹੋ। ਹੁਣ ਮੇਰੇ ਨਾਲ ਸਹਿਤ ਗਿੱਲ ਜੀ ਨੇ। ਗਿੱਲ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਜੀਤ ਸਿੰਘ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕਿਵੇਂ ਰਿਹਾ ਵੀਕਐਂਡ ਫਿਰ, ਲੌਂਗ ਵੀਕਐਂਡ? ਵਧੀਆ ਸੀ ਜੀ, ਸਨੋ ਪੈ ਗਈ। ਇਟਸ ਵੈਰੀ ਵੈਲ, ਯੈਸ। ਫੈਮਿਲੀ ਦੇ ਨਾਲ ਬਹੁਤ ਫਰਕ ਪੈਂਦਾ। ਹਾਂ ਹਾਂ। ਅੱਛਾ ਗਿੱਲ ਸਾਹਿਬ, ਕਦੇ ਕਦੇ ਜਦ ਕੋਈ ਨਿਊਜ਼ ਫਲੈਸ਼ ਹੁੰਦੀ ਹੈ, ਉਹਦੇ ਚੋਂ ਚਮਕ ਆਉਂਦੀ ਹੈ, ਨਿਗਾਹ ਚਲ ਜਾਂਦੀ ਹੈ। ਬਿਟਕੋਇਨ ਕਹਿੰਦੇ $50,000 ਇੱਕ ਬਿਟਕੋਇਨ ਦਾ ਹੈ। ਇਹ ਜਿਹੜੀ ਕ੍ਰਿਪਟੋ ਕਰੰਸੀ ਹੈ, ਇਹਦੇ ਬਾਰੇ ਵੀ ਸਮਝਾਓ ਜੀ ਲੋਕਾਂ ਨੂੰ, ਇਹ ਕੀ ਹੈ ਤੇ ਇਹ ਬਿਟਕੋਇਨ ਤੋਂ ਬਿਨਾਂ ਹੋਰ ਵੀ ਹੈ ਕਰੰਸੀ ਇਹ? ਹਾਂਜੀ, ਜਿਹੜੀ ਕ੍ਰਿਪਟੋ ਕਰੰਸੀ ਹੈਗੀ ਹੈ, ਕ੍ਰਿਪਟੋ ਕਹਿੰਦੇ ਬਿਕਾਜ਼ ਇਹ ਕੰਪਿਊਟਰਸ ਦੇ ਨਾਲ ਜਨਰੇਟ ਹੁੰਦੀ ਹੈ, ਕੋਈ ਗਵਰਨਮੈਂਟ ਦੇ ਪਿੱਛੇ ਹੈ ਨਹੀਂ, ਕੋਈ ਹੈ ਨਹੀਂ। ਇਹ ਐਕਚੁਅਲੀ ਐਲਗੋਰਿਥਮਸ ਸੋਲਵ ਕਰਕੇ ਕ੍ਰਿਪਟੋ ਕਰੰਸੀ ਬਣਦੀ ਆ। ਤੇ 50,000 ਹੋਵੇ ਬਿਕਾਜ਼ ਕਾਫੀ ਕੰਪਨੀਆਂ ਤੇ ਹੋਰ ਵੀ ਕਹਿੰਦੇ ਅਸੀਂ ਵੀ ਲੈਣੇ, ਵਧੀਆ ਚੀਜ਼ ਆਏ ਹੋ। ਜੋ ਮੋਸਟ ਲਾਈਕ ਜਿਹੜੇ ਲੈਂਦੇ ਉਹ ਸੋਚਦੇ ਵੀ ਫਿਊਚਰ ਦੇ ਵਿੱਚ ਇਹੀ ਕਰੰਸੀ ਰਹਿਣੀ ਹੈ, ਵੀ ਜਿਹੜੇ ਡਾਲਰ ਹੈ, US ਡਾਲਰ ਹੈ, ਚਾਈਨਾ ਦਾ ਵਾਨ, ਇੰਡੀਅਨ ਰੁਪੀ ਜਿਹੜੀ ਹੈਗੀ ਵੀ ਉਹ ਖਤਮ ਹੋ ਜਾਣੀ ਹੈ ਤੇ ਕ੍ਰਿਪਟੋ ਕਰੰਸੀ ਚੱਲੂਗੀ ਫਿਊਚਰ ਦੇ ਵਿੱਚ। ਇਹ ਆਏ ਸੋਚਦੇ ਆ। ਪਹਿਲਾਂ ਸੋਨਾ ਲੈਂਦੇ ਹੁੰਦੇ ਸੀਗੇ ਵੀ ਗੋਲਡ ਲੈ ਲਓ, ਸੇਫ ਆ, ਜੇ ਕੁਝ ਹੋ ਜਾਂਦਾ ਲਈ ਸੋਨਾ ਹੁੰਦਾ ਤੁਸੀਂ ਸੋਨਾ ਵੇਚ ਸਕਦੇ ਆ। ਹੁਣ ਉਹ ਕ੍ਰਿਪਟੋ ਵਿੱਚ ਚਲੇ ਗਿਆ ਬਿਕਾਜ਼ ਸੋਨਾ ਹਾਰਡ ਹੋ ਜਾਂਦਾ ਸਟੋਰ ਕਰਨ ਨੂੰ ਫॉर ਬਿਗ ਮਨੀ। ਤੇ ਕ੍ਰਿਪਟੋ ਦਾ ਲਾਈਕ ਰੈਗੂਲੇਸ਼ਨ ਹੈ ਨਹੀਂ, ਕੋਈ ਕਿਸੇ ਨੂੰ ਪਤਾ ਨਹੀਂ ਵੀ ਕਿੰਨੇ ਹੈਗੇ ਆ, ਕਿੱਥੇ ਹੈਗੇ ਆ। ਤੁਹਾਨੂੰ ਆਪਦੇ ਕੰਪਿਊਟਰ ਤੇ ਜਾਂ ਕ੍ਰਿਪਟੋ ਬੈਂਕ ਵਿੱਚ ਸਟੋਰ ਕਰਨੇ ਪੈਂਦੇ ਆ। ਕ੍ਰਿਪਟੋ ਬੈਂਕਸ ਵੀ ਬਹੁਤ ਲੁੱਟ ਗਏ ਬਿਕਾਜ਼ ਉਹ ਹੈਕਰਸ ਜਾ ਕੇ ਉੱਥੋਂ ਕ੍ਰਿਪਟੋ ਕਰੰਸੀ ਚੋਰੀ ਕਰ ਲੈਂਦੇ ਆ। ਬਹੁਤ ਵਾਰੀ ਹੋਇਆ ਆਲਰੇਡੀ। ਜੇ ਤੁਸੀਂ ਆਪਦੇ USB ਤੇ ਰੱਖਦੇ ਆ ਤੇ USB ਦਾ ਤੁਹਾਨੂੰ ਪਾਸਵਰਡ ਭੁੱਲ ਗਿਆ, ਉਹ ਵੀ ਫਿਰ ਥੋੜੀ ਚਲੀ ਗਈ ਕਿ ਤੁਸੀਂ ਰਿਕਵਰ ਨਹੀਂ ਕਰ ਸਕਦੇ। ਸੋ ਦੇਅਰਸ ਲੋਟਸ ਆਫ ਡਿਫਰੈਂਟ ਥਿੰਗਸ ਜਿਹੜੇ ਕ੍ਰਿਪਟੋ ਦਾ ਸੋਚਣਾ ਪੈਂਦਾ। ਹਾਂ, ਵਧੀ ਬਹੁਤ ਆ। 2018 ਵਿੱਚ ਵੀ ਬਹੁਤ ਵਧੀ ਸੀ ਤੇ ਫਿਰ ਇੱਕਦਮ ਫਿਰ ਥੱਲੇ ਆ ਗਈ ਸੀਗੀ। ਦਿਸ ਟਾਈਮ ਇਟਸ ਲਿਟਲ ਬਿਟ ਡਿਫਰੈਂਟ। ਤੇ ਕਰੰਸੀਜ਼ ਜਿੰਨੇ ਕੰਟਰੀਆਂ ਡਾਲਰਸ ਆ ਸੇਮ ਆ ਕ੍ਰਿਪਟੋ ਦੀ, ਬਹੁਤ ਜ਼ਿਆਦਾ ਡਿਫਰੈਂਟ ਕਰੰਸੀਜ਼ ਆ ਗਈਆਂ। ਆਪੇ ਕੱਢ ਦਿੰਦੇ ਲੋਕ ਕਿਉਂਕਿ ਹੁਣ ਆਹ ਕਰੰਸੀ ਆਪਾਂ ਸ਼ੁਰੂ ਕਰਨੀ ਹੈ ਤੇ ਵੇਚਣ ਲੱਗ ਪੈਂਦੇ ਆ। ਸੋ ਇਟਸ ਕੰਪਲੈਕਸ। ਗਿੱਲ ਸਾਹਿਬ, ਇਹਦੀ ਮਾਈਨਿੰਗ ਹੁੰਦੀ, ਮੈਂ ਹੈਰਾਨ ਹੋ ਗਿਆ। ਲੈਂਗਲੀ ਦੇ ਵਿੱਚ ਇੱਕ ਬਾਰਨ ਦੇ ਵਿੱਚ ਸਿਸਟਮ ਬੰਦਾ ਲਾਈ ਬੈਠਾ ਹੈ, ਉਹਨੇ ਤੇ ਆਲੇ ਦੁਆਲੇ ਘੱਟੋ ਘੱਟ 2000 ਘਰ ਜਿੰਨੀ ਉਹ ਪਾਵਰ ਜਿਹੜਾ ਯੂਜ਼ ਕਰ ਰਿਹਾ ਤੇ ਕਿੰਨੇ ਸਰਵਰ ਲਾਏ ਹੋਏ ਨੇ। ਇਹਨੂੰ ਬੰਦੇ ਆਪ ਕਿਵੇਂ ਬਣਾ ਲੈਂਦੇ ਜੀ? ਘਰੇ ਬਣਾ ਲੈਂਦੇ ਆ ਇਹਨੂੰ? ਇਹ ਐਲਗੋਰਿਥਮਸ ਹੁੰਦੇ ਆ, ਮੈਥ ਫਾਰਮੂਲਾਜ਼ ਸੋਲਵ ਕਰਨੇ ਪੈਂਦੇ ਆ ਕੰਪਿਊਟਰ ਨੂੰ। ਜਦੋਂ ਉਹ ਮੈਥ ਫਾਰਮੂਲਾ ਸੋਲਵ ਕਰਦੇ ਫਿਰ ਉਹ 0.0001 ਕੋਇਨ ਮਿਲ ਜਾਂਦੀ ਹੈ ਜਿਹਨੇ ਉਹਨਾਂ ਨੇ ਸਿਸਟਮ ਸੈਟਅਪ ਕੀਤਾ। ਉਹ ਕਰਨ ਲਈ ਬਿਜਲੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ ਬਿਕਾਜ਼ ਤੁਸੀਂ ਸੋਚ ਲਓ ਵੀ ਕਿੰਨੇ ਕੰਪਿਊਟਰ ਸਰਵਰਸ ਲੱਗੇ, ਪੱਖੇ ਲਾਉਣੇ ਪੈਂਦੇ ਕੂਲ ਡਾਊਨ ਕਰਨ ਨੂੰ। ਸੋ ਉਹ ਸੋਲਵ ਕਰਨ ਲਈ ਬਿਜਲੀ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ। ਸੋ ਹੁਣ ਪਹਿਲਾਂ ਜਦੋਂ ਸ਼ੁਰੂ ਹੋਈ ਸੀ, ਹਾਂ ਆਪਦੇ ਘਰੇ ਸੈਟਅਪ ਕਰ ਲੈਂਦੇ ਸੀਗੇ ਲੋਕ। ਹੁਣ ਤਾਂ ਬਹੁਤ ਵੱਡੇ ਜਿਵੇਂ ਤੁਸੀਂ ਕਿਹਾ ਲੈਂਗੁਏਜ ਸੈਟਅਪ ਕੀਤੀਆਂ। ਚਾਈਨਾ ਦੇ ਵਿੱਚ ਬਹੁਤ ਉੱਤੇ ਜਿੱਥੇ ਬਿਜਲੀ ਸਸਤੀ ਮਿਲਦੀ ਹੈ ਉੱਥੇ ਜਾ ਕੇ ਸੈਟਅਪ ਕਰ ਲੈਂਦੇ ਆ ਲੋਕ। ਅੱਛਾ, ਇਹਦਾ ਮਾਲਕ ਕੋਈ ਨਹੀਂ, ਤੁਹਾਡੇ ਵਾਲਟ ਦੇ ਵਿੱਚ ਆ, ਵਾਲਟ ਚੋਰੀ ਹੋ ਗਿਆ ਤਾਂ ਇਹ ਗਈ। ਇਹਦਾ ਮਤਲਬ 50,000 ਠੀਕ ਹੈ ਜੇ ਅੱਛਾ ਜੇ ਕਿਸੇ ਨੇ ਖਰੀਦਣੀ ਹੋਵੇ, ਜਿਵੇਂ ਅੱਜ 50,000 ਰੇਟ ਹੈ ਜੀ, ਉਹ ਕਿਵੇਂ ਖਰੀਦਦਾ ਇਹਨਾਂ ਨੂੰ ਗਿੱਲ ਸਾਹਿਬ? ਫਿਰ ਉਹ ਆਨਲਾਈਨ ਜਾ ਕੇ ਜਿੱਥੇ ਜਿੰਨੇ ਡਿਫਰੈਂਟ ਵਾਲਟ ਹੈਗੇ, ਜਿੰਨੇ ਡਿਫਰੈਂਟ ਕੰਪਨੀਆਂ ਹੈਗੀਆਂ ਉਹਨਾਂ ਤੋਂ ਅਕਾਊਂਟ ਖੋਲ ਕੇ ਪੈਸੇ ਵਾਇਰ ਕਰਕੇ ਤੇ ਫਿਰ ਖਰੀਦ ਲੈਂਦੇ ਆ। ਦੈਟਸ ਹਾਊ ਦੇ ਡੂ ਇਟ। ETF ਇੱਕ ਆਉਣ ਵਾਲੀ ਹੈ, I think next week ਸ਼ੁਰੂ ਹੋ ਜਾਣੀ ਹੈ ਵੀ ਤੁਸੀਂ ਐਕਚੁਅਲੀ ਸਟਾਕ ਐਕਸਚੇਂਜ ਤੇ ਬਾਈ ਕਰ ਸਕਦੇ ਆ।
currency. ਉਹ ਵੀ ਆ ਜਾਣੀ, I think it's next week. ਹੰਗਾਰਾ ਬੜਾ ਮਿਲਿਆ ਜਦ ਇਲੌਨ ਮਸਕ ਨੇ ਕਿਹਾ ਮੈਂ ਵੀ $1.5 ਬਿਲੀਅਨ ਇਹ 'ਚ ਪਾ ਰਿਹਾ, ਉਹਦੀ ਗੱਲ ਕਹੀ ਨਹੀਂ ਤੇ ਲੋਕਾਂ ਨੇ ਜਦੇ ਹੀ ਅੱਖਾਂ ਚੱਕ ਲੀਆਂ। ਇਹ ਜਦੋਂ ਪਹਿਲਾਂ ਸ਼ੁਰੂ ਹੋਇਆ ਇਹ ਵੇਖਣਾ ਪੈਂਦਾ, ਤੇ ਮੀਡੀਆ ਦੇ ਵਿੱਚ ਗੱਲ ਬਹੁਤ ਹੁੰਦੀ ਵੀ ਇੰਨੀ ਚੜ ਗਈ ਬਟ ਯੂ ਹੈਵ ਟੂ ਲੁੱਕ ਐਟ ਇਟ ਵੀ ਇਹ ਸ਼ੁਰੂ ਕਿੱਥੋਂ ਹੋਈ ਸੀ ਕ੍ਰਿਪਟੋ ਕਰੰਸੀ। ਇਹ ਸ਼ੁਰੂ ਹੋਈ ਸੀ originally ਜਿਹੜੇ weapons dealers, dark web dealers, black market dealers, drug dealing, ਜਿਹੜੇ ਵੱਡੇ ਤੌਰ ਤੇ ਉੱਥੋਂ ਸ਼ੁਰੂ ਹੋਈ ਸੀ ਬਿਕਾਜ਼ ਉਹ US ਡਾਲਰ ਸੂਟਕੇਸ ਪਲੇਨ ਭਰ ਕੇ ਔਖਾ ਸੀ ਉਹਨਾਂ ਨੂੰ, ਸੋ ਉਹਨਾਂ ਨੇ ਕ੍ਰਿਪਟੋ ਕਰੰਸੀ ਸ਼ੁਰੂ ਕਰ ਲਾਤੀ ਸੀ। ਸੋ ਹੁਣ ਜਦੋਂ ਕੋਈ ਲੈਂਦਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਮੈਂ 50,000 20,000 ਜੰਗਲ ਲੈਣਾ, ਉਹ ਲੈਂਦਾ ਕਿਤੋਂ ਆ? So you have to be really careful. The government is cautioning it. They don't like it because ਕੋਈ tax they can't track it, ਤਾਂ ਹੀ ਲੋਕ ਯੂਜ਼ ਕਰਦੇ ਆ। ਤੇ ਨਾਲੇ ਜਦੋਂ ਇੰਡੀਆ ਦੇ ਵਿੱਚ ਉਦੋਂ ਹੋ ਗਿਆ ਸੀ ਉਹਨਾਂ ਨੇ ਨੋਟ ਕੈਂਸਲ ਕਰਤਾ ਸੀਗਾ, ਲੋਕ ਸੋਨਾ ਲੈਣ ਲੱਗ ਪਏ ਸੀਗੇ, ਸੇਮ ਟਾਈਮ ਕ੍ਰਿਪਟੋ ਲੈਣ ਲੱਗ ਪਏ ਸੀਗੇ ਬਿਕਾਜ਼ ਉਹਨਾਂ ਨੂੰ ਪਤਾ ਵੀ ਜੇ ਕਰੰਸੀ ਨੂੰ ਕੁਛ ਹੋ ਗਿਆ ਐਟਲੀਸਟ ਉਹਨਾਂ ਲਈ ਕ੍ਰਿਪਟੋ ਹੈਗੀ ਆ। ਨਾਈਜੀਰੀਆ ਦੇ ਵਿੱਚ ਵੈਨੇਜ਼ੁਏਲਾ ਜਿਹੜਾ US ਡਾਲਰ ਉਹਨਾਂ ਦੀ ਆਪ ਦੀ ਕਰੰਸੀ ਬਹੁਤ ਜ਼ਿਆਦਾ ਡੀਵੈਲੂ ਹੋ ਗਈ ਸੀ, ਪਰ ਉਹਨਾਂ ਲਈ ਫਾਇਦਾ ਸੀਗਾ ਕ੍ਰਿਪਟੋ ਲੈਣ ਨੂੰ ਬਿਕਾਜ਼ ਉਹ ਆਪਦੇ ਜੇਬ 'ਚ ਰੱਖ ਸਕਦੇ USB ਤੇ ਜੇ ਚਾਹੀਦੇ ਕੱਢ ਸਕਦੇ ਬਿਕਾਜ਼ ਉਹਨਾਂ ਦੀ ਆਪ ਦੀ ਕਰੰਸੀ ਬਹੁਤ ਜ਼ਿਆਦਾ ਡਿੱਗੀ ਜਾਂਦੀ ਸੀ। ਸੋ ਉਸ ਕਰਕੇ ਕ੍ਰਿਪਟੋ ਦੀ ਜ਼ਿਆਦਾ ਯੂਜ਼ ਹੋਣ ਲੱਗ ਪਈ। ਇੱਕ ਮਿੰਟ ਜੀ ਹੋਲਡ ਕਰਿਓ ਤੇ ਵਾਪਸ ਆਉਣਾ ਮੈਂ। ਤੇ 604 204 0600 ਕੋਈ ਸਵਾਲ ਤੁਹਾਡਾ ਗਿੱਲ ਸਾਹਿਬ ਲਈ ਹੋਵੇ, ਅੱਜ ਦਾ ਦਿਨ ਤੁਹਾਡੇ ਲਈ ਰੱਖਿਆ। ਜੇ ਤੁਹਾਡੇ ਸਵਾਲ ਨਹੀਂ ਆਉਂਦੇ ਤਾਂ ਮੈਂ ਰੀਅਲ estate ਮਾਰਕੀਟ ਵੱਲ ਨੂੰ ਉਹਨਾਂ ਤੋਂ ਸਵਾਲ ਕੁਝ ਪੁੱਛਾਂਗਾ। ਮੇਰੇ ਨਾਲ ਸੈਟ ਗਿੱਲ ਨੇ ਜਿਹੜੇ ਗੱਲਬਾਤ ਕਰ ਰਹੇ ਨੇ ਤੁਹਾਡੇ ਆਰਥਿਕ ਮਸਲਿਆਂ ਦੇ ਬਾਰੇ। ਕ੍ਰਿਪਟੋ ਕਰੰਸੀ ਦੀ ਗੱਲ ਚੱਲ ਰਹੀ ਹੈ, ਕ੍ਰਿਪਟੋ ਕਰੰਸੀ ਤੋਂ ਬਾਅਦ ਅੱਗੇ ਸਟਾਕ ਵੱਲ ਜਾ ਕੇ ਤੇ ਫਿਰ ਰੀਅਲ estate ਵੱਲ ਆਵਾਂਗੇ। ਗਿੱਲ ਸਾਹਿਬ ਇੱਕ ਸਵਾਲ ਆਇਆ ਜੈ ਖੰਗੂੜੇ ਉਹਨਾਂ ਦਾ ਬਈ ਜੇ ਇਹ ਪਤਾ ਹੈ ਕਿ ਇਹਦਾ ਕੋਈ ਬਾਲੀ ਵਾਰਸ ਨਹੀਂ ਤਾਂ ਸਰਕਾਰਾਂ ਇਹਨੂੰ ਇਲੀਗਲ ਕਿਉਂ ਨਹੀਂ ਕਰਾਰ ਦਿੰਦੀਆਂ ਜੀ? ਜਿਹੜੇ ਫੈਡਰਲ ਬੈਂਕਸ ਵੇਖਦੇ ਵੀ ਕਿਵੇਂ ਕਰ ਸਕਦੇ ਇਹਨੂੰ ਕਰਟੇਲ ਕਿਵੇਂ ਕਰ ਸਕਦੇ ਐਂਡ ਇਟਸ ਰੀਅਲੀ ਟਫ ਟੂ ਡੂ ਬਿਕਾਜ਼ ਕਰੰਸੀ ਦੀ ਕੋਈ ਆਏ ਹੈ ਨਹੀਂ ਵੀ ਤੁਸੀਂ ਸ਼ੁਰੂ ਨਹੀਂ ਕਰ ਸਕਦੇ। ਜਿੰਨਾ ਚਿਰ ਬੈਂਕਸ ਨਹੀਂ ਇਨਵੋਲਵ ਹੁੰਦੀਆਂ ਉਹਨਾਂ ਚਿਰ ਆਏ ਰਹਿਣਾ, ਪਰ ਉਹ ਆਈ ਮੀਨ ਜੇ ਲੋਕ ਆਪਦੇ ਪੈਸੇ ਪਾਉਣਾ ਪਾਉਂਦੇ ਕੁਛ ਚੀਜ਼ ਦੇ ਵਿੱਚ ਉਹ ਕਿਵੇਂ ਰੋਕ ਸਕਦੇ? ਇਟਸ ਰੀਅਲੀ ਟਫ ਟੂ ਡੂ। ਅੱਛਾ, ਆਈ ਥਿੰਕ ਉਹਦੇ ਕਰਕੇ ਇਟਸ ਬਿਟ ਡਿਫਿਕਲਟ। ਗੱਲ ਕਦੇ ਜਦ ਸ਼ੁਰੂ ਹੁੰਦੀ ਹੈ ਨਾ ਗਿੱਲ ਸਾਹਿਬ ਫਿਰ ਵੱਧ ਜਾਂਦੀ ਹੈ। ਕਦੇ ਨਾ ਜਦ 10 ਸਾਲ 5 ਸਾਲ ਪਹਿਲਾਂ ਇੱਥੇ ਗੱਲ ਚੱਲੀ ਕਿ ਦੇਖੋ ਜੀ ਇੱਥੇ ਕਦੇ ਭੰਗ ਲੀਗਲ ਹੋ ਜੂ, ਉਹ ਰੌਲਾ ਪੈ ਗਿਆ ਉਹ ਭੰਗ ਕਿਵੇਂ ਲੀਗਲ ਹੋ ਜੂ। ਹੁਣ ਗੱਲ ਚੱਲ ਰਹੀ ਹੈ ਕਿ ਜਿਹੜੀਆਂ ਡਰੱਗਸ ਨੇ ਸਟਰੀਟ ਡਰੱਗਸ ਨੇ ਉਹਨਾਂ ਲਈ ਵੀ ਕੋਈ ਵੈਂਡਿੰਗ ਮਸ਼ੀਨਸ ਲਾ ਦਿਓ, ਉਹ ਵੀ ਕਦੇ ਹੋ ਜੂ। ਇਹ ਮਤਲਬ ਕ੍ਰਿਪਟੋ ਕਰੰਸੀ ਇਵੈਂਚੁਅਲੀ ਲੋਕ ਅਡੈਪਟ ਕਰ ਲੈਣਗੇ ਜੀ 5-7 ਸਾਲਾਂ 'ਚ? ਹੋ ਸਕਦਾ। ਆਈ ਮੀਨ ਕੋਈ ਚੀਜ਼ਾਂ ਦੇ ਵਿੱਚ ਅਡਾਪਟ ਕਰ ਲਓ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਨਹੀਂ, ਪਰ ਕੋਈ ਚੀਜ਼ਾਂ ਦੇ ਵਿੱਚ ਅਡਾਪਟ ਕਰ ਸਕਦੇ ਆ। ਇਟਸ ਟਫ ਟੂ ਸੇ ਬਿਕਾਜ਼ ਇਹ ਲਾਈਕ ਡਰੱਗਸ ਦਾ ਇੱਕ ਚੀਜ਼, ਕਰੰਸੀ ਹੋਰ ਕੋਈ ਚੀਜ਼ ਹੁੰਦੀ ਹੈ। ਕਿਸੇ ਨੂੰ ਪਤਾ ਨਹੀਂ ਗਾ, ਪਰ ਜਿਹੜੇ ਫੈਡਰਲ ਗਵਰਨਮੈਂਟ ਆ ਦੇ ਵੁੱਡ ਲਾਈਕ ਇਟ ਨਾ ਹੋਵੇ। ਲਾਈਕ ਜਿਹੜੇ ਗਲੋਬਲ ਗਵਰਨਮੈਂਟ ਉਹ ਤਾਂ ਚਾਹੁੰਦੇ ਵੀ ਨਾ ਹੋਵੇ ਬਿਕਾਜ਼ ਫਿਰ ਉਹਨਾਂ ਦੀ ਕਰੰਸੀ ਤੇ ਫਰਕ ਪੈ ਜਾਂਦਾ, ਰਾਈਟ। ਪਰ ਜਿਹੜੀ ਅਡੈਪਟਿਵ ਕਰੰਸੀਜ਼ ਲਾਈਕ ਹੁਣ ਕਹਿੰਦੇ ਵੀ ਕੋਈ ਕੰਟਰੀਜ਼ ਆਪਦੀ ਵੀ ਕੱਢੀ ਜਾਂਦੀ ਹੈ ਕ੍ਰਿਪਟੋ, ਪਰ ਜਿਹੜੇ ਕ੍ਰਿਪਟੋ ਦੇ ਪਿੱਛੇ ਜਿਹੜੇ ਬਲੌਕਚੇਨ ਦਾ ਟੈਕਨੋਲੋਜੀ ਆ ਫਿਰ ਨਾ ਉਹਦੇ ਨਾਲ ਹੋ ਗਿਆ। ਬਲੌਕਚੇਨ ਟੈਕਨੋਲੋਜੀ ਤਾਂ ਬਹੁਤ ਕੰਪਨੀ ਯੂਜ਼ ਕਰਦੇ, ਦ ਬੈਂਕਸ ਯੂਜ਼ ਇਟ, ਐਵਰੀਵਨ ਯੂਜ਼ਸ ਬਲੌਕਚੇਨ ਟੈਕਨੋਲੋਜੀ। ਇਟਸ ਜਸਟ ਦ ਕ੍ਰਿਪਟੋ ਦਾ ਡਿਫਰੈਂਟ ਹੋ ਗਿਆ ਬਲੌਕਚੇਨ ਦੇ ਉਹਦੇ ਵਿੱਚੋਂ ਨਿਕਲ ਕੇ, ਰਾਈਟ। ਪਰ ਮੋਸਟ ਜਿਹੜੇ ਗਵਰਨਮੈਂਟਸ ਚਾਹੁੰਦੇ ਆ ਵੀ ਜਿਹੜੀ ਕੈਸ਼ ਆਪਾਂ ਯੂਜ਼ ਕਰਦੇ ਹਾਂ ਵੀ ਘੱਟ ਜਾਵੇ। ਸੋ ਹੁਣ ਕੋਵਿਡ ਦੇ ਨਾਲ ਵੀ ਸਾਰੇ ਕੋਲ ਡੈਬਿਟ ਕਾਰਡ ਆ, ਵੀਜ਼ਾ ਕਾਰਡਸ ਆ, ਵੀ ਡੈਬਿਟ ਕਾਰਡ ਆਪਦਾ ਯੂਜ਼ ਕਰੋ। ਪਰ ਉਹਨਾਂ ਨੂੰ ਪਤਾ ਵੀ ਤੁਸੀਂ ਕਿੰਨੀ ਪੇ ਤੁਹਾਡੀ ਬੈਂਕ ਚਾਹੀਏ, ਕਿੰਨੀ ਤੁਸੀਂ ਵਰਤੇ, ਇਟਸ ਆਲ ਟਰੈਕੇਬਲ, ਟ੍ਰੇਸੇਬਲ ਆ। ਜਦੋਂ ਕੈਸ਼ ਵਰਤਦੇ ਫਿਰ ਟ੍ਰੇਸੇਬਿਲਿਟੀ ਹੈ ਨਹੀਂ ਉਹਦੇ ਵਿੱਚ। ਸੋ ਜਾਂ ਕ੍ਰਿਪਟੋ ਹੋਵੇ ਜਾਂ ਇਲੈਕਟ੍ਰੋਨਿਕ ਪੇਮੈਂਟਸ ਹੋਵੇ, ਈ ਟ੍ਰਾਂਸਫਰ ਹੋਣ, that's what they want because ਫਿਰ ਉਹ ਸਾਰਾ ਕੁਝ ਟ੍ਰੇਸੇਬਲ ਹੋ ਜਾਂਦਾ। ਅੱਛਾ ਜੀ, ਹੁਣ ਮੈਂ ਸੁਣਨ ਵਾਲਿਆਂ ਨੂੰ ਜੇ ਕੋਈ ਸਵਾਲ ਹੋਵੇ ਤੁਹਾਡਾ ਕਰਿਓ। ਮੈਂ 10 ਮਿੰਟ ਤੁਹਾਡੇ ਨਾਲ ਲਾਉਣਾ ਚਾਹੁੰਦਾ ਰੀਅਲ estate ਬਾਰੇ। ਰੀਅਲ estate ਇੰਨੀ ਕੁ ਹੌਟ ਹੈ ਸਾਊਥ ਆਫ ਫਰੇਜ਼ਰ 'ਤੇ, $1 ਮਿਲੀਅਨ ਵਾਲਾ ਘਰ ਲੱਭ ਨਹੀਂ ਰਿਹਾ। ਕੱਲ੍ਹ ਮੈਂ ਇੱਕ ਬਰੁਕਸਾਈਡ ਦੀ ਲੈਂਗਲੀ ਦੀ ਲਿਸਟਿੰਗ ਵੇਖ ਰਿਹਾ ਸੀ, 9.5 ਲੱਖ ਦਾ ਘਰ, 100 ਆਫਰਾਂ ਜਿਹੜੀਆਂ ਉਹਨਾਂ ਨੇ ਇੱਕੋ ਦਿਨ ਅੱਜ ਆਫਰਾਂ ਲੈਣੀਆਂ ਨੇ ਜੀ।
ਇਹਦੇ ਬਾਰੇ ਕੁਝ ਤੁਸੀਂ ਸਮਝਾ ਸਕਦੇ ਹੋ, ਇਹ ਕਿੱਧਰ ਨੂੰ ਗੱਲ ਚੱਲੀ ਹੈ? ਕਿ ਇਹ ਚੰਗਾ ਸਾਡੇ ਆਉਣ ਲਈ ਜਾਂ ਇਹ ਸਾਡੇ ਕਿਸੇ ਪਾਸੇ ਨੂੰ ਹੋਰ ਗੱਲ ਚੱਲੀ ਹੈ? ਇਹ ਇੰਨੀ ਤੇਜ਼ੀ ਦਾ ਕਾਰਨ ਕੀ ਹੈ ਜੀ? ਕਾਫੀ ਚੀਜ਼ਾਂ ਕੋਵਿਡ ਦੇ ਨਾਲ ਵੀ ਫਰਕ ਪੈ ਗਿਆ ਕਿ ਜਿਹੜੇ ਕੌਂਡੋਜ਼ ਵਿੱਚ ਰਹਿੰਦੇ ਸੀਗੇ ਉਹਨਾਂ ਨੂੰ ਵੀ ਹੁਣ ਪਤਾ ਲੱਗੇ ਵੀ ਸ਼ਹਿਰ ਦੇ ਵਿੱਚ ਲੋੜ ਨਹੀਂ ਆਪਾਂ ਰਹਿਣ, ਆਪਾਂ ਥੋੜੇ ਜਿਹਾ ਬਾਹਰ ਜਾ ਕੇ ਰਹਿ ਸਕਦੇ, ਘਰੋਂ ਆਪਾਂ ਕੰਮ ਘਰੋਂ ਕਰ ਸਕਦੇ ਹਾਂ। ਇਹ ਪਹਿਲਾਂ ਹੋਇਆ ਸੀ ਸ਼ੁਰੂ ਨਿਊਯਾਰਕ ਦੇ ਵਿੱਚ ਤੇ ਟੈਕਸਸ ਦੇ ਵਿੱਚ, ਫਿਰ ਇੱਥੇ ਆ ਗਿਆ ਵੱਡੇ ਸ਼ਹਿਰਾਂ ਦੇ ਵਿੱਚ। ਤੇ ਸੋ ਜੇ ਤੁਸੀਂ ਕੌਂਡੋ ਚ ਰਹਿੰਦੇ ਤਾਂ ਹਾਂ, ਜੇ ਕੌਂਡੋ ਵਿਕ ਗਿਆ ਫੇਰ ਹੀ ਆ, ਪਰ ਫਿਰ ਟਾਊਨ ਹਾਊਸ ਲੈ ਲਓ, ਘਰ ਲੈ ਲਓ। ਮੇਨ ਥਿੰਗ ਜਿਹੜੇ ਇਹ ਰੀਅਲ estate ਦਾ ਡਰਾਈਵਰ ਹੁੰਦਾ, ਦੋ ਚੀਜ਼ਾਂ ਹੁੰਦੀਆਂ, ਇੱਕ ਹੈ ਇੰਟਰਸਟ ਰੇਟਸ ਤੇ ਦੂਜੇ ਹੈ ਡੈਮੋਗ੍ਰਾਫਿਕਸ। ਅੱਛਾ ਜੀ। ਸੋ ਇੰਟਰਸਟ ਰੇਟਸ ਹੁਣ ਆਪਾਂ ਨੂੰ ਪਤਾ ਬਹੁਤ ਲੋ ਆ, ਮੋਰਗੇਜ ਮਿਲ ਜਾਂਦੀ ਹੈ 1.7%, 1.8% ਜਿੰਨੀ ਲੋ ਮਿਲ ਜਾਂਦੀ ਹੈ, ਸੋ ਤੁਹਾਡੀ ਪੇਮੈਂਟ ਉਨੀ ਘੱਟ ਜਾਂਦੀ ਹੈ। ਦੂਜਾ ਹੈ ਡੈਮੋਗ੍ਰਾਫਿਕ। ਡੈਮੋਗ੍ਰਾਫਿਕਸ ਹੁੰਦਾ ਵੀ ਆਪਣੀ ਜਿਹੜੀ ਆਬਾਦੀ ਆ ਵੀ ਉਹਨਾਂ ਦੀ ਏਜ ਕਿੰਨੀ ਹੈ। ਸੋ ਏਜ 55 ਤੋਂ ਜਿਹੜੇ ਬੇਬੀ ਬੂਮਰਸ ਕਹਿੰਦੇ ਏਜ 60 ਦੇ ਅਬਵ, ਉਹ ਕਿੰਨੇ ਆ। ਜਨਰੇਸ਼ਨ ਐਕਸ ਜਿਹੜੇ 35 to 50 years old, ਉਹ ਕਿੰਨੇ ਆ। ਜਨਰੇਸ਼ਨ ਵਾਈ, ਉਹਨਾਂ ਦੇ ਪਿੱਛੇ ਮਿਲੇਨੀਅਲਸ, ਉਹਨਾਂ ਦੇ ਪਿੱਛੇ ਜਿਹੜੇ ਹੁੰਦੇ ਆ, ਉਹ ਵੇਖਣਾ ਪੈਂਦਾ। ਫਿਰ ਜਿਹੜੀ ਨਵੀਂ ਹਾਊਸ ਹੋਲਡ ਫਾਰਮੇਸ਼ਨ ਕਹਿੰਦੇ ਵੀ ਜਦੋਂ ਕੋਈ ਵਿਆਹ ਕਰਦਾ ਇਕੱਠੇ ਹੋ ਜਾਂਦੇ ਆ ਉਹਨਾਂ ਦੇ ਬੱਚੇ, ਉਹ ਹਾਊਸ ਹੋਲਡ ਫਾਰਮੇਸ਼ਨ ਕਹਿੰਦੇ ਆ। US ਦੇ ਵਿੱਚ ਹਾਊਸ ਹੋਲਡ ਫਾਰਮੇਸ਼ਨ ਹੁਣ ਬਹੁਤ ਵੱਧ ਗਿਆ। ਕੈਨੇਡਾ ਦੇ ਵਿੱਚ ਵੀ ਸੇਮ ਆ। ਵੀ ਹੈਵ ਅ ਵੈਰੀ ਯੰਗ ਪੋਪੂਲੇਸ਼ਨ ਇਨ ਕੈਨੇਡਾ। ਸੋ ਉਹਨਾਂ ਨੂੰ ਥਾਂ ਤਾਂ ਚਾਹੀਦਾ ਰਹਿਣ ਨੂੰ, ਘਰ ਤਾਂ ਚਾਹੀਦੇ ਰਹਿਣ ਨੂੰ। ਸੋ ਉਹ ਡੈਮੋਗ੍ਰਾਫਿਕਸ ਜੇ ਆਪਣੀ ਠੀਕ ਇਹੋ ਜਿਹੀ ਰਹਿੰਦੀ ਆ, then real estate prices ਤਾਂ ਹੀ ਡਿਮਾਂਡ ਹੋ ਜਾਂਦਾ। ਬਾਕੀ ਹੈ ਆਪਾਂ ਵੈਂਕੂਵਰ ਚ ਰਹਿੰਦੇ, ਇਟਸ ਵਨ ਆਫ ਦ ਬੈਸਟ ਏਰੀਆਜ਼ ਇਨ ਦ ਵਰਲਡ। ਸੋ ਜੇ ਤੁਹਾਡਾ ਕੁਛ ਹੋ ਜਾਂਦਾ ਹਾਂਗਕਾਂਗ ਦੇ ਵਿੱਚ ਹੋ ਜਾਂਦਾ, ਜਾਂ ਹੋਰ ਕਿਤੇ ਦੁਨੀਆ ਦੇ ਵਿੱਚ ਕੁਛ ਹੋ ਜਾਂਦਾ, ਇੱਥੇ ਆ ਜਾਂਦੇ ਲੋਕ, ਬਿਕਾਜ਼ ਇਟਸ ਸੇਫ, ਪਾਣੀ ਸਾਫ਼ ਆ, ਹੈਲਥ ਕੇਅਰ ਸਿਸਟਮ ਹੈਗੀ ਆ। ਵੀ ਹੈਵ ਐਵਰੀਥਿੰਗ ਯੂ ਵਾਂਟ ਇਨ ਦਿਸ ਕੰਟਰੀ, ਇਨ ਦਿਸ ਏਰੀਆ ਜਿੱਥੇ ਆਪਾਂ ਰਹਿੰਦੇ ਹਾਂ। ਸੋ ਉਹਦੇ ਕਰਕੇ ਵੀ ਰੀਅਲ estate ਪ੍ਰਾਈਸਿਸ ਪੁਸ਼ ਹੋ ਜਾਂਦੀ ਆ। ਡੈਮੋਗ੍ਰਾਫਿਕਸ, ਇੰਟਰਸਟ ਰੇਟਸ, ਪਰ ਇੱਥੇ BC ਦੇ ਵਿੱਚ ALR ਵੀ ਆ, right, agricultural land reserve। so ਇੱਕ ਪਾਸੇ ਪਹਾੜ ਆ, ਦੂਜੇ ਪਾਸੇ ਪਾਣੀ ਆ, ਥੱਲੇ ਨੂੰ ਵੇਖ ਲਓ ਤੇ ਬਾਰਡਰ ਆ ਗਿਆ, right। ਸੋ ਜਿੰਨਾ ਥਾਂ ਹੈਗਾ ਇੰਨਾ ਹੀ ਆ ਥਾਂ, ਆਈ ਨਹੀਂ ਵੀ ਆਪਾਂ ਹੋਰ ਬਣਾ ਸਕਦੇ। ਅੱਛਾ, ਇੱਕ ਗੱਲ ਸਾਹਿਬ, ਇਹ ਵੀ ਬਿਲਕੁਲ ਬਹੁਤ ਸਸਤਾ ਇੰਟਰਸਟ ਰੇਟ ਹੈ, ਪਰ ਵੈਸੇ ਤਾਂ ਖੈਰ ਬੈਂਕਾਂ ਵੀ ਤੁਹਾਡੇ ਤੇ ਕੁੰਡਾ ਰੱਖਦੀਆਂ ਨੇ ਵੀ ਤੁਸੀਂ ਕਿੰਨੇ ਨੂੰ ਕੁਆਲੀਫਾਈ ਕਰਦੇ ਹੋ, ਪਰ ਉਹਦੇ ਬਾਅਦ ਕਈ ਵਾਰ ਸਟਰੈਚ ਕਰਕੇ ਅਸੀਂ ਪ੍ਰਾਈਵੇਟ ਲੈਂਡਿੰਗ ਲੈ ਲੈਂਦੇ ਹਾਂ 10-10, 11-11% 'ਤੇ, ਵੀ ਸ਼ਾਰਟ ਟਰਮ ਆ, ਇਹ ਪ੍ਰੋਪਰਟੀ ਲੈ ਲੈਣੀ ਹੈ, ਪ੍ਰੋਪਰਟੀ ਫਲਿੱਪ ਹੋ ਜਾਣੀ ਹੈ, ਇਹ ਨਾਲ ਹੁੰਦਾ ਹੀ ਕੁਛ ਨਹੀਂ, ਇਹ ਤਾਂ ਚੱਕ ਦੇਣੀ ਹੈ। ਤੁਸੀਂ ਇੱਕ ਆਰਥਿਕ ਮਾਹਰ ਦੇ ਤੌਰ 'ਤੇ ਇਹਦੇ 'ਤੇ ਸੁਝਾਅ ਦੇਣਾ ਚਾਹੋਗੇ ਵੀ ਲੈਂਡਿੰਗ ਕਿੰਨੀ ਕੁ ਚਾਹੀਦੀ ਹੈ ਬੰਦੇ ਨੂੰ ਕਰਨੀ? ਵੈਰੀ ਗੁੱਡ ਕੁਐਸਚਨ ਹਰਜੀਤ ਸਿੰਘ। ਹਰੇਕ ਫੈਮਿਲੀ ਤੇ ਐਡ ਹੁੰਦੇ, ਕੋਈ ਰਿਸਕ ਟੇਕਰ ਬਹੁਤ ਹੁੰਦੇ, ਕੋਈ ਹੈ ਨਹੀਂ। ਕਿ ਬੇਸਿਕ ਇਨਕਮ ਤੇ ਆ, ਜਿੰਨਾ ਤੁਸੀਂ ਕਮਾ ਸਕਦੇ ਆ ਉਹਨਾਂ ਤੋਂ ਵੱਧ ਸਪੈਂਡ ਨਾ ਕਰੋ। ਜੇ ਤੁਸੀਂ ਵੱਧ ਸਪੈਂਡ ਕਰਨੀ ਹੈ ਇਵੈਂਚੁਅਲੀ ਤੁਹਾਡੇ ਉੱਪਰ ਆ ਜਾਣਾ। ਲਾਈਕ ਤੁਸੀਂ ਹਾਂ ਕੈਰੀ ਨਹੀਂ ਕਰ ਸਕਦੇ, ਬਿਕਾਜ਼ ਹਾਂ ਪ੍ਰਾਪਰਟੀ ਵੱਧ ਜਾਣੀ, ਹਾਂ ਠੀਕ ਆ ਹੁਣ ਵੱਧ ਗਈਆਂ, ਪਰ ਇੱਕ ਟਾਈਮ ਥੱਲੇ ਵੀ ਆ ਸਕਦੀਆਂ, ਇੱਕ ਟਾਈਮ ਫਲੈਟ ਵੀ ਹੋ ਸਕਦੀ, ਇੱਕ ਟਾਈਮ ਮਾਰਕੀਟ ਵੀ ਕੂਲ ਡਾਊਨ ਹੋ ਜਾਂਦਾ। ਅੱਗੇ ਵੀ ਆਪਾਂ ਵੇਖਿਆ ਬਹੁਤ ਵਾਰੀ। ਸੋ ਜੇ ਤੁਹਾਡਾ ਘਰ ਨਹੀਂ ਵੇਖਿਆ ਤੇ ਫਿਰ ਜਿਹੜੀ ਇਹ ਸ਼ੈਡੋ ਲੈਂਡਿੰਗ ਕਹਿੰਦੇ, ਜਿਹੜੀ ਸੈਕੰਡਰੀ ਮੌਰਗੇਜਸ ਆ, ਇਟਸ ਵੈਰੀ ਬਿਗ ਤੇ ਆਪਣੀ ਕਮਿਊਨਿਟੀ ਵਿੱਚ ਵੀ ਬਹੁਤ ਵੱਡੀ ਆ ਜੀ। ਉਹ ਵੀ ਤੁਹਾਨੂੰ ਸੋਚਣਾ ਪੈਣਾ ਵੀ ਜੇ ਤੁਸੀਂ ਨਹੀਂ ਪੇਮੈਂਟ ਦਿੱਤੀ ਤੇ ਫਿਰ ਹੋਣਾ ਕੀ ਆ, ਤੁਹਾਡਾ ਘਰ ਲੈ ਲੈਣਾ ਉਹਨਾਂ ਨੇ, ਜਾਂ ਜਿਹੜੀ ਐਕੁਇਟੀ ਤੁਸੀਂ ਦਿੱਤੀ ਹੈ ਉਹ ਤਾਂ ਤੁਹਾਡੀ ਸਾਰੀ ਚਲੀ ਗਈ। ਸੋ ਅਪ ਮਾਰਕੀਟ ਦੇ ਵਿੱਚ ਐਵਰੀਵਨ ਲੁੱਕ ਸਮਾਰਟ। ਜਦੋਂ ਉੱਪਰ ਜਾਂਦੀਆਂ ਪ੍ਰਾਈਸਿਸ ਸਾਰੇ ਵਧੀਆ ਲੱਗਦੇ, ਸਮਾਰਟ ਲੱਗਦੇ, ਮੈਂ ਆਹ ਲਾ ਲੈਣਾ ਸੀ, ਉਹ ਕਰ ਲੈਣਾ ਸੀਗਾ, ਹਾਂ ਸਾਰੇ ਐਵਰੀਵਨ ਲੁੱਕਸ ਗੁੱਡ। ਪਰ ਜਦੋਂ ਫਲੈਟ ਮਾਰਕੀਟ ਜਾਂ ਥੱਲੇ ਮਾਰਕੀਟ ਆਉਣ ਲੱਗ ਪੈਂਦਾ, ਫਿਰ ਪਤਾ ਲੱਗ ਜਾਂਦਾ ਵੀ ਕੀ ਹੁੰਦਾ ਲੋਕਾਂ ਨੂੰ। ਐਂਡ ਵੀ ਸੀਨ ਇਟ ਬਿਫੋਰ, ਅੱਗੇ ਆਪਾਂ ਵੇਖਿਆ, ਬਹੁਤ ਵਾਰੀ ਵੇਖਿਆ। ਬਿਲਕੁਲ। It's an anomaly right now because I would never have thought the ਇੰਨੀ ਛੇਤੀ ਇੰਨੀ prices move ਹੋ ਗਿਆ, ਇੰਨੀ ਛੇਤੀ, like ਕਦੇ ਵੀ ਨਹੀਂ, but ਹੋ ਗਈਆਂ। ਪਰ ਜੇ ਇਨਕਮ ਨਹੀਂ ਸਸਟੇਨ ਹੁੰਦੀਆਂ then ਫਿਰ ਉਹ prices ਨਹੀਂ ਸਸਟੇਨ ਹੋ ਸਕਦੀਆਂ। It's based on income। ਅੱਛਾ, ਕਦੇ ਇਸ ਤਰ੍ਹਾਂ ਵੀ ਹੋ ਸਕਦਾ ਜੀ ਬਈ ਮਾਰਕੀਟ ਦੇ ਵਿੱਚ ਫਲੱਡ ਹੋ ਗਈ, ਮਾਰਕੀਟ ਫਲੱਡ ਤਾਂ ਇੱਥੇ ਹੁੰਦੀ ਨਹੀਂ, ਖਰੀਦਦਾਰ ਬਹੁਤ ਹੋ ਗਏ, ਪਰ ਜਿਹੜੇ ਖਰੀਦਦਾਰ ਨੇ ਉਹਨਾਂ ਦੇ ਕੋਲ ਡੈਟ ਬਹੁਤ ਹੈ, ਕਦੇ ਉਹ ਵੀ ਫਰਕ ਪਾ ਸਕਦੀ ਹੈ ਵੀ ਮਾਰਕੀਟ ਫਲੈਟ ਹੋ ਗਈ? ਬਹੁਤ ਜ਼ਿਆਦਾ। ਆਪਾਂ 2008 ਦੇ ਵਿੱਚ ਇਹੀ ਦੇਖਿਆ ਸੀ US ਦੇ ਵਿੱਚ। ਫਿਰ ਇਹ ਘਰ ਲਈ ਜਾਂਦਾ ਸੀਗਾ, ਮੋਰਗੇਜਾਂ ਮਿਲ ਜਾਂਦੀਆਂ ਸੀਗੀਆਂ ਐਡਜਸਟੇਬਲ ਰੇਟਸ ਤੇ,
ਕੋਈ ਐਸੈਟਸ ਹੁੰਦੀਆਂ ਸੀਗੀਆਂ, ਜਦੋਂ ਘਰ ਥੋੜ੍ਹਾ ਜਿਹਾ ਉੱਪਰ ਚਲੇ ਗਏ ਉਹ ਤਾਂ ਫਿਰ ਹੋਰ ਪੈਸੇ ਚੱਕ ਕੇ ਹੋਰ ਲਾ ਲੈਂਦੇ ਸੀਗੇ, ਉਹ ਵੀ ਉੱਪਰ ਚਲੇ ਗਿਆ ਉਹ ਤਾਂ ਪੈਸੇ ਚੱਕ ਕੇ ਹੋਰ ਲਾ ਲੈਂਦੇ ਸੀਗੇ। ਅੱਗੇ ਵੇਖਿਆ ਆਪਾਂ, ਇਹ ਸਟੋਰੀ ਸੁਣੀ, ਆਪਾਂ ਸਟੋਰੀ ਪੜ੍ਹੀ ਇਹ ਅੱਗੇ ਵੀ ਕੀ ਹੋਇਆ ਜਦੋਂ ਆਏ ਹੁੰਦਾ। ਅੱਛਾ, ਇੱਕ ਲੋਕੇਸ਼ਨ ਗਿੱਲ ਸਾਹਿਬ, ਪਹਿਲਾਂ ਨਾ ਗੱਲ ਇਹ ਚੱਲੀ ਵੀ ਚਲੋ ਜੀ ਸਰੀ ਨਾਲੋਂ ਐਬਸਫੋਰਡ $1,00,000 ਸਸਤਾ ਹੈ। ਹੁਣ ਸਰੀ ਤੇ ਐਬਸਫੋਰਡ ਸੇਮ ਪ੍ਰਾਈਸ ਤੇ ਆ। ਲੋਕ ਸਾਡੇ ਚਿਲਾਵੈਕ ਦੇ ਵਿੱਚ ਘਰ ਲੈਣ ਲੱਗ ਗਏ। ਜੇ 8-9 ਲੱਖ ਦਾ ਘਰ ਸਰੀ ਦਾ ਹੈ ਤਾਂ ਚਿਲਾਵੈਕ ਦੇ ਵਿੱਚ 4.5, 5, 6 ਤੱਕ ਵੀ ਉਹ ਮਿਲ ਸਕਦਾ ਹੈ, ਪਰ ਉੱਥੇ ਵੀ ਤੇਜ਼ੀ ਹੋ ਗਈ ਪੂਰੀ। ਤੇ ਹੁਣ ਇਉਂ ਦੱਸਿਓ ਕੀ ਲੋਕੇਸ਼ਨ ਹੈ ਜਿਹੜੀ ਇਹ ਕਿੰਨਾ ਕੁ ਡਿਫਰ ਕਰਦੀ ਹੈ? ਜਿਹੜਾ ਗਰਮ ਪਾਣੀ ਜ਼ਿਆਦਾ ਆਉਣਾ ਹੈ, ਲੋਕੇਸ਼ਨ ਕਿੰਨਾ ਕੁ ਫਰਕ ਦਿੰਦੀ ਹੈ ਠੰਡੇ ਤੇ ਤੱਤਾ ਕਰਨ ਦੇ ਲਈ? ਬਈ ਲੋਕੇਸ਼ਨ ਕਿੱਥੇ ਤੁਹਾਡੇ ਘਰ ਨੇ, ਕਿੱਥੇ ਤੁਹਾਡੀ ਇਨਵੈਸਟਮੈਂਟ ਆ? ਜਦ ਮਾਰਕੀਟ ਫਲੈਟ ਹੋਣੀ ਹੈ ਤਾਂ ਉਹ ਲੋਕੇਸ਼ਨ ਬਚਾਉਂਦੀ ਆ ਕੁਝ, ਜਾਂ ਫਿਰ ਸਾਰੇ ਫਰਕ ਪਊਗਾ? ਜਿਹੜੇ ਵੱਡੇ ਡਿਵੈਲਪਰ ਆਲਵੇਸ ਕਹਿੰਦੇ ਨੇ ਲੋਕੇਸ਼ਨ ਲੋਕੇਸ਼ਨ ਲੋਕੇਸ਼ਨ। ਹੁਣ ਛੋਟੇ ਟਾਊਨਾਂ ਦੇ ਵਿੱਚ ਜੇ ਕਿਸੇ ਨੇ, ਜੇ ਆਪ ਰਹਿੰਦੇ ਨੇ ਘਰ ਲੈ ਲਿਆ ਉੱਥੇ ਤੇ ਸਲੋ ਹੋ ਜਾਏ, ਉਹ ਘਰ ਬਹੁਤ ਔਖੇ ਦਿਖਦੇ ਆ, ਪ੍ਰਾਈਸਾਂ ਵੀ ਬਹੁਤ ਛੇਤੀ ਥੱਲੇ ਆ ਜਾਂਦੇ। ਜੇ ਤੁਸੀਂ ਮੇਜਰ ਏਰੀਆ 'ਚ ਰਹਿੰਦੇ, ਸਾਰੀ 'ਚ ਰਹਿੰਦੇ, ਵੈਂਕੂਵਰ 'ਚ ਰਹਿੰਦੇ, ਰਿਚਮੰਡ, ਲਾਈਕ ਮੇਜਰ ਪੋਪੂਲਸ ਏਰੀਆ, ਹਮੇਸ਼ਾ ਬਾਹਰ ਹੁੰਦਾ ਉੱਥੇ। ਪ੍ਰਾਈਸ ਤਾਂ ਠੀਕ ਹੈ, ਮੂਵ ਹੋ ਜਾਂਦੀ ਹੈ, ਪਰ ਥੋੜਾ ਘਰ ਤਾਂ ਦਿਖ ਜੂਗਾ। ਛੋਟੇ ਟਾਊਨਾਂ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ, ਰਾਈਟ? ਅੱਛਾ, ਲੋਕੇਸ਼ਨ ਮੇਕਸ ਅ ਹਿਊਜ। ਇੱਕ ਮੈਂ ਇੱਕ ਹੋਰ ਤੁਹਾਡਾ ਲੈਣਾ ਚਾਹੁੰਦਾ। ਅਕਸਰ ਹੋਇਆ ਇਹ, ਸਾਰਿਆਂ ਨੇ ਕੀਤਾ ਸ਼ੁਰੂ ਦੇ ਜ਼ਿੰਦਗੀ ਦੇ ਵਿੱਚ, $1 ਮਿਲੀਅਨ ਦੀ ਲੋਟ 50,000 ਦੇਤਾ ਤੇ ਉਹਦਾ ਮਨ ਇਹ ਹੈ ਵੀ ਜਦ ਤੱਕ ਇਹ ਸਰਵਿਸ ਹੋਣੀ ਹੈ ਇਹ 50,000 ਮਹਿੰਗੀ ਵਿਕ ਜੂ, 60,000 ਮਹਿੰਗੀ ਮਿਲ ਜੂ। ਕੀ ਉਹ ਰਿਸਕ ਆ ਜਿਹੜਾ, ਇੱਕ ਤਾਂ ਮਾਰਕੀਟ ਖਰਾਬ ਕਰ ਰਿਹਾ, ਫਲਿੱਪਿੰਗ ਆ ਰਹੀ ਹੈ, ਜਦ ਤੱਕ ਐਂਡ ਪ੍ਰੋਡਕਟ ਹੋਣਾ ਤਾਂ ਉਹਦੇ ਵਿੱਚ ਸ਼ੁਰੂ ਤੋਂ ਹੋ ਕੇ ਡਿਵੈਲਪਰ ਤੋਂ ਵਿੱਚ ਲੱਖ ਪੈ ਗਿਆ, ਲੱਖ ਇੱਕ ਵਾਰ ਤਾਂ 5 ਜਗ੍ਹਾ ਫਲਿੱਪ ਹੋ ਗਈਆਂ। ਤੇ ਹੁਣ ਕੀ ਤੁਸੀਂ ਇਹ ਐਜ਼ ਏ ਐਕਸਪਰਟ ਪ੍ਰੈਫਰ ਕਰਦੇ ਹੋ ਵੀ $1 ਮਿਲੀਅਨ ਦਾ ਰਿਸਕ ਤੇ 50,000 ਦਾ ਗੇਨ? ਕੀ ਇਹ ਫਲਿੱਪਿੰਗ ਵਾਲਾ ਸੌਦਾ ਵਧੀਆ ਰਹਿੰਦਾ ਜੀ? ਜੇ ਤੁਸੀਂ ਟਾਈਮ ਰਾਈਟ ਕਰ ਸਕਦੇ ਹੋ ਤੇ ਫਿਰ ਤਾਂ ਬਹੁਤ ਵਧੀਆ। ਜੇ ਬਾਈ ਚਾਂਸ ਪੇਪਰ ਵਰਕ ਨਹੀਂ ਠੀਕ ਹੋਇਆ ਜਾਂ ਹੋਰ ਕੁਝ ਹੋ ਗਿਆ ਫਿਰ ਤਾਂ ਘਾਟਾ ਪੈ ਜਾਂਦਾ। ਇਟਸ ਅ ਰਿਸਕ, ਜਿਵੇਂ ਤੁਸੀਂ ਕਿਹਾ ਇਹ ਰਿਸਕ ਆ। ਜਿਹਨੂੰ ਗੇਮ ਦਾ ਪਤਾ ਤੇ ਉਹ ਖੇਡ ਸਕਦੇ ਆ ਤੇ ਰਿਸਕ ਲੈ ਸਕਦੇ ਆ, ਫਿਰ ਉਹਨਾਂ ਦੀ ਰਿਸਕ ਆ, ਦੇ ਕੈਨ ਡੂ ਦੈਟ। ਪਰ ਹਰੇਕ ਲਈ ਨਹੀਂ। ਯੂ ਹੈਵ ਟੂ ਨੋ ਵਾਟ ਯੂ ਆਰ ਡੂਇੰਗ, ਰਾਈਟ? ਸੇਮ ਵਿੱਚ ਜਦੋਂ ਕਾਂਡੋਸ ਪ੍ਰੀ ਸੇਲਸ ਹੁੰਦੀਆਂ ਜਾਂ ਹੋਰ ਚੀਜ਼ਾਂ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕੀ ਕਰਦੇ ਹੋ, ਕਿੰਨੀ ਕੁ ਰਿਸਕ ਕਰ ਸਕਦੇ ਹੋ। ਪਰ ਇੱਕ ਹੋਰ ਚੀਜ਼ ਹੈ, ਤੁਸੀਂ ਕਿਹਾ ਸੀ ਵੀ ਲੋਕੇਸ਼ਨ ਦੇ ਨਾਲ ਜਿਹੜੇ ਹੁਣ ਆਪਾਂ ਪ੍ਰਾਈਸਾਂ ਵੇਖਦੇ ਹਾਂ ਤੇ ਹੋਰ ਵੀ ਇਟਸ ਸਿਟੀ ਹਾਲਸ ਨੂੰ ਵੀ ਆਪ ਵੇਖਣਾ ਚਾਹੀਦਾ, ਬਿਕਾਜ਼ ਜਦੋਂ ਪਰਮਿਟਸ ਕੋਈ ਅਪਲਾਈ ਕਰਦੇ, ਜਦੋਂ ਨਵੀਂ ਕੰਸਟਰਕਸ਼ਨ ਕਰਦੇ ਜਾਂ ਜ਼ੋਨਿੰਗ ਕਰਦੇ, ਜਿੰਨਾ ਉਹ ਹੁਣ ਟਾਈਮ ਲੱਗਦਾ ਕੁਛ ਕਰਨ ਨੂੰ, ਉਹਨਾਂ ਫਿਰ ਜ਼ਿਆਦਾ ਟਾਈਮ ਲੱਗਦਾ ਨਵੇਂ ਪ੍ਰੋਡਕਟ ਆਉਣ ਨੂੰ। ਨਵਾਂ ਪ੍ਰੋਡਕਟ ਆਉਣ ਨੂੰ ਟਾਈਮ ਇਹਨਾਂ ਲੱਗਦਾ, ਫਿਰ ਪ੍ਰਾਈਸਾਂ ਤਾਂ ਵੱਧਣੀ ਆ। ਹਾਊ ਆਰ ਯੂ ਸਪੋਜ਼ਡ ਟੂ, ਵਾਟ ਆਰ ਯੂ ਸਪੋਜ਼ਡ ਟੂ ਬਾਈ? ਜਦੋਂ ਨਵਾਂ ਪ੍ਰੋਡਕਟ ਆਉਂਦਾ ਨਹੀਂ ਛੇਤੀ, ਬਿਕਾਜ਼ ਬਿਊਰੋਕ੍ਰੇਸੀ ਇੰਨੀ ਹੋ ਗਈ, ਜਾਂ ਟਾਈਮ ਇੰਨਾ ਲੱਗਦਾ ਐਪਲੀਕੇਸ਼ਨਸ ਜਾਣ ਨੂੰ, ਪਰਮਿਟਸ ਪਾਉਣ ਨੂੰ, ਥੀਸ ਥਿੰਗਸ, ਤੇ ਫਿਰ ਆਪੇ ਫਿਰ ਲੋਕ ਕੀ ਕਰਨ, ਉਹਨੂੰ ਲੈਣ ਨੂੰ ਤਾਂ ਥਾਂ ਚਾਹੀਦਾ। ਅੱਛਾ, ਅਖੀਰਲਾ ਸਵਾਲ ਗਿੱਲ ਸਾਹਿਬ, ਜਿਹੜੀ ਮਲਟੀ ਫੈਮਿਲੀ ਇੰਡਸਟਰੀ ਹੈ ਨਾ ਜੀ, ਉਹਨੂੰ ਉਹਦੇ ਸਟ੍ਰੈਟਾਂ ਨੇ ਖਾ ਲਿਆ। ਇੰਨੇ ਮਹਿੰਗੇ ਇੰਸ਼ੋਰੈਂਸ ਹੋ ਗਏ, ਕਾਂਡੋ ਮਾਰਕੀਟ ਸਟਾਲ ਕੀਤੀ ਪਈ ਹੈ, ਕਿਉਂਕਿ $200 ਤੋਂ ਲੈ ਕੇ $500 ਹੋ ਗਿਆ। ਮਾੜੀ ਬਿਲਡਿੰਗ ਦਾ ਇੰਸ਼ੋਰੈਂਸ ਹੀ ਮਿਲ ਰਿਹਾ। ਜਿਹੜੀ ਮਲਟੀ ਫੈਮਿਲੀ ਦੇ ਵਿੱਚ ਜਾਂਦੇ ਹੋ ਤੁਸੀਂ, ਟਾਊਨ ਹਾਊਸ ਕੰਪਲੈਕਸ ਦੇ ਵਿੱਚ ਜਾਂਦੇ ਹੋ, ਕਾਂਡੋ ਜਾਂਦੇ ਹੋ, ਉਹਨਾਂ ਨੂੰ ਅਖੀਰ 'ਚ ਕੋਈ ਸਲਾਹ ਦੇਣੀ ਚਾਹੋ ਕਿ ਕਦੇ ਕੁਛ ਉਹ ਜਿਹੜਾ ਇੰਸ਼ੋਰੈਂਸ ਇਸ਼ੂ ਕਿਵੇਂ ਆ ਸਕਦਾ? ਇਹ ਆਈ ਥਿੰਕ ਗਵਰਨਮੈਂਟ ਨੂੰ ਇਵੈਂਚੁਅਲੀ ਇੰਟਰਵੈਂਸ਼ਨ ਕਰਨੀ ਪੈਣੀ ਹੈ, ਬਿਕਾਜ਼ ਜੇ ਇੰਸ਼ੋਰੈਂਸ ਨਹੀਂ ਮਿਲਦੀ ਫਿਰ ਮੋਰਗੇਜ ਨਹੀਂ ਮਿਲਣੀ, ਰਾਈਟ? ਬਿਕਾਜ਼ ਮੋਰਗੇਜ ਲਈ ਤੁਹਾਨੂੰ ਇੰਸ਼ੋਰੈਂਸ ਚਾਹੀਦੀ, ਜੇ ਇੰਸ਼ੋਰੈਂਸ ਨਹੀਂ ਮਿਲਦੀ ਫਿਰ ਉੱਥੇ ਜੇ ਕੁਛ ਹੋਵੇਗਾ ਤਾਂ ਲੋਕ ਕੀ ਕਰੂਗੇ? ਤੇ ਹਾਂ, ਆਈ ਮੀਨ ਜਿਹੜੇ ਪੁਰਾਣੀਆਂ ਸਟ੍ਰੈਟਾ ਬਿਲਡਿੰਗਸ ਉਹਨਾਂ ਨੂੰ ਜ਼ਿਆਦਾ ਔਖਾ, ਜਿਹੜੀਆਂ ਨਵੀਆਂ ਆਈ ਥਿੰਕ ਇਟਸ ਓਕੇ, ਮੈਨੂੰ ਇੰਨਾ ਬਾਰੇ ਪਤਾ ਨਹੀਂ ਉਹਦੇ ਬਾਰੇ, ਪਰ ਜਿਹੜੇ ਪੁਰਾਣੀਆਂ ਤਾਂ ਨਿਊਜ਼ ਵਿੱਚ ਆਪਾਂ ਸਾਰਿਆਂ ਨੇ ਪੜ੍ਹਿਆ ਵੀ ਬਹੁਤ ਔਖਾ ਹੋ ਗਿਆ। ਤੇ ਜਿਹੜੇ ਫਿਕਸਡ ਇਨਕਮ ਆ ਜਾਂ ਉੱਥੇ ਲੋਕ ਰਹਿੰਦੇ ਆ ਉਹਨਾਂ ਲਈ ਬਹੁਤ ਔਖਾ ਹੋ ਗਿਆ, ਬਿਕਾਜ਼ ਇੰਸ਼ੋਰੈਂਸ ਨਹੀਂ ਮਿਲਦੀ, ਦੈਨ ਇਟਸ ਵੈਰੀ ਡਿਫਿਕਲਟ, ਰਾਈਟ? ਸੋ ਆਈ ਥਿੰਕ ਗਵਰਨਮੈਂਟ ਦਾ ਕੁਛ ਇੰਟਰਵੈਂਸ਼ਨ ਕੋਈ ਕਰਨੀ ਪੈਣੀ ਹੈ, ਜਾਂ ਕੋਈ ਨਵੀਂ ਕੰਪਨੀਆਂ ਨੂੰ ਆ ਕੇ ਸ਼ੁਰੂ ਕਰਨਾ ਪੈਣਾ ਇੰਸ਼ੋਰੈਂਸ ਦੇਣ ਨੂੰ, ਬਿਕਾਜ਼ ਕੰਪੀਟੀਸ਼ਨ ਨਾ ਹੋਵੇ ਤੇ ਫਿਰ ਇਟਸ ਗੋਇੰ ਟੂ ਬੀ ਵੈਰੀ ਡਿਫਿਕਲਟ ਫॉर ਪੀਪਲ। ਫਲਿੱਪ ਨਾਲ ਰਿਲੇਟਡ ਸਵਾਲ ਜੀ, ਡਿਵੈਲਪਰ ਕਹਿੰਦੇ ਨੇ ਵੀ ਫਲਾਣੀ ਜਗ੍ਹਾ PLA ਹੋ ਗਿਆ, 60 ਲੋਟਾਂ ਆ ਗਈਆਂ, ਲਿਆਓ $50,000 ਤੇ ਤੁਹਾਨੂੰ ਲੋਟਾਂ ਦੇ ਦਈਏ।
ਸਬ ਡਿਵੀਜ਼ਨ ਹੋਈ ਨਹੀਂ, PID ਨੰਬਰ ਮਿਲਿਆ ਨਹੀਂ, ਸਿਵਿਕ ਐਡਰੈਸ ਹੈ ਨਹੀਂ, ਮੁੜ ਕੇ ਜਦ 2 ਸਾਲ ਲੰਘ ਜਾਂਦੇ ਨੇ, ਕੀਮਤਾਂ ਉਹਦੀਆਂ ਬਣ ਜਾਂਦੀਆਂ ਨੇ, ਡਿਵੈਲਪਰ ਠੱਗੀ ਮਾਰ ਜਾਂਦੇ ਨੇ, ਕਰਕੇ ਬੰਦਿਆਂ ਨੂੰ ਇਕੱਠਾ ਕਹਿੰਦੇ ਨੇ ਲਓ 50-50 ਹਜ਼ਾਰ ਆਪਣਾ ਵਾਪਸ ਲੈ ਲਓ। ਉਹ ਜਾਨੂੰ 2-2 ਜਗ੍ਹਾ ਅੱਗੇ ਫਲਿੱਪ ਕਰ ਦਿੰਦੇ ਨੇ। ਇਹ ਪੌਂਜੀ ਸਕੀਮ ਆ ਜਿਹੜੀ ਇਹ ਬਹੁਤ ਦੁੱਖ ਦਿੰਦੀ ਹੈ। ਜਦ ਤੁਸੀਂ ਕੋਈ ਚੀਜ਼ ਬਾਏ ਕਰਦੇ ਹੋ ਕਿ ਉਹਦਾ ਸਿਵਿਕ ਐਡਰੈਸ PID ਹੋਣਾ ਜ਼ਰੂਰੀ ਆ, ਤਾਂ ਪੈਸੇ ਪਾਓ ਨਾ। ਆਪਾਂ ਅੱਗੇ ਵੀ ਗੱਲ ਕੀਤੀ। ਆਪਦੇ ਵਕੀਲ ਨੂੰ ਦਿਖਾਓ ਪੇਪਰ, ਵੀ ਮੇਕ ਸ਼ੋਰ ਵੀ ਠੀਕ ਹੈ। ਜਿਹੜਾ ਕੰਟਰੈਕਟ ਅਸੀਂ ਸਾਈਨ ਕਰਦੇ ਹਾਂ, ਮੇਕ ਸ਼ੋਰ ਪ੍ਰੋਫੈਸ਼ਨਲ ਐਡਵਾਈਸ ਲੈਂਦੇ ਵੀ ਇਹ ਠੀਕ ਹੈ ਕਿ ਨਹੀਂ। ਬਿਕਾਜ਼ ਤੁਸੀਂ ਵੀ ਆਪਦਾ ਘਰ ਵੇਚਣਾ, ਤੁਸੀਂ ਵੀ ਸੋਚੀ ਜਾਂਦੇ ਵੀ ਉੱਥੇ ਆਪਦਾ ਘਰ ਪਾਉਣਾ, ਡਿਜ਼ਾਈਨ ਬਣਾਉਣ ਲੱਗ ਪੈਂਦੇ, ਆਹ ਕਰਨ ਲੱਗ ਪੈਂਦੇ, ਤੇ ਜੇ ਲਾਟ ਹੀ ਉਹਨੇ ਥੋੜੀ 2-3 ਵਾਰੀ ਵੇਚ ਦਿੱਤੀ, ਫਿਰ ਤੁਸੀਂ ਵੀ ਕੀ ਕਰੋਗੇ? ਬੰਦੇ ਨੇ ਇਮੋਸ਼ਨਲ ਵੀ ਇਫੈਕਟ ਕਿੰਨਾ ਪੈਂਦਾ। ਸੋ ਆਪਦਾ ਜਿੰਨਾ ਵਕੀਲ ਦੇ $200-300 ਉਹਨੇ ਲੈਣਾ ਕੰਟਰੈਕਟ ਪੜ੍ਹਨ ਨੂੰ, ਦਿਖਾਓ ਉਹਨਾਂ ਨੂੰ ਵੀ ਕੀ ਲਿਖਿਆ, ਕੋਈ ਬੈਕਆਊਟ ਕਰ ਸਕਦੇ ਕਿ ਨਹੀਂ, ਮੇਰੀ ਪ੍ਰੋਟੈਕਸ਼ਨ ਕੀ ਇਹਦੇ ਵਿੱਚ, ਰਾਈਟ? ਤੇ ਫਿਰ ਆਪੇ ਪਤਾ ਲੱਗ ਜਾਊਗਾ। ਆਪਸ਼ਨ ਰਜਿਸਟਰਡ ਕਰੋ। ਗਿੱਲ ਸਾਹਿਬ ਧੰਨਵਾਦ ਤੁਹਾਡੇ ਬੜਮੁੱਲੇ ਵਿਚਾਰਾਂ ਲਈ। ਅਖੀਰ 'ਚ ਕੁਛ ਐਡ ਕਰਨਾ ਚਾਹੋ? ਨਹੀਂ ਜੀ, ਮਾਰਕੀਟ ਦੀ ਇਕਨੋਮੀ, ਇੰਟਰਸਟ ਰੇਟਸ ਤਾਂ ਹੁਣ ਅੱਜ ਥੋੜੇ ਜਿਹੇ ਉੱਪਰ ਚਲੇ ਗਈਆਂ, ਬੌਂਡ ਯੀਲਡਸ, ਬਟ ਮਾਰਕੀਟ ਹਜੇ ਸਟਰੋਂਗ ਹੈ, ਕੀਪਸ ਮੂਵਿੰਗ। ਲੈਟਸ ਸੀ ਵੀ ਹੁਣ ਇਕਨੋਮੀ ਦਾ ਕੀ ਬਣਦਾ ਜਦੋਂ ਵੈਕਸੀਨ ਆ ਜਾਵੇ, ਉਹਦਾ ਬਹੁਤ ਫਰਕ ਪੈਣਾ, ਤੇ ਫਿਰ ਇਮੀਗ੍ਰੇਸ਼ਨ ਵੀ ਚੱਲ ਪਵੇ, ਉਹੋ ਜਿਹੀਆਂ ਚੀਜ਼ਾਂ। ਬਟ ਐਟ ਦੀ ਐਂਡ ਆਫ ਦ ਡੇ ਇਟਸ ਜਿਹਨੇ ਆਪਦੇ ਇਨਵੈਸਟ ਕਰਨੇ ਹਾਰਡ ਅਰਨ ਪੈਸੇ ਸੋਚ ਕੇ ਕਰੋ ਤੇ ਐਡਵਾਈਸ ਲਓ। ਧੰਨਵਾਦ ਜੀ ਗਿੱਲ ਸਾਹਿਬ। ਅਗਲੇ ਟਿਊਜ਼ਡੇ ਫਿਰ ਮਿਲਦੇ ਹਾਂ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸੈਟ ਗਿੱਲ, ਸਤਵੀਰ ਸਿੰਘ ਗਿੱਲ ਗੱਲਬਾਤ ਕਰ ਰਹੇ ਸੀ। ਤੁਸੀਂ ਵੀ ਫਾਇਦਾ ਲਿਆ ਕਰੋ। ਜਦ ਇਹੋ ਜਿਹੇ ਸੈਮੀਨਾਰ ਤੁਹਾਡੇ ਨੂੰ ਫ੍ਰੀ ਦਿੰਦੇ ਆ, ਸਵਾਲ ਪੁੱਛਿਆ ਕਰੋ, ਜਾਂ ਤੁਹਾਡੇ ਸਵਾਲ ਮੈਂ ਪੁੱਛੀ ਜਾਂਦਾ ਤੁਹਾਡੇ ਵਾਂਗੂ ਇਹ ਵੀ ਹੋ ਸਕਦਾ। ਸਰ ਸਾਹਿਬ ਇੱਕ ਮਸ਼ਵਰਾ ਦੇ ਗਏ ਨੇ, ਕਹਿੰਦੇ ਕੋਈ ਬਾਈ ਲਾ ਹੀ ਕਰ ਦੇਣ ਸਿਟੀ ਵਾਲੇ, ਸਰਕਾਰ ਕਰੇ ਵੀ ਭਾਈ ਤੁਸੀਂ PID ਨੰਬਰ ਤੋਂ ਬਿਨਾਂ ਵੇਚ ਹੀ ਨਹੀਂ ਸਕਦੇ। ਕਿੰਨੀ ਪ੍ਰਾਪਰਟੀ ਕਿੰਨੀ ਵਧੀਆ ਹੋ ਜਾਏ, ਕਿੰਨਾ ਇੰਡਸਟਰੀ ਵਧੀਆ ਹੋ ਜਾਵੇ। ਹੁਣ ਚਲੋ ਜੇ ਮਲਟੀ ਫੈਮਿਲੀ ਕੌਂਡੋ ਲੋਕ ਵੇਚਦੇ ਨੇ ਪ੍ਰੀ ਸੈਲ ਕਰਕੇ, ਐਟਲੀਸਟ ਉਹਨਾਂ ਨੂੰ ਨੰਬਰ ਤਾਂ ਪਤਾ ਹੈ, ਤੁਹਾਡਾ 11 ਨੰਬਰ ਆ, ਤੁਹਾਡਾ 12। ਇੱਥੇ ਤਾਂ ਸਬ ਡਿਵਾਈਡ ਹਲੇ ਹੋਈ ਨਹੀਂ ਲੈਂਡ, ਉਹਦੇ 'ਚੋਂ 60 ਲਾਟਾਂ ਨੇ ਲਾਈਨਾਂ ਬਾਹ ਕੇ ਅਗਲੇ ਵੇਚ ਜਾਂਦੇ ਨੇ, ਮੁੜ ਕੇ ਲੱਭਦਾ ਕੱਖ ਨਹੀਂ ਉੱਥੇ। ਇਹਦੇ 'ਤੇ ਗੱਲ ਕਰਾਂਗੇ ਆਉਣ ਵਾਲੇ ਦਿਨਾਂ 'ਚ। ਇਹ ਸੀ ਅੱਜ ਦਾ ਪ੍ਰੋਗਰਾਮ। ਵਿਸ਼ੇ ਕਈ ਨੇ ਇਸ ਹਫ਼ਤੇ ਦੇ ਵਿੱਚ, ਗੰਭੀਰ ਵਿਸ਼ੇ ਨੇ ਜਿਨ੍ਹਾਂ 'ਤੇ ਵਿਚਾਰ ਹੋਏਗਾ। 10 ਤੋਂ 11 ਵਾਲੇ ਸਮੇਂ ਤੱਕ ਜਿਹੜੇ ਹਥਿਆਰ ਖਰੀਦਣ ਦੀ ਗੱਲ ਟਰੂਡੋ ਉਹਨਾਂ ਨੇ ਕੀਤੀ ਹੈ, ਉਹਦੇ 'ਤੇ ਵੀ ਮਾਹਰਾਂ ਨੂੰ ਲੈ ਕੇ ਆਵਾਂਗੇ। ਤੇ ਰੱਬ ਰਾਖਾ, ਚੜ੍ਹਦੀਆਂ ਕਲਾਂ।